बिस्मिल्लाहिर्रहमानिर्रहीम अस्सलाम वालेकुम। वालेकुम सलाम। की हाल है बाबू जी, तुसी ठीक हो? अल्हम्दुलिल्लाह, शुक्र है, ਅੱਜ ठीक ਮੈਂ है। ਆਪਣੇ ਵਿਊਅਰਸ ਨੂੰ ਇੱਕ ਐਸੀ ਅਜ਼ੀਮ ਸ਼ਖਸੀਅਤ ਦਾ ਤਾਰਫ ਕਰਾਉਣ ਲੱਗੀ ਹਾਂ ਜਿਨ੍ਹਾਂ ਨੇ ਨਾ ਸਿਰਫ ਮੈਨੂੰ ਇਨਸਾਨ ਬਣਾਇਆ ਬਲਕਿ ਇਸ ਰੂਏ ਜ਼ਮੀਨ ਤੇ ਬਹੁਤ ਸਾਰੇ ਜਿਹੜੇ ਜ਼ਮੀਨ ਦੇ ਬੋਝ ਨੇ ਨਾ ਉਹਨਾਂ ਨੂੰ ਘੱਟ ਕਰਕੇ ਇਨਸਾਨਾਂ ਦਾ ਰੂਪ ਦਿੱਤਾ। ਮਾਸ਼ਾਅੱਲਾ ਇਸ ਇਲਾਕੇ 'ਚ ਮਾਸ਼ਾਅੱਲਾ ਮਾਸ਼ਾਅੱਲਾ ਇੱਕ ਅਹਿਮ ਸ਼ਖਸੀਅਤ, ਇੱਕ ਸ਼ਖਸ ਨਹੀਂ ਸ਼ਖਸੀਅਤ ਨੇ, ਇੱਕ ਕਿਰਦਾਰ ਨੇ ਜਿਨ੍ਹਾਂ ਨੂੰ ਦੇਖ ਕੇ ਲੋਕ ਮਿਸਾਲਾਂ ਦਿੰਦੇ ਨੇ ਤੇ ਜਿਨ੍ਹਾਂ ਨੂੰ ਦੇਖ ਕੇ ਲੋਕ ਆਪਣੀਆਂ ਜ਼ਿੰਦਗੀਆਂ ਨੂੰ ਸੁਧਾਰਦੇ ਨੇ। ਮਾਸ਼ਾਅੱਲਾ ਸਾਡੇ ਨਸੀਬ ਚੰਗੇ ਕਿ ਅਸੀਂ ਇਹ ਜਿਹੇ ਮਾਂ-ਬਾਪ ਦੀ ਔਲਾਦ ਹੋਣ ਦਾ ਸ਼ਰਫ ਹਾਸਲ ਕੀਤਾ। ਅੱਲਾਹ ਸੋਨੇ ਦਾ ਲੱਖ ਲੱਖ ਸ਼ੁਕਰ ਹੈ ਤੇ ਜ਼ਿੰਦਗੀ 'ਚ ਜੋ ਵੀ ਸਾਡੇ ਕੋਈ ਚੰਗੀ ਗੱਲ ਹੈ ਉਹ ਅੱਲਾਹ ਦੀ ਰਹਿਮਤ ਤੋਂ ਬਾਅਦ ਸਾਡੇ ਵਾਲਿਦੈਨ ਦੀਆਂ ਦੁਆਵਾਂ ਨੇ, ਇਹਨਾਂ ਦੀ ਮਿਹਨਤ ਹੈ, ਇਹਨਾਂ ਦਾ ਸਦਕਾ ਹੈ ਕਿ ਅੱਲਾਹ ਨੇ ਸਾਡੇ ਤੇ ਕਰਮ ਕੀਤੇ ਹੋਏ ਨੇ ਮਾਸ਼ਾਅੱਲਾ। ਤੇ ਅੱਜ ਅਸੀਂ ਬੈਠੇ ਸੀ ਅੰਮੀ ਅੱਬੂ ਮੈਂ ਤੇ ਅਸੀਂ ਗੱਲਾਂ ਕਰਦੇ ਸੀ ਉਸ ਵੇਲੇ ਦੀਆਂ ਜਦੋਂ ਬਟਵਾਰਾ ਹੋਇਆ ਤੇ ਜਦੋਂ ਇੱਥੇ ਮਾਈਗ੍ਰੇਸ਼ਨ ਕਰਕੇ ਆਏ ਉਧਰੋਂ ਲੋਕ ਤੇ ਇਧਰੋਂ ਉਧਰ ਗਏ ਤੇ ਬਹੁਤ ਸਾਰੀਆਂ ਗੱਲਾਂ ਨੇ ਮੈਨੂੰ ਬੜਾ ਹੀ ਅਪੀਲ ਕੀਤਾ ਤੇ ਮੈਂ ਸੋਚਿਆ ਕਿ ਕਿਉਂ ਨਾ ਇੱਕ ਅੱਬੂ ਜੀ ਦਾ ਇੰਟਰਵਿਊ ਕੀਤਾ ਜਾਵੇ, ਇਹਨਾਂ ਤੋਂ ਵੀ ਇਹਨਾਂ ਦਾ ਤਜਰਬਾ ਪੁੱਛਿਆ ਜਾਵੇ ਤੇ ਆਉਣ ਵਾਲੀਆਂ ਨਸਲਾਂ ਜਦੋਂ ਤੱਕ ਇਸ ਚੈਨਲ ਤੇ ਪਈ ਰਹੂਗੀ ਵੀਡੀਓ ਉਹਨੂੰ ਦੇਖਣੀਆਂ ਤੇ ਮੁਸਤਫੀਦ ਹੋਣਗੀਆਂ। ਕਿਉਂਕਿ ਇਹ ਸ਼ਖਸੀਅਤਾਂ ਨੇ ਜਿਹੜੀਆਂ ਇਹ ਕੋਈ ਕਿਸੇ ਇਨਸਾਨ ਦੇ ਵੱਸ ਦਾ ਕੰਮ ਨਹੀਂ ਹੁੰਦਾ ਕਿ ਉਹ ਇਸ ਤਰ੍ਹਾਂ ਦੀਆਂ ਸ਼ਖਸੀਅਤਾਂ ਨੂੰ ਕੋਈ ਰੂਪ ਦੇਵੇ। ਇਹ ਤੇ ਅੱਲਾਹ ਤਾਲਾ ਦੀ ਮਿਹਰਬਾਨੀ ਹੁੰਦੀ ਹੈ ਕਿ ਅੱਲਾਹ ਤਾਲਾ ਰੂਏ ਜ਼ਮੀਨ ਤੇ ਇਸ ਤਰ੍ਹਾਂ ਦੇ ਅਜ਼ੀਮ ਇਨਸਾਨ ਨੇ ਜਿਹੜੇ ਪੈਦਾ ਕਰਦੇ ਨੇ, ਜਿਹੜੇ ਫਰਿਸ਼ਤਿਆਂ ਦੇ ਰੂਪ 'ਚ ਹੁੰਦੇ ਨੇ। ਮੇਰੇ ਵਾਲਿਦ ਸਾਹਿਬ ਨੇ ਮਾਸ਼ਾਅੱਲਾ ਬਹੁਤ ਸਾਰੀ ਸਲਾਮਤੀ ਤੇ ਬਹੁਤ ਸਾਰੀਆਂ ਦੁਆਵਾਂ, ਅੱਲਾਹ ਤਾਲਾ ਇਹਨਾਂ ਨੂੰ ਲੰਬੀ ਜ਼ਿੰਦਗੀ ਦੇਵੇ। ਤੁਸੀਂ ਵੀ ਬਹੁਤ ਸਾਰੀਆਂ ਦੁਆਵਾਂ ਕਰਨਾ ਇਹਨਾਂ ਨੂੰ ਸਿਹਤ ਤੰਦਰੁਸਤੀ ਤੇ ਸਲਾਮਤੀ ਵਾਲੀ ਜ਼ਿੰਦਗੀ ਦੇਵੇ ਅੱਲਾਹ ਸੋਹਣਾ। ਤੇ ਬੜੀਆਂ ਹੀ ਸੋਹਣੀਆਂ ਗੱਲਾਂ ਹੁੰਦੀਆਂ ਨੇ ਜਦੋਂ ਕਦੇ ਵੀ ਮੌਕਾ ਮਿਲਿਆ ਮਿਲ ਬੈਠਿਆਂ ਸਾਨੂੰ ਵੀ ਚੰਗੀਆਂ ਲੱਗਦੀਆਂ ਨੇ ਸੁਣ ਕੇ। ਜ਼ਾਹਿਰ ਹੈ ਅਸੀਂ ਤੇ ਬਾਅਦ ਦੀ ਪੈਦਾਵਾਰ ਹਾਂ ਤੇ ਮੈਂ ਅੱਜ ਆਪਣੇ ਵਾਲਿਦ ਸਾਹਿਬ ਤੋਂ ਪੁੱਛੂੰਗੀ ਕਿ ਇਹ ਉਸ ਵੇਲੇ ਪਾਰਟੀਸ਼ਨ ਦੇ ਕੀ ਹਾਲਾਤ ਸੀ ਤੇ ਹੁਣ ਤੱਕ ਦੀ ਇਹਨਾਂ ਦੀ ਜ਼ਿੰਦਗੀ 'ਚ ਕੀ ਕੀ ਵਾਕਿਆਤ ਆਏ ਤੇ ਕਿਵੇਂ ਦੀ ਜ਼ਿੰਦਗੀ ਗੁਜ਼ਰੀ। ਇਹ ਮਕਸਦ ਬਹੁਤ ਵੱਡਾ ਹੈ ਇਹਦਾ। ਅਗਰ ਤੁਸੀਂ ਗੌਰ ਨਾਲ ਇਸ ਚੀਜ਼ ਨੂੰ ਸੁਣ ਲਓਗੇ ਨਾ ਤੁਹਾਨੂੰ ਆਪਣੀ ਜ਼ਿੰਦਗੀ ਗੁਜ਼ਾਰਨ 'ਚ ਬੜੀ ਆਸਾਨੀ ਹੋ ਜਾਣੀ ਹੈ ਤੇ ਬਹੁਤ ਸਾਰੇ ਮਸਲੇ ਤੁਹਾਨੂੰ ਲੱਗਣੇ ਹੀ ਨਹੀਂ ਕਿ ਇਹ ਮਸਲੇ ਨੇ। ਇੰਨੀ ਤੁਸੀਂ ਇੱਕ ਸ਼ਖਸੀਅਤ ਦੇ ਜ਼ੁਬਾਨੀਆਂ ਜਦੋਂ ਸੁਣੋਗੇ ਕਿ ਮੁਸ਼ਕਿਲਾਤ ਵਿੱਚ ਜ਼ਿੰਦਗੀ ਨੂੰ ਕਿਵੇਂ ਗੁਜ਼ਾਰਨਾ ਹੈ, ਖੁਸ਼ੀ ਵਿੱਚ ਕਿਵੇਂ ਕਨਾਤ ਕਰਨੀ ਹੈ ਤੇ ਇਸਤਕਾਮਤ ਕਿਵੇਂ ਕਰਨੀ ਹੈ ਤੇ ਗਮ ਤੇ ਕਿਵੇਂ ਸਬਰ ਕਰਨਾ ਹੈ, ਇਹ ਸਾਰੀਆਂ ਗੱਲਾਂ ਆਮ ਬੰਦਿਆਂ ਦੇ ਵੱਸ ਦੀਆਂ ਨਹੀਂ ਹੁੰਦੀਆਂ। ਤੇ ਹਾਂਜੀ ਬਾਬੂ ਜੀ ਹੁਣ ਅਸੀਂ ਤੁਹਾਡੇ ਵੱਲ ਤਵੱਜੋ ਕਰਨੇ ਆ। ਮੈਂ ਤੇ ਆਪਣੀ ਬੜੀ ਲੰਬੀ ਤਮਹੀਦ ਬੰਨਣ ਲੱਗ ਗਈ ਸਾਂ। ਹਲੇ ਵੀ ਗੱਲਾਂ ਉਹ ਕੀ ਕਹਿੰਦੇ ਹੁੰਦੇ ਨੇ ਕਿ ਦਰਿਆ ਨੂੰ ਕੁਜ਼ੇ 'ਚ ਬੰਦ ਕਰਨ ਵਾਲੀ ਗੱਲ ਹੈ ਜਾਂ ਸੂਰਜ ਨੂੰ ਚਿਰਾਗ ਦਿਖਾਉਣ ਵਾਲੀ ਗੱਲ ਹੈ ਕਿ ਤੁਹਾਡੇ ਬਾਰੇ ਮੈਂ ਕੁਝ ਕੋਈ ਲਫ਼ਜ਼ ਕਹਿ ਸਕਾਂ। ਇਹ ਮੇਰੀ ਇੰਨੀ ਨਹੀਂ ਔਕਾਤ ਜਾਂ ਹੈਸੀਅਤ। ਤੇ ਆਉਣੇ ਆ ਸਿੱਧੇ। ਹਾਂਜੀ ਤੁਸੀਂ ਠੀਕ ਠਾਕ ਹੋ? ਖੈਰੀਅਤ ਹੈ? अल्हम्दुलिल्लाह, ठीक है, शुक्र है। ਮਾਸ਼ਾਅੱਲਾ। ਅੱਛਾ ਜੀ ਆਪਾਂ ਹੁਣੇ ਗੱਲਾਂ ਕਰਦੇ ਬੈਠੇ ਸੀ ਉੱਥੋਂ ਹੀ ਮੈਨੂੰ ਆਈਡੀਆ ਆਇਆ ਕਿ ਮੈਂ ਤੁਹਾਡੀ ਵੀਡੀਓ ਵੀ ਰਿਕਾਰਡ ਕਰ ਲਵਾਂ ਕਿ ਤੁਸੀਂ ਆਪਣੀ ਕੋਈ ਜਾਏ ਪੈਦਾਇਸ਼ ਦੱਸੋਗੇ? ਤੁਹਾਡੀ ਪੈਦਾਇਸ਼ ਦੀ ਜਗ੍ਹਾ ਕਿਹੜੀ ਸੀ? मेरा नाम अब्दुल गफ़ार, कास्ट कंबो, सब कास्ट थिंद। शायद कोई कंबो सुनता होवे ਅੱਛਾ तो ਅੱਛਾ थिंद ਲਓ नूं ਬਈ ਹੁਣ ਸਬ ਕਾਸਟ ਤੇ ਵੀ ਅਗਰ ਕੋਈ ਥਿੰਦ ਜਾਣਦਾ ਹੈ ਤੇ ਥਿੰਦ ਜ਼ਰੂਰ ਸਾਨੂੰ ਮਿਲਣ, ਉਹ ਸਾਡੀ ਨਸਲ ਦੇ ਲੋਕ ਹੋਣਗੇ। ਹੋਣਗੇ। ਹਾਂ ਤੇ ਯਕੀਨਨ ਉਹ ਖੁਸ਼ ਵੀ ਹੋਣਗੇ ਸੁਣ ਕੇ। ਅੱਛਾ ਤੇ ਜੀ। ਸਾਡਾ ਪਿੰਡ ਜਿਹੜਾ ਸੀ ਉਹ ਕੰਬੋ ਮਾਜਰਾ ਕਲਾਂ ਸੀ। ਉੱਥੇ ਆਬਾਦੀ ਸਾਰੀ ਕੰਬੋਆਂ ਦੀ ਸੀ ਔਰ ਬੜਾ ਖੁਸ਼ਹਾਲ ਇਲਾਕਾ ਸੀ। ਮਾਸ਼ਾਅੱਲਾ। ਉੱਥੇ ਨਹਿਰ ਵੀ ਲੱਗਦੀ ਸੀ ਰਕਬੇ ਨੂੰ, ਜ਼ਮੀਨਾਂ ਨੂੰ, ਤੇ ਆਪਣੀ ਮਦਦ ਆਪ ਨਾਲ ਖੂਹ ਵੀ ਬਹੁਤ ਬਣਾਏ ਹੋਏ ਸੀ ਹਰ ਕਿਸੇ ਨੇ। ਮਾਸ਼ਾਅੱਲਾ ਯਾਨੀ ਉੱਥੇ ਤਰੱਕੀ ਦੇ ਜ਼ਰਾਏ ਹੈਗੇ ਔਰ ਰਕਬਾ ਵੀ ਤਕਰੀਬਨ ਹਰ ਫੈਮਿਲੀ ਕੋਲੇ ਇੱਕ ਮੁਰੱਬੇ ਦੇ ਕਰੀਬ ਕਰੀਬ ਸੀਗਾ। ਮਾਸ਼ਾਅੱਲਾ। ਲਓ ਬਈ ਦੇਖੋ ਬੜਾ ਖੁਸ਼ਹਾਲ ਇਲਾਕਾ ਸੀ। ਔਰ ਇਹ ਸੰਗਰੂਰ ਜ਼ਿਲ੍ਹਾ ਸੀ, ਰਿਆਸਤ ਜੀਂਦ ਸੀ। ਰਿਆਸਤ ਜੀਂਦ ਦੇ ਦੋ ਜ਼ਿਲ੍ਹੇ ਸੀ, ਇੱਕ ਦਾਦਰੀ ਇੱਕ ਸੰਗਰੂਰ। ਅਸੀਂ ਸੰਗਰੂਰ ਦੇ ਨਜ਼ਦੀਕ ਸੀਗੇ, ਕੋਈ 8-10 ਕਿਲੋਮੀਟਰ ਦੇ ਫਾਸਲੇ 'ਤੇ, ਜ਼ਿਆਦਾ ਦੂਰ ਨਹੀਂ ਸੀ। ਇੱਥੋਂ ਸਬਜ਼ੀ ਕਾਸ਼ਤ ਕਰਕੇ ਸਾਡੇ ਬਜ਼ੁਰਗ ਸੰਗਰੂਰ ਸ਼ਹਿਰ 'ਚ ਜਾ ਕੇ ਵੇਚ ਆਉਂਦੇ ਹੁੰਦੇ ਸੀ। ਹਾਲਾਂਕਿ ਇਤਨੇ ਜ਼ਰਾਏ ਆਮਦ-ਰਫਤ ਨਹੀਂ ਸੀਗੇ, ਲੇਕਿਨ ਫਿਰ ਵੀ ਕਾਸ਼ਤਕਾਰਾਂ ਦੇ ਆਵਾਜ਼ਦਾਦ ਨੇ ਸਾਡੇ ਮਾਸ਼ਾਅੱਲਾ। ਤੇ ਹੋਰ ਕੋਈ ਇਲਾਕੇ ਦਾ ਦੱਸੋ, ਕੋਈ ਜਿੱਥੇ ਤੁਹਾਡਾ ਘਰ ਸੀ, ਕੋਈ ਪਛਾਣ, ਕੋਈ ਯਾਦ ਹੋਵੇ? ਹਾਂ, ਮੈਨੂੰ ਯਾਦ ਹੈ, ਅੱਛੀ ਤਰ੍ਹਾਂ ਦੀ ਹੋਸ਼ ਹੈ। ਮੇਰੇ ਤਾਇਆ ਜੀ ਨੂੰ
ਸਾਡੇ ਊਠ ਨੇ ਬਾਵਲਾ ਹੋ ਕੇ ਯਾਨੀ ਪਾਗਲ ਹੋ ਕੇ ਕੱਟਿਆ ਸੀ। ਉਹਨਾਂ ਦਾ ਨਾਮ ਵੀ ਦੱਸ ਦਿਓ। ਉਹਨਾਂ ਦਾ ਨਾਂ ਨੂਰ ਮੁਹੰਮਦ ਸੀ। ਸਾਰਿਆਂ ਤੋਂ ਬੜੀ ਔਲਾਦ ਸੀਗੀ ਮੇਰੇ ਦਾਦੇ ਦੀ। ਅਤੇ ਉਸ ਵੇਲੇ ਦਾ ਹੋਸ਼ ਹੈ ਕਿ ਐਸੇ ਇਲਾਜ ਦੇ ਤਰੀਕੇ ਤਾਂ ਹੈ ਨਹੀਂ ਸੀ, ਲੇਕਿਨ ਉਹ ਕੋਸ਼ਿਸ਼ ਕੀਤੀ ਗਈ, ਲੇਕਿਨ ਜਾਨਵਰ ਨਾ ਹੋ ਸਕੇ, ਉਹ ਫੌਤ ਹੋ ਗਏ। ਅਤੇ ਉਹ ਮੰਜ਼ਰ ਮੈਨੂੰ ਬਹੁਤ ਦਿਲ ਖਰਾਸ਼ ਯਾਦ ਆਉਂਦਾ, ਜਿਸ ਤਰ੍ਹਾਂ ਯਾਨੀ ਬਹੁਤ ਤਾਕਤਵਰ ਜਵਾਨ ਉਹ ਸੀਗੇ, ਬੜੇ ਯਾਨੀ ਕੜੀਅਲ ਜਵਾਨ, ਬਹੁਤ ਕੱਦਾਵਰ। ਔਰ ਉਹ ਕਹਿੰਦੇ ਹੁੰਦੇ ਸੀ ਵੀ ਮੈਂ ਤਾਂ ਊਠ ਦੇ ਜਵਾੜੇ ਫੜ ਕੇ ਪਾੜ ਦੇਵਾਂ, ਲੇਕਿਨ ਵਕਤ ਆ ਗਿਆ ਦੇਰ ਆ ਗਈ। ਅਤੇ ਉਹ ਬਹੁਤ ਯਾਨੀ ਸਾਰਾ ਪਿੰਡ ਜਿਹੜਾ ਸੀ ਸਾਡਾ ਗਾঁव ਉਹ ਇਕੱਠਾ ਹੋਇਆ ਔਰ ਬੜਾ ਗਮ ਦਾ ਇਜ਼ਹਾਰ ਸੀ ਬੜਾ। ਫਿਰ ਇਹ ਮਸਜਿਦ ਦੇ ਨਾਲ ਹੀ ਸਾਡਾ ਘਰ ਸੀ ਅਤੇ ਮਾਸ਼ਾ ਅੱਲਾ ਮੇਰੇ ਵਾਲਿਦ ਸਾਹਿਬ ਪੈਦਾਇਸ਼ੀ ਤੌਰ ਤੋਂ ਹੀ ਯਾਨੀ ਜਦੋਂ ਤੋਂ ਹੋਸ਼ ਸੰਭਾਲਿਆ ਉਹ ਦੱਸਦੇ ਹੁੰਦੇ ਸੀ ਵੀ ਨਮਾਜ਼ ਨਹੀਂ ਛੱਡੀ। ਦਾੜ੍ਹੀ ਉਹਨਾਂ ਨੇ ਪਹਿਲੀ ਉਹ ਰੱਖੀ ਹੋਈ ਸੀ, ਬਿਲਕੁਲ ਨਹੀਂ ਮੁੰਡਵਾਈ ਸੀ। ਅਤੇ ਇਸ ਤਰ੍ਹਾਂ ਨਾਲ ਸਾਡਾ ਕਬੀਲਾ ਜਾਂ ਖਾਨਦਾਨ ਕਹਿ ਲਓ ਬੜਾ ਮਜ਼ਹਬੀ ਕਿਸਮ ਦਾ ਸੀ। ਅਤੇ ਲੇਕਿਨ ਚੂੰਕਿ ਸ਼ਹਿਰ ਤੋਂ ਦੂਰ ਸੀ, ਤਾਲੀਮ ਦਾ ਫੁਕਦਾਨ ਸੀ, ਤਾਲੀਮ ਬਹੁਤ ਕਮ ਸੀ। ਬਾਬੂ ਜੀ ਜ਼ਰਾ ਕੋਈ ਬਾਬਾ ਸੂਬੇ ਸ਼ਾਹ ਦੇ ਬਾਰੇ 'ਚ ਵੀ ਦੱਸੋ ਕੁਛ। ਹਾਂ, ਉਹਨਾਂ ਦੀ ਸ਼ਖਸੀਅਤ ਬੜੀ। ਮੇਰੇ ਦਾਦਾ ਜੀ ਦਾ ਨਾਮ ਬਾਬਾ ਸੂਬਾ ਸੀ ਔਰ ਉਹ ਬਹੁਤ ਹੀ ਇਬਾਦਤ ਗੁਜ਼ਾਰ, ਬਹੁਤ ਇਬਾਦਤ ਗੁਜ਼ਾਰ ਸੀਗੇ। ਸਾਰਾ ਪਿੰਡ ਉਹਨਾਂ ਤੋਂ ਮੁਤਅਸਰ ਸੀਗਾ, ਬੜੀ ਉਹਨਾਂ ਦਾ ਇਹਤਰਾਮ ਸੀ। ਔਰ ਹੱਤਾਂ ਕਿ ਇਸ ਤਰ੍ਹਾਂ ਸੀ ਕਿ ਘਰ ਦੇ ਵਿੱਚ ਜਿਹੜਾ ਹੁੰਦਾ ਨਾ, ਸਾਡੇ ਪਾਣੀ ਭਰਿਆ ਹੋਇਆ, ਕੋਈ ਔਰਤ ਆਉਂਦੀ, ਕੋਈ ਬੱਚਾ ਆਉਂਦਾ, ਕੋਈ ਬੜਾ ਆਉਂਦਾ ਵੀ ਮੈਨੂੰ ਆਹ ਪੜ੍ਹ ਕੇ ਦੇ ਦਿਓ, ਆਹ ਮਸਲਾ ਹੈ। ਅਤੇ ਸਾਡੀ ਦਾਦੀ ਉਹ ਪਾਣੀ ਉਹਨਾਂ ਦਾ ਗਿਰਾ ਕੇ ਆਪਦੇ ਘੜੇ 'ਚੋਂ ਪਾਣੀ ਦੇ ਦਿੰਦੀ, ਹੋਰ ਕੁਛ ਨਹੀਂ ਸੀ। ਉਸੇ ਨਾਲ ਹੀ ਅੱਲਾਹ ਤਾਲਾ ਸ਼ਿਫਾ ਦਿੰਦਾ ਸੀ ਉਹਨਾਂ ਦੇ ਤੋਂ। ਉਹਨਾਂ ਨੂੰ ਪਤਾ ਸੀ ਕਿ ਇਹ ਹਾਂ, ਸ਼ਖਸੀਅਤ ਨੇ ਮਾਸ਼ਾਅੱਲਾ, ਮਾਸ਼ਾਅੱਲਾ, ਅੱਲਾ ਦੇ ਵਲੀ ਨੇ। ਅੱਜ ਵੀ ਉਹਨਾਂ ਦਾ ਦਰਬਾਰ ਹੈ ਮਾਸ਼ਾਅੱਲਾ। ਹਾਂ, ਦੇਖਦੇ ਹਾਂ ਸਾਡੇ ਘਰਾਂ ਦੇ ਨਾਲ ਹੀ ਹੈ, ਇੱਧਰ ਆਏ ਉਹ ਮਾਸ਼ਾਅੱਲਾ ਮਾਈਗ੍ਰੇਟ ਹਾਂ। ਸਾਨੂੰ 59 'ਚ ਉਹ ਫੌਤ ਹੋਏ ਸੀ ਅਤੇ ਮੈਨੂੰ ਚੰਗੀ ਤਰ੍ਹਾਂ ਉਹਨਾਂ ਤੋਂ ਦੀਨੀ ਕੰਮ ਸਿੱਖਿਆ, ਫੈਜ਼ ਵੀ ਆਇਆ ਮਾਸ਼ਾਅੱਲਾ। ਅਸੀਂ ਇਹ ਹੁਣ ਮੈਂ ਥੋੜਾ ਜਿਹਾ ਇਜ਼ਾਫਾ ਕਰਦੇ ਹਾਂ ਕਿ ਮਾਸ਼ਾਅੱਲਾ ਉਰਸ ਹੁੰਦਾ ਹੈ ਉੱਥੇ ਸਾਲਾਨਾ, ਮਾਸ਼ਾਅੱਲਾ ਸਾਲਾਨਾ ਪੂਰੇ ਪਿੰਡ ਦਾ ਜਿਵੇਂ ਹੁੰਦਾ ਇੱਕ ਉਰਸ ਦਾ ਲੰਗਰ, ਉਹ ਵੀ ਹੁੰਦਾ। ਹੁਣ ਉਹਦੀ ਬਹੁਤੀ ਤਫਸੀਲ ਤਾਂ ਮੈਨੂੰ ਨਹੀਂ ਪਤਾ ਬਾਬੂ ਜੀ, ਅਸੀਂ ਤਾਂ ਜਾ ਕੇ ਖਾਣ ਵਾਲਿਆਂ 'ਚ ਹੀ ਹੁੰਦੇ ਹਾਂ। ਅਤੇ ਬਾਕੀ ਤੁਸੀਂ ਦੱਸੋ ਵੀ ਉਹ ਕੀ ਹੈ। ਨਹੀਂ, ਉਹ ख्वाजा फ़खरुद्दीन देहलवी रहमतुल्लाह अलैह ਦਾ ਇਹ ਯੌਮ ਵਫਾਤ ਹੈ। ਉਸ ਦਿਨ 27 ਜਮਾਦੀ ਉਸਾਨੀ, 27 ਜਮਾਦੀ ਉਸਾਨੀ, ਹਾਂ, ਉਸ ਦਿਨ ਮਾਸ਼ਾ ਅੱਲਾ ਖ਼ਤਮ ਦਾ ਪ੍ਰੋਗਰਾਮ ਹੁੰਦਾ ਹੈ, ਮਹਿਫਿਲ ਸਮਾਅ ਵੀ ਹੁੰਦੀ ਹੈ ਅਤੇ ਕਾਫੀ ਲੋਕ, ਹਾਂ ਜੀ। ਅਤੇ ਇਹ ਸਿਲਸਿਲਾ ਸ਼ੁਰੂ ਹੈ, ਅੱਲਾਹ ਤਾਲਾ ਦਾ ਕਰਮ ਹੈ ਕਿ ਜਾਰੀ ਹੋ ਰਿਹਾ। ਦਾਦਾ ਜੀ ਤੋਂ ਮੈਨੂੰ ਮਿਲਿਆ ਸੀ ਇਹ ਔਰ ਉਸੇ ਤਰ੍ਹਾਂ ਚੱਲ ਰਿਹਾ ਹੈ। ਅੱਛਾ ਬਾਬੂ ਜੀ, ਕਈ ਵਾਰੀ ਮੈਨੂੰ ਇਹ ਖਿਆਲ ਆਇਆ ਕਿ ਤੁਸੀਂ ਅੱਗੇ ਕਿਸੇ ਨੂੰ ਜਾਨਸ਼ੀਨ ਬਣਾਇਆ ਆਪਦਾ ਇਸ ਸਿਲਸਿਲੇ ਨੂੰ ਚਲਾਉਣ ਵਾਸਤੇ। ਮੈਂ ਜੁਰਤ ਨਹੀਂ ਕਰ ਸਕੀ ਕਦੇ ਪੁੱਛਣ ਦੀ ਤੁਹਾਡੇ ਤੋਂ, ਅਤੇ ਅੱਜ ਚਲੋ ਹੁਣ ਮੈਨੂੰ ਇੱਥੇ ਮੌਕਾ ਮਿਲਿਆ ਤੁਹਾਡਾ ਇੰਟਰਵਿਊ ਕਰਨ ਦਾ, ਅਤੇ ਮੈਂ ਪੁੱਛਣਾ ਚਾਹੂੰਗੀ ਤੁਸੀਂ ਕੀ ਚਾਹੁੰਦੇ ਹੋ ਕਿ ਇਹ ਤੁਸੀਂ ਕਿਹਨੂੰ ਬਣਾਓ ਇਸ ਮਾਮਲੇ 'ਚ, ਇਸ ਸਿਲਸਿਲੇ ਦਾ ਜਾਨਸ਼ੀਨ। ਦੇਖੋ, ਇਹ ਅੱਲਾਹ ਤਾਲਾ ਨੂੰ ਮਨਜ਼ੂਰ ਹੈ, ਜਿਸ ਦੀ ਮੁਕੱਦਰ 'ਚ ਹੋਇਆ ਉਹ ਬਣੇਗਾ। ਮੇਰਾ ਇਸ ਸਿਲਸਿਲੇ 'ਚ ਨਜ਼ਰੀਆ ਇਹ ਹੈ ਕਿ ਆਪਣਾ ਆਪ ਸੁਧਾਰੋ, ਪਹਿਲੇ ਆਪਣੇ ਆਪ ਨੂੰ ਇਸ ਕਾਬਿਲ ਕਰੋ ਕਿ ਅੱਲਾਹ ਤਾਲਾ ਸਾਡੀ ਬਖਸ਼ਿਸ਼ ਕਰੇ। ਉਸ ਤੋਂ ਬਾਅਦ ਦੂਸਰਿਆਂ ਦੀ ਬਖਸ਼ਿਸ਼ ਦਾ ਜਾਂ ਉਹਨਾਂ ਦੇ ਅੰਜਾਮ ਦਾ ਸੋਚੋ। ਅਤੇ ਮੈਂ ਬਸ ਕੁਛ ਮੇਰੀ ਹੈ ਇਹ ਕਹਿ ਲਓ ਵੀ ਕਿਹਨੂੰ ਕਹਾਂਗੇ ਕਸਰ ਨਫਸੀ, ਕਿ ਮੈਂ ਇਸ ਕਾਬਿਲ ਨਹੀਂ ਆਪਣੇ ਆਪ ਨੂੰ ਸਮਝਿਆ ਕਿ ਮੈਂ ਕਿਸੇ ਨੂੰ ਮੁਰੀਦ ਕਰਾਂ ਜਾਂ ਕਿਸੇ ਨੂੰ ਇਸ ਰਸਤੇ 'ਤੇ ਲਾਵਾਂ। ਲੇਕਿਨ ਅਲਹਮਦੁਲਿਲਾ ਮੈਂ ਫਿਲਹਾਲ ਆਪਣੇ ਮਕਸਦ 'ਤੇ ਕਾਇਮ ਹਾਂ। ਇੱਕ ਹੋਰ ਗੱਲ ਜਿਹੜੀ ਮੈਨੂੰ ਬੜੀ ਮਹਿਸੂਸ ਹੁੰਦੀ ਹੈ,
ਮੈਂ ਇਹ ਵੀ ਬਾਬੂ ਜੀ ਜਾਣਨਾ ਚਾਹੁੰਦੀ ਹਾਂ ਤੁਹਾਡੇ ਤੋਂ ਕਿ ਤੁਸੀਂ ਆਪਣੇ ਬੇਟਿਆਂ ਚੋਂ ਹੀ ਕਿਸੇ ਨੂੰ ਦੇਣਾ ਚਾਹੋਗੇ ਕਿ ਕਿਸੇ ਬੇਟੀ ਨੂੰ ਵੀ ਦੇ ਸਕਦੇ ਹੋ? ਜੇ ਬਿਲ ਫਰਜ਼ ਮੈਂ ਕਹਾਂ ਕਿ ਮੈਂ ਇਹ ਸਾਦਤ ਹਾਸਲ ਕਰਨਾ ਚਾਹੁੰਦੀ ਹਾਂ ਤੇ ਤੁਸੀਂ ਇਜਾਜ਼ਤ ਦੇਵੋਗੇ ਮੈਨੂੰ? हाँ, ये तो कोई ऐसी बड़ी गल नहीं है। बहरहाल जिसनों इस काबिल देखा जाएगा उसे ਨੂੰ ये चीज़ मिलेगी। ਔਰ और फिर ਕਾਬਲੀਅਤ ਦਾ ਜਿਹੜਾ ਮਿਆਰ ਹੋਊਗਾ ਉਹਦੀ ਦੀਨਦਾਰੀ ਹੋਏਗੀ। दीनदारी बिल्कुल ये काम ही दीन दा है। तो ਕਿਉਂਕਿ ਦੀਨ ਦੀ ਖਿਦਮਤ ਹੈ, ਸਾਰਾ ਅੱਲਾਹ ਦੇ ਰਾਸਤੇ 'ਚ ਫੀ ਸਬੀਲਿਲ੍ਲਾਹ ਹੁੰਦਾ ਹੈ ਇਹ ਸਾਰਾ ਕੰਮ। ਕੋਈ ਇਹਦੇ ਵਿੱਚ ਐਸੀ ਚੀਜ਼ ਨਹੀਂ ਹੁੰਦੀ ਕਿ ਕਿਸੇ ਤੋਂ ਕੋਈ ਅੱਲਾਹ ਨਾ ਕਰੇ ਨਾਉਜ਼ ਬਿਲlah ਕੋਈ ਪ੍ਰੋਫਿਟੇਬਲ ਚੀਜ਼ ਹੈ ਜਾਂ ਕਿਤੇ ਕੋਈ ਖਜ਼ਾਨਾ ਰੱਖਿਆ ਜਾਂ ਕਿਤੇ ਕੋਈ ਗੱਲਾ ਰੱਖਿਆ, ਕੋਈ ਐਸੀ ਚੀਜ਼ ਨਹੀਂ ਹੈਗੀ। ਸਿਰਫ ਔਰ ਸਿਰਫ ਇਹ ਫੀ ਸਬੀਲਿਲ੍ਲਾਹ ਇੱਕ ਅੱਲਾਹ ਤਾਲਾ ਦੇ ਨਾਮ ਦਾ ਇੱਕ ਲੰਗਰ ਚੱਲਦਾ ਹੈ। कोई नजराना ਕੋਈ ਨਜ਼ਰਾਨਾ, ਕੋਈ ਫਿਦਿਆ, ਕੋਈ कोई ਹਦੀਆ, कोई ਕੁਛ हदिया ਨਹੀਂ ਹੁੰਦਾ कुछ ਇਹਦੇ नहीं 'ਚ। है। ਸਭ जो ਅੱਲਾਹ कुछ ਤਾਲਾ ਤੌਫੀਕ ਦਿੰਦਾ ਹੈ, ਜ਼ਾਤੀ ਹੁੰਦੀ ਹੈ ਮਾਸ਼ਾਅੱਲਾ। हाँ उन्हें ज़ाती हो उसका इस्तेमाल करते हैं जो कुछ भी हो सकता है। ਅੱਛਾ, ਹੁਣ ਆਪਾਂ ਥੋੜਾ ਜਿਹਾ ਆਪਣੇ ਟੌਪਿਕ ਤੋਂ ਹਟ ਗਏ ਆ। ਮੈਂ ਅਸਲ 'ਚ ਤਾਂ ਉਹ ਮਾਈਗ੍ਰੇਸ਼ਨ ਦੇ ਵੇਲਿਆਂ ਨੂੰ ਹੀ ਚਾਹੁੰਦੀ ਸੀ ਕਿ ਤੁਸੀਂ ਜ਼ਰਾ ਉਹਨਾਂ ਤੇ ਰੌਸ਼ਨੀ ਪਾਓ। ਮਾਈਗ੍ਰੇਸ਼ਨ ਦਾ ਵਕਤ ਜਿਹੜਾ ਸੀ, ਅੱਲਾ ਨਾ ਕਰੇ ਬਹੁਤ ਹੀ ਕਠਿਨ ਸੀ। ਇਹ ਅੱਲਾ ਦਾ ਸ਼ੁਕਰ ਹੈ ਕਿ ਰਿਆਸਤ ਜੀਂਦ ਜਿਹੜੀ ਸੀ ਇਹਦਾ ਰਾਜਾ ਨੇਕ ਬੰਦਾ ਸੀ। ਹੈ ਤਾਂ ਸਿੱਖ ਸੀ ਉਹ ਵੀ, ਲੇਕਿਨ ਨੇਕ ਸੀ। ਕੰਨਾਂ ਤੋਂ ਉਹ ਤਕਰੀਬਨ ਬਹਿਰਾ ਸੀ। ਉਸਨੇ ਵਜ਼ੀਰ ਆਪਣਾ ਬਣਾਇਆ ਹੋਇਆ ਸੀ ਮੁਸਲਮਾਨ, ਅਤੇ ਉਸਨੇ ਇਸ ਇਲਾਕੇ ਦੇ ਵਾਸਤੇ ਜੀ ਪਾਰਟੀਸ਼ਨ ਵੇਲੇ ਬੜਾ ਅੱਛੇ ਕੰਮ ਕੀਤੇ। ਅੰਗਰੇਜ਼ੀ ਫੌਜ ਬੁਲਾਈ, ਕਿਉਂਕਿ ਪੜੋਸ ਦੇ ਵਿੱਚ ਰਿਆਸਤ ਪਟਿਆਲਾ ਸੀ। ਰਿਆਸਤ ਪਟਿਆਲੇ ਦੇ ਵਿੱਚ ਬਹੁਤ ਖੂਨਰੇਜ਼ੀ ਹੋਈ ਸੀ। ਉਹ ਰਾਜਾ ਬਹੁਤ ਜ਼ਾਲਮ ਸੀ। ਉਸਨੇ ਆਪਦੀ ਫੌਜ ਸਾਰੀ ਜਿਹੜੀ ਸੀ ਮੁਸਲਮਾਨਾਂ ਦੇ ਕਤਲੇਆਮ 'ਤੇ ਲਾ ਦਿੱਤੀ ਸੀ। ਯਾਨੀ ਫੌਜ ਨੇ ਇਹ ਕੰਮ ਕੀਤਾ ਸੀ ਤਾਂ ਫੌਜ। ਹੁਣ ਤੱਕ ਇਹ ਸਮਝਦੇ ਰਹੇ ਆ ਕਿ ਲੋਕੀ ਆਪਸ ਵਿੱਚ ਭਿੜ ਪਏ ਨਾ, ਨਹੀਂ, ਤੇ ਲੋਕੀ ਆਵਾਮ ਹੀ ਆਪਸ ਵਿੱਚ ਭਿੜ ਪਈ। ਆਵਾਮ ਵੀ ਫਿਰ ਤਾਂ ਇਹ ਬਹੁਤ ਵੱਡਾ ਕੰਮ, ਬਹੁਤ ਵੱਡਾ ਜ਼ੁਲਮ ਸੀ। ਜਦੋਂ ਇਹੋ ਜਿਹੇ ਹਾਲਾਤ ਹੋ ਜਾਣ ਫਿਰ ਲੁੱਟ ਮਾਰ ਵੀ ਹੁੰਦੀ ਹੈ ਨਾ। ਸਿੱਖ ਲੋਕ ਜਿਹੜੇ ਉੱਥੇ ਸੀਗੇ ਉਹ ਸਾਰੇ ਸ਼ੁਰੂ ਹੋ ਗਏ ਲੁੱਟਣ ਨੂੰ ਮੁਸਲਮਾਨਾਂ ਨੂੰ, ਅਤੇ ਫਿਰ ਕਤਲੋ ਗਾਰਤ ਵੀ ਹੋਈ। ਔਰ ਹਾਲਾਤ ਇਹ ਬਣੇ ਹੋਏ ਸੀ ਉੱਥੇ ਕਿ ਮਾਵਾਂ ਆਪਣੇ ਬੱਚਿਆਂ ਨੂੰ ਜੇ ਜ਼ਰਾ ਕਰਵਾਉਂਦਾ ਸੀ ਉਹ ਸੁੱਟ ਕੇ ਓਏ ਹੋਏ ਚਲੀਆਂ ਜਾਂਦੀਆਂ ਸੀ, ਕਿਆਮਤ ਦਾ ਮੰਜ਼ਰ ਸੀ। ਇਹ ਤਾਂ ਕੋਈ ਕਿਆਮਤ ਦਾ ਮੰਜ਼ਰ ਸੀ। ਤਾਂ ਕਿ ਕੋਈ ਸੁਣ ਕੇ ਸਿੱਖ ਹਮਲਾ ਨਾ ਕਰ ਦੇ। ਔਰ ਫਿਰ ਹਾਲਤ ਇਹ ਸੀ, ਗੈਰਤਮੰਦ ਲੜਕੀਆਂ ਨੇ ਆਮ ਖੂਹਾਂ 'ਚ ਛਾਲਾਂ ਮਾਰ ਦਿੱਤੀਆਂ ਸੀ। ਆਪਣੀਆਂ ਇੱਜ਼ਤਾਂ ਬਚਾਉਣ ਵਾਸਤੇ ਖੂਹਾਂ 'ਚ ਛਲੰਗਾ ਮਾਰ ਦਿੱਤੀਆਂ। ਐਡਾ ਜ਼ਾਲਮ ਉੱਥੇ ਰਾਜ ਸੀ ਸਿੱਖ ਦਾ। ਹੁਣ ਸਿੱਖ ਸੁਣਨਗੇ, ਜ਼ਾਹਿਰ ਹੈ ਉਹਨਾਂ ਨੂੰ ਨਹੀਂ ਚੰਗਾ ਲੱਗਣਾ, ਲੇਕਿਨ ਇਹ ਜਿਹੜੀ ਇੱਕ ਤਾਰੀਖ ਬਣ ਚੁੱਕੀ ਹੈ, ਤਾਰੀਖ ਰਕਮ ਹੋ ਚੁੱਕੀ ਹੈ, ਉਹ ਤਾਂ ਹੁਣ ਨਹੀਂ ਮਿਟ ਸਕਦੀ। ਉਹ ਤਾਂ ਨਹੀਂ ਮਿਟਦਾ। ਮਾਸਟਰ ਤਾਰਾ ਸਿੰਘ ਸੀ ਸਿੱਖਾਂ ਦਾ ਲੀਡਰ। ਉਹਨੂੰ ਗਾਂਧੀ ਤੇ ਨਹਿਰੂ ਨੇ ਉਕਸਾਇਆ ਹੋਇਆ ਸੀ ਕਿ ਮੁਸਲਮਾਨ ਇੱਥੋਂ ਬਚ ਕੇ ਨਾ ਜਾਵੇ ਕੋਈ। ਅਤੇ ਉਹਨੇ ਫਿਰ ਇਹ ਆਪਣੇ ਜੱਥੇ ਬਣਾ ਦਿੱਤੇ ਸੀ ਮੁਖਤਲਿਫ ਸ਼ਹਿਰਾਂ ਵਾਸਤੇ, ਮੁਖਤਲਿਫ ਪਿੰਡਾਂ ਵਾਸਤੇ ਕਿ ਤੁਸੀਂ ਇੱਥੇ ਹਮਲਾ ਕਰਨਾ, ਤੁਸੀਂ ਇੱਧਰੋਂ ਕਰਨਾ, ਇੱਧਰੋਂ ਕਰਨਾ। ਇਸ ਨਾਲ ਬਹੁਤ ਜ਼ਿਆਦਾ ਜ਼ੁਲਮ ਹੋਇਆ ਸੀ। ਅਲਬੱਤਾ ਸਾਡਾ ਜਿਹੜਾ ਇਲਾਕਾ, ਚੂੰਕਿ ਰਾਜਾ ਨੇਕ ਸੀ, ਉਸਨੇ ਅੰਗਰੇਜ਼ੀ ਫੌਜ ਤਲਬ ਕੀਤੀ ਬ੍ਰਿਟਿਸ਼ ਆਰਮੀ ਤੋਂ। ਉਹਨਾਂ ਨੇ ਫਿਰ ਗੋਰਖਾ ਫੌਜ ਦਿੱਤੀ। ਇੱਕ ਕੈਂਪ ਬਣਾਇਆ ਗਿਆ ਸਾਡੇ ਪਿੰਡ 'ਚ, ਸਾਡੇ ਨਾਲ ਦੇ ਪਿੰਡ 'ਚ। ਉੱਥੇ ਆਲੇ ਦੁਆਲੇ ਬਾੜ ਬੜੀ ਕੰਡਿਆਂ ਦੀ ਲਾ ਕੇ, ਖੰਦਕ ਖੋਦ ਕੇ ਉਹਦੀ ਹਿਫਾਜ਼ਤ ਕੀਤੀ ਗਈ ਔਰ ਗੋਰਖਾ ਫੌਜ ਦੀ ਉੱਥੇ ਪਹਿਰਾ ਲਾਇਆ ਗਿਆ ਸੀ ਮੁਸਲਮਾਨਾਂ ਦੀ ਹਿਫਾਜ਼ਤ ਵਾਸਤੇ। ਮੁਸਲਮਾਨਾਂ ਦੇ ਸਾਥ। ਲੇਕਿਨ ਤਕਲੀਫਾਂ ਤਾਂ ਬਹੁਤ ਹੋਈਆਂ ਉੱਥੇ। ਅਨਾਜ ਦੀ ਕਮੀ ਹੋ ਗਈ, ਖਾਣ ਪੀਣ ਦੀ, ਬਾਹਰ ਨਿਕਲ ਨਹੀਂ ਸੀ ਸਕਦੇ। ਜਿਹੜਾ ਕੋਈ ਬਾਹਰ ਨਿਕਲ ਜਾਂਦਾ ਸੀ ਉਹਦੀ ਜਾਨ ਨੂੰ ਖਤਰਾ ਸੀ। ਫਿਰ ਉਹ ਗੋਰਖਾ ਫੌਜ ਉਹਦੀ ਜ਼ਿੰਮੇਵਾਰੀ ਨਹੀਂ ਸੀ ਲੈਂਦੀ। ਅਲਬੱਤਾ ਅੰਦਰ ਉਸ ਹਿਸਾਰ ਦੇ, ਉਸ ਕੈਂਪ ਦੇ ਅੰਦਰ ਉਹਨਾਂ ਨੇ ਬੜੀ ਹਿਫਾਜ਼ਤ ਰੱਖੀ ਸੀ। ਔਰ ਫਿਰ ਇੱਕ ਟ੍ਰੇਨ ਲੱਗੀ। ਟ੍ਰੇਨ ਦੀ ਹਾਲਤ ਇਹ ਸੀ ਬਈ ਉਹ ਸੰਗਰੂਰ ਤੋਂ ਚੱਲੀ, ਉਹਦੇ ਵਿੱਚ ਕਿਧਰੇ ਜਗ੍ਹਾ ਨਹੀਂ ਸੀ ਪੈਰ ਰੱਖਣ ਨੂੰ, ਇਤਨੀ ਦੁਨੀਆ ਉਹਦੇ 'ਚ ਸਵਾਰ ਹੋਈ। ਔਰ ਫਿਰ ਹਾਲਤ ਇਹ ਹੋ ਗਈ ਸੀ, ਸਤਲੁਜ ਦਾ ਪੁਲ ਆਇਆ ਰਾਹ 'ਚ, ਉਹ ਬੜਾ ਨੀਵਾਂ ਜਿਹਾ ਹੈ, ਜਿਹਨੂੰ ਕਹਿ ਲਈਏ ਵੀ ਜ਼ਿਆਦਾ ਉੱਚਾ ਨਹੀਂ ਹੈ।
ਉੱਪਰ ਵੀ ਲੋਕ ਬੈਠੇ ਸੀ, ਲੇਟੇ ਸੀ। ਹਾਲਾਂਕਿ ਐਲਾਨ ਵੀ ਹੋਇਆ ਕਿ ਇੱਥੋਂ ਬਈ ਕੋਈ ਸਿਰ ਨਾ ਚੁੱਕਿਓ, ਲੇਕਿਨ ਜਿਹੜੇ ਉੱਤੇ ਲੋਕ ਕੋਈ ਨਾ ਸਮਝ ਦੇਖਿਆ ਵੀ ਦੇਖੀਏ ਤਾਂ ਸਹੀ ਕੀ ਹੈ, ਜ਼ਰਾ ਕਿ ਸਿਰ ਚੁੱਕਿਆ ਉਹਦਾ ਸਿਰ ਕੱਟਦਾ ਸੀ ਤੇ ਥੱਲੇ ਆ ਪੈਂਦੇ ਸੀ। ਟ੍ਰੇਨ ਚੂੰਕਿ ਰਫ਼ਤਾਰ ਨਾਲ ਜਾ ਰਹੀ ਸੀ, ਕਈ ਤਾਂ ਫਿਰ ਕਈ ਡੱਬਿਆਂ ਤੱਕ ਬਹੁਤ ਗੱਲ ਗਈ ਹੋਣੀ। ਬਹੁਤ ਲੋਕ ਉੱਥੇ ਮਰੇ ਔਰ ਉਹਨਾਂ ਨੂੰ ਕੋਈ ਫਿਰ ਦਫਨਾ ਵੀ ਨਹੀਂ ਸਕੇ, ਉਸੇ ਹਾਲਤ 'ਚ ਹੀ ਛੱਡ ਕੇ ਟ੍ਰੇਨ ਆ ਗਈ ਸੀ ਅੱਗੇ। ਤੇ ਬੜੇ ਦੁਖਦਾਇਕ ਮੰਜ਼ਰ ਨੇ। ਟ੍ਰੇਨ ਨੂੰ ਚਲਾਉਣ ਦਾ ਮਕਸਦ ਜ਼ਿਆਦਾ ਇਹ ਸੀ ਵੀ ਕਿਧਰੋਂ ਰਾਹ 'ਚ ਨਾ ਹਮਲਾ ਹੋ ਜਾਏ, ਕਿਉਂਕਿ ਹਿਫਾਜ਼ਤ ਵਾਸਤੇ ਜਿਹੜੀ ਅੰਗਰੇਜ਼ ਫੌਜ ਸੀ ਉਹ ਬਹੁਤ ਥੋੜ੍ਹੀ ਸੀ। ਸਿੱਖਾਂ ਦਾ ਖਤਰਾ ਸੀ ਕਿ ਕੋਈ ਜ਼ਿਆਦਾ ਤਾਦਾਦ 'ਚ ਆ ਕੇ ਟ੍ਰੇਨ ਨੂੰ ਹੀ ਨਾ ਲੁੱਟ ਲੈਣ, ਇਸ ਵਾਸਤੇ ਉਸ ਨੂੰ ਰੋਕਿਆ ਵੀ ਘੱਟ ਜਾਂਦਾ ਸੀ। ਹਾਲਾਤ ਬੜੇ ਦਿਲ ਖਰਾਸ਼ ਨੇ। ਹੁਣ ਵੀ ਯਾਦ ਆ ਕੇ ਰੋਣ ਆ ਜਾਂਦਾ ਹੈ। ਤੁਹਾਡਾ ਉਹ ਵੇਲਾ ਤੁਸੀਂ ਜਿਵੇਂ ਯਾਦ ਕਰਦੇ ਹੋ, ਤੁਹਾਡੇ ਚਿਹਰੇ ਤੇ ਉਹਦਾ ਦੁੱਖ, ਉਹਦਾ ਦਰਦ ਅੱਜ ਵੀ ਨਜ਼ਰ ਆਉਂਦਾ ਹੈ। ਤੇ ਦੇਖਣ ਵਾਲੇ, ਦਿਲ ਵਾਲੇ ਲੋਕ ਸੋਚ ਸਕਦੇ ਨੇ, ਸਮਝ ਸਕਦੇ ਨੇ ਕਿ ਉਸ ਵੇਲੇ ਇਹ ਤਕਲੀਫ ਕਿੰਨੀ ਹੋਣੀ ਹੈ ਜਦੋਂ ਇਸ ਤਕਲੀਫ ਦਾ ਸਾਹਮਣਾ ਹੋਊਗਾ ਉਸ ਆਵਾਮ ਨੂੰ, ਉਹਨਾਂ ਲੋਕਾਂ ਨੂੰ ਜਿਹੜੇ ਇਹਨਾਂ ਹਾਲਾਤ 'ਚੋਂ ਗੁਜ਼ਰੇ ਨੇ। ਫਿਰ ਟ੍ਰੇਨ ਦੇ ਵਿੱਚ ਤਾਂ ਫਿਰ ਹੋਰ ਵੀ ਸੁਣੇ ਨੇ ਬਹੁਤ ਹੀ ਜ਼ਿਆਦਾ ਦੁਖਦਾਇਕ ਮਸਾਇਲ ਪੇਸ਼ ਆਏ, ਬਹੁਤ ਜ਼ਿਆਦਾ, ਬੜੇ ਜ਼ੁਲਮ ਹੋਏ ਨੇ। ਬਹੁਤ ਜ਼ਿਆਦਾ। ਔਰ ਕੁਛ ਕੁਦਰਤੀ ਹੈ ਮਸਲਾ। ਉਹ ਸਾਲ ਕੁਝ ਸਮਾਂ ਜਿਹਨੂੰ ਕਹਿ ਦਿੰਦੇ ਹਾਂ ਵੀ ਬਹੁਤ ਅੱਛਾ ਲੱਗਿਆ ਸੀ, ਬੜੀਆਂ ਫਸਲਾਂ ਸੀ ਸਾਡੇ ਇਲਾਕੇ ਦੀਆਂ, ਲੇਕਿਨ ਕਿਸਮਤ 'ਚ ਨਹੀਂ ਸੀ, ਨਸੀਬਾਂ 'ਚ ਨਹੀਂ ਹੋਈ, ਛੱਡ ਕੇ ਆ ਗਏ ਛੱਡ ਕੇ ਉਸੇ ਆ ਤਰ੍ਹਾਂ। ਗਏ ਨੇ। ਪਰ ਅੱਲਾ ਦਾ ਸ਼ੁਕਰ ਹੈ ਇੱਧਰ ਆ ਕੇ ਸੈਟਲ ਹੋਏ। ਇੱਧਰ ਵੀ ਬੜੀਆਂ ਪਰੇਸ਼ਾਨੀਆਂ ਆਈਆਂ। ਖਾਨੇਵਾਲ ਆ ਕੇ ਟ੍ਰੇਨ ਲੱਗੀ ਸਾਡੀ, ਉਤਰੇ, ਉੱਥੇ ਬੈਠੇ ਰਹੇ। ਹੁਣ ਖਾਣ ਪੀਣ ਨੂੰ ਕੋਈ ਸ਼ੈ ਨਾ ਹੋਵੇ। ਫਿਰ ਕਾਫੀ ਦਿਨ ਉੱਥੇ ਗੁਜ਼ਾਰੇ ਟਿੱਬਿਆਂ 'ਚ ਹੀ। ਫਿਰ ਕਾਰਖਾਨਾ ਸੀ ਫੁੱਟੀ ਦਾ, ਇਹਦੇ ਵਿੱਚ ਆ ਕੇ ਬੈਠੇ। ਉੱਥੇ ਵੀ ਹਾਲਾਤ ਉਵੇਂ ਹੀ ਸੀਗੇ। ਅਤੇ ਬਿਲ ਆਖਰ ਫਿਰ ਜ਼ਮੀਨ ਸਾਨੂੰ ਅਲਾਟ ਹੋਈ 12 ਚੱਕ। ਉਹ ਬਾਬ ਜੀ ਜਿਹੜੀ ਤੁਸੀਂ ਪਹਿਲਾਂ ਸਰਾਏ ਸੱਧੂ ਵਾਲੀ ਗੱਲ ਦੱਸਦੇ ਸੀ, ਉਹਦਾ ਥੋੜਾ ਜਿਹਾ ਜ਼ਿਕਰ। ਹਾਂ, ਪਹਿਲੇ ਸਾਨੂੰ ਅਲਾਟ ਤਹਿਸੀਲਦਾਰ ਨੇ ਹੁਕਮ ਦਿੱਤਾ ਵੀ ਤੁਸੀਂ ਸਰਾਏ ਸਿੱਧੂ ਜਾ ਕੇ ਬਸ ਜਾਓ, ਉੱਥੇ ਫਾਰਗ ਹੈ ਹਾਲੇ ਜ਼ਮੀਨਾਂ ਅਤੇ ਮਕਾਨ। ਲੇਕਿਨ ਉੱਥੇ ਗਏ, ਉੱਥੇ ਕੁਛ ਹਾਲਾਤ ਐਸੇ ਸੀ, ਪਤਾ ਲੱਗਿਆ ਸੀ ਵੀ ਇੱਥੇ ਮੁਸਲਮਾਨਾਂ ਨੇ ਵੀ ਕਤਲ ਗਾਰਤ ਕੀਤੀ ਹੋਈ ਸੀ। ਲਾਸ਼ਾਂ ਉੱਥੇ ਪਈਆਂ ਸੀਗੀਆਂ, ਲੁੱਟ ਮਾਰ ਹੋਈ ਸੀ। ਯਾਨੀ ਦਿਲ ਹੀ ਨਹੀਂ ਮੰਨਿਆ ਫਿਰ ਉਸ ਜਗ੍ਹਾ ਤੇ ਹਾਂ, ਬੈਠਣ ਫਿਰ ਨੂੰ, ਉਸ ਜਗ੍ਹਾ ਤੇ ਹੋਇਆ ਸੀ, ਚਾਹੇ ਉੱਥੇ ਮੁਸਲਮਾਨਾਂ ਰਹਿਣ ਨੇ ਨੂੰ ਕੀਤਾ, ਚਾਹੇ ਦਿਲ ਸਿੱਖਾਂ ਨੇ ਕੀਤਾ। ਵਾਪਸ ਫਿਰ ਖਾਨੇਵਾਲ ਹੀ ਆ ਗਏ। ਉੱਥੋਂ ਫਿਰ ਇਹ ਚੱਕ 11 ਚੱਕ ਅਲਾਟ ਹੋਇਆ, ਲੇਕਿਨ 11 'ਚ ਕੋਈ ਆਬਾਦੀ ਦੀ ਨਹੀਂ ਸੀ ਜਗ੍ਹਾ। 12 'ਚ ਅਸੀਂ ਸੈਟਲ ਹੋਏ ਆਪਣੇ ਆਪ। ਉਹ ਛੋਟੇ ਮੋਟੇ ਝੁੱਗੀਆਂ ਜਿਹੀਆਂ ਬਣਾ ਕੇ ਬੈਠ ਗਏ। ਅਤੇ ਫੀ ਬੰਦਾ ਇੱਕ ਕਿੱਲਾ ਜਿਹੜਾ ਸੀ ਨਾ ਉਹ ਅਲਾਟ ਹੋਇਆ, ਲੇਕਿਨ ਉਹਦੇ 'ਤੇ ਕਾਬਜ਼ ਮਕਾਮੀ ਲੋਕ ਸੀ। ਉਹਨਾਂ ਨੇ ਕਬਜ਼ਾ ਨਾ ਦਿੱਤਾ ਅਤੇ ਉਹ ਥੋੜ੍ਹੀ ਬਹੁਤੀ ਬਟਾਈ ਦੇ ਤੌਰ 'ਤੇ ਕੋਈ ਖਾਣ ਦੇ ਦਾਣੇ ਦੂਣੇ ਪਟਵਾਰੀ ਦਿਲਵਾ ਦਿੰਦਾ ਸੀ। ਉਸ ਤੋਂ ਬਾਅਦ ਫਿਰ ਇਹ ਸੈਟਲਮੈਂਟ ਬਣਿਆ, ਸਾਰਾ ਕੁਛ ਹੋਇਆ, ਕਲੇਮ ਹੋਏ, ਫਿਰ ਸਾਨੂੰ ਆਪਣੇ ਰਕਬੇ ਜਿਹੜੇ ਨੇ ਇੱਥੇ ਮਿਲੇ। ਅੱਛਾ ਬਾਬੂ ਜੀ, ਜਿੰਨਾ ਰਕਬਾ ਉੱਧਰ ਸੀ ਆਪਣੇ ਪੜਦਾਦੇ ਦਾ, ਉਨਾ ਹੀ ਇੱਧਰ ਮਿਲ ਗਿਆ ਜਾਂ ਕੋਈ ਕਮੀ ਬੇਸ਼ੀ ਹੋਈ? ਨਹੀਂ, ਉਹ ਠੀਕ ਮਿਲ ਗਿਆ ਸੀ। ਅੱਛਾ। ਉਹਦੀ ਵਜ੍ਹਾ ਇਹ ਸੀ, ਯੂਨਿਟ ਬਣੇ ਸੀ ਇੰਡੀਆ ਦੀ ਜਿਹੜੀ ਅੱਛੀ ਜ਼ਮੀਨ ਸੀ ਇਸ ਤਰ੍ਹਾਂ ਦੋਹਰੇ ਪਾਣੀ ਵਾਲੀ, ਉਹਦੇ ਯੂਨਿਟ 55 ਬਣੇ, ਅਤੇ ਜਿਹੜੀਆਂ ਨਾਕਸ ਸੀ, ਬੰਜਰ ਸੀ, ਉਹਨਾਂ ਦੇ 11-12 ਬਣੇ। ਆਪਣੀ ਜ਼ਮੀਨ ਉਧਰ ਚੰਗੀ ਸੀ? ਆਪਣੀ ਅੱਛੇ ਸ਼ੁਮਾਰ ਹੋਈ ਸੀ। 55 ਯੂਨਿਟਾਂ ਹਾਂ, ਇੱਧਰ ਫਿਰ ਉਹਦੇ ਮੁਤਾਬਕ 52 ਯੂਨਿਟਾਂ 'ਚ ਆਪਾਂ ਨੂੰ ਇੱਥੇ ਅਲਾਟ ਹੋ ਗਈ ਸੀ। ਆਪਣੀ ਜ਼ਮੀਨ ਤਾਂ ਮਾਸ਼ਾਅੱਲਾ ਹੁਣ ਵੀ ਬਹੁਤ ਸੋਹਣੀ ਤੇ ਬੜੀ ਕੀਮਤੀ। ਹਾਂ, ਅਲਹਮਦੁਲਿਲਾ, ਬਹੁਤ ਜ਼ਰਖੇਜ਼ ਹੈ, ਬਹੁਤ ਇਲਾਕਾ ਠੀਕ ਹੈ। ਇੱਧਰ ਆ ਕੇ ਫਿਰ ਮਸਲਾ ਬਣਿਆ ਤਾਲੀਮ ਵਾਲਾ, ਕਿਉਂਕਿ ਉੱਧਰ ਹਿੰਦੁਸਤਾਨ 'ਚ ਤਾਂ ਸੰਗਰੂਰ ਸ਼ਹਿਰ ਦੂਰ ਸੀ, ਉੱਥੇ ਆਉਣ ਜਾਣ ਦੇ ਵਸਾਇਲ ਨਹੀਂ ਸੀ, ਬਹੁਤ ਕੰਮ। ਚੰਦ ਲੋਕ ਜਿਹੜੇ ਸੀ ਉਹ ਜਾ ਕੇ ਪੜ੍ਹ ਸਕੇ ਸੀ ਪੂਰੇ ਗਾਂਵ 'ਚੋਂ।
लेकिन इधर आके फिर अल्लाह का शुक्र है शौक होया। फिर भी 2 मील के उत्ते 12 ਚੱਕ सी, उत्थे प्राइमरी स्कूल सी। उत्थे मैं और मेरे बड़े भाई असीं दाखला लिया, प्राइमरी उत्थों ਬਾਬੂ कीती। ਜੀ ਤੁਸੀਂ ਤਾਇਆ ਜੀ ਦਾ ਵੀ ਜ਼ਿਕਰ ਕਰੋ। ਹੋ ਸਕਦਾ ਹੈ ਹਿੰਦੁਸਤਾਨ 'ਚ ਜਿਹੜੇ ਤੁਹਾਡੇ ਰਿਸ਼ਤੇਦਾਰ ਨੇ ਉਹ ਦੇਖਣ ਤੋਂ ਪਹਿਚਾਨ ਲੈਣ। ਤੁਸੀਂ ਪਹਿਲਾਂ ਤਾਂ ਸਾਡੇ ਦਾਦਾ ਦਾਦੀ ਦਾ ਵੀ ਨਾਮ ਦੱਸੋ। ਦਾਦਾ ਜੀ ਦਾ ਕੀ ਨਾਮ ਸੀ? दादा का नाम सूबा, ਅੱਛਾ और अपनी दीनदारी की वजह नाल वो सूबे शाह ही मशहूर सीगे। दादी का नाम मुकाबर सी, वो भी माशाअल्लाह बहुत ਪਰਹੇਜ਼ਗਾਰ ਸਾਥ। परहेजगार सी। ਜਿਹੜਾ मैं अगे जिक्र किया मेरा ताया ऊँठ दे कट्टण नाल फौत होया, ਉਹਦੀ औलाद चों एक मेरा कज़न इत्थे है साडे नाल है, ते ਤਾਇਆ ਅਬਦੁਲ ਅਜ਼ੀਜ਼। दो भाई वो इंडिया च ही ने, रियासत मलेरकोटला हुण रियासत का नहीं है, तहसील है। और दलेलगढ़ मौजा है, उस मौजे च हाले भी उधर बैठे ने। ਉਹਨਾਂ ਦੇ ਨਾਮ ਬਾਬੂ ਜੀ ਦੱਸੋ ਉਹਨਾਂ ਜ਼ਰਾ ਦਾ- ਤਾਂ ਕਿ ਅਗਰ ਉਹ ਸੁਣਨ ਤਾਂ ਉਹਨਾਂ ਨੂੰ। ਇੱਥੇ ਜਿਹੜਾ ਭਾਈ ਕਜ਼ਨ ਮੇਰਾ ਹੈ ਉਹਦਾ ਨਾਂ ਹਾਜੀ ਅਬਦੁਲ ਅਜ਼ੀਜ਼, ਤੇ ਉਧਰ ਜਿਹੜੇ ਨੇ ਉਹ ਹੁਸੈਨ ਅਲੀ ਔਰ ਮੁਹੰਮਦ ਸ਼ਫੀ, ਉਹ ਵੀ ਮਾਸ਼ਾਅੱਲਾ ਜਮਾਤ ਦੇ ਨਾਲ ਚੱਲਦੇ ਨੇ, ਤਬਲੀਗ ਦਾ ਕੰਮ ਕਰਦੇ ਨੇ। ਮਾਸ਼ਾਅੱਲਾ ਦੀਨਦਾਰ ਲੋਕ ਨੇ। ਅਸਲ 'ਚ ਤਾਂ ਬੁਨਿਆਦੀ ਤੌਰ ਤੇ ਹੀ ਖਾਨਦਾਨ ਹੈ ਨਾ ਜਿਹੜਾ ਮਾਸ਼ਾਅੱਲਾ ਅੱਲਾਹ ਤਾਲਾ ਦੇ ਬਿਹਤਰ ਉਹਨਾਂ ਨੇ ਸੈਟਅਪ ਕੀਤਾ ਹੋਇਆ ਹੈ, ਆਪਦੇ ਰਕਬੇ ਕੁਛ ਬਣਾ ਲਏ ਨੇ, ਕੋਈ ਦੁਕਾਨਦਾਰੀਆਂ, ਕੋਈ ਮਜ਼ਦੂਰੀਆਂ, ਜਿਸ ਤਰ੍ਹਾਂ ਵੀ ਹਾਲਾਤ ਨੇ ਠੀਕ ਹੋ ਬੈਠੇ ਨੇ। ਆਣ ਜਾਣ ਹੈ ਸਾਡਾ ਉਧਰ। ਹੁਣ ਤਾਂ ਜ਼ਰਾ ਜ਼ਿਆਦਾ ਹਾਲਾਤ ਖਰਾਬ ਹੋਏ ਹੋਏ ਨੇ, ਨਹੀਂ ਆਏਗਾ ਪਹਿਲਾਂ ਤਾਂ। ਸਾਡੇ ਬਚਪਨ 'ਚ ਅਸੀਂ ਦੇਖਦੇ ਹੁੰਦੇ ਸੀ, ਉਹ ਆਉਂਦੇ ਹੁੰਦੇ ਸੀ, ਹਾਂ ਪਹਿਲੇ ਆਉਂਦੇ ਹੁੰਦੇ ਸੀ ਉੱਥੋਂ ਚਾਚੇ ਆਉਂਦੇ ਹੋਣੀ ਤੇ ਜਾਂਦੇ ਰਹੇ। ਕੁਕੀਆਂ ਵੀ ਇੱਕ ਦੋ ਵਾਰੀ ਆਈਆਂ ਸੀ। ਉਹ ਹਾਂ। ਕੁਕੀਆਂ ਦੇ ਕੀ ਨਾਮ ਨੇ, ਕੋਈ ਯਾਦ ਨੇ? ਕੋਈ ਉਹ ਹਾਂ ਇਹਨਾਂ ਦੀ ਭੈਣ ਜਾਨੋ ਸੀ। ਅੱਛਾ ਜਾਨੋ ਦਾ ਨਾਮ ਜ਼ੈਨਬ ਹੋਊਗਾ। ਹਾਂ ਜ਼ੈਨਬ ਹੋਊਗਾ, ਜਾਨੋ ਹੀ ਕਹਿੰਦੇ ਸੀ। ਜਾਨੋ ਸੀ। ਉਹ ਤੱਖਰ ਮੌਜ਼ਾ ਸੀ, ਤੱਖਰ ਦੇ ਵਿੱਚ ਉਹਦੀ ਸ਼ਾਦੀ ਸੀ, ਉੱਥੇ ਰਹਿੰਦੇ ਸੀਗੇ। ਹੁਣੇ ਮਲੇਰਕੋਟਲੇ ਦੇ ਲੋਕ ਜਿਹੜੇ ਵੀ ਦੇਖਣ ਵਾਲੇ ਹੋਣ, ਉਹ ਕੋਸ਼ਿਸ਼ ਕਰਨ ਕਿ ਮੇਰਾ ਤਾਂ ਚਾਚਾ ਲੱਗਿਆ, ਮੇਰੇ ਵਾਲੇ ਸਾਹਿਬ ਦੇ ਭਾਈ ਨੇ, ਕਜ਼ਨ ਨੇ, ਸਕੇ ਚਾਚੇ ਦੀ ਔਲਾਦ ਨੇ, ਸ਼ਫੀ ਤੇ ਮੁਹੰਮਦ ਹੁਸੈਨ। ਹਾਂ ਅਗਰ ਉਹਨਾਂ ਅਲੀ ਤੱਕ ਇਹ ਵੀਡੀਓ ਪਹੁੰਚ ਜਾਂਦੀ ਹੈ ਤੇ ਉਹ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਣ। ਮੈਂ ਆਪਣੇ ਵਾਲੇ ਸਾਹਿਬ ਨੂੰ ਦੱਸਾਂਗੀ। ਸਾਨੂੰ ਬੜੀ ਖੁਸ਼ੀ ਹੋਏਗੀ ਕਿ ਇਸ ਵੀਡੀਓ ਦੇ ਜ਼ਰੀਏ ਅਗਰ ਸਾਡੇ ਇਹ ਸਰਹੱਦਾਂ ਦੀ ਜਿਹੜੀ ਦੂਰੀ ਹੈ ਉਹ ਘੱਟ ਹੋ ਜਾਂਦੀ ਹੈ ਔਰ ਮੁਲਾਕਾਤ ਹੋ ਜਾਂਦੀ ਹੈ, ਫਿਰ ਤੇ ਇੱਕ ਸਿਲਸਿਲਾ ਸ਼ੁਰੂ ਹੋ ਜਾਊਗਾ ਇਨਸ਼ਾਅੱਲਾ। ਤੇ ਅਗਰ ਕੋਈ ਹੋਰ ਵੀ ਦੇਖਦਾ ਤੇ ਜ਼ਰੂਰ ਉਹਨਾਂ ਤੱਕ, ਉਸ ਇਲਾਕਿਆਂ ਤੱਕ ਇਸ ਵੀਡੀਓ ਨੂੰ ਪਹੁੰਚਾਉਣ ਦੀ ਕੋਸ਼ਿਸ਼ ਉਹਦੀ ਕਰੀਏ। ਮੈਂ ਰੀਜ਼ਨ ਦੱਸਾਂ ਵੀ ਇਹ ਵਜ੍ਹਾ ਕੀ ਸਾਡੀ ਅਲਹਿਦਗੀ ਦੀ ਹੋਈ। ਸਾਡੀ ਮੇਰੀ ਤਾਈ ਜਿਹੜੀ ਸੀ ਨਾ, ਉਹ ਦਲੇਲਗੜ੍ਹ ਦੀ ਸੀ। ਜਦੋਂ ਪਾਰਟੀਸ਼ਨ ਹੋਣ ਲੱਗੀ ਉਸ ਵੇਲੇ ਇਹ 2 ਛੋਟੇ ਸੀ ਜਿਹੜੇ ਮੇਰੇ ਕਜ਼ਨ ਨੇ, ਤੇ ਬੜਾ ਸੀ ਇਹ ਸਾਡੇ ਨਾਲ ਆ ਗਿਆ ਇੱਧਰ। ਉਹ 2 ਛੋਟੇ ਜਿਹੜੇ ਸੀ ਆਪਦੀ ਅੰਮੀ ਦੇ ਨਾਲ ਉਹ ਉਧਰ ਰਹਿ ਚਲੇ ਗਏ, ਦਲੇਲਗੜ੍ਹ ਚਲੇ ਗਏ। ਉਹ ਦਲੇਰਗੜ੍ਹ ਚੰਗੀ ਰਿਆਸਤ ਸੀ, ਕੋਈ ਚੰਗੀ ਜਗ੍ਹਾ ਸੀ। ਹਾਂ ਮਲੇਰਕੋਟਲਾ ਰਿਆਸਤ ਸੀ ਨਾ ਇਹ ਉਸ ਵੇਲੇ, ਔਰ ਮੁਸਲਮਾਨ ਰਾਜਾ ਸੀ। ਅੱਛਾ ਬੜਾ ਯਾਨੀ ਅੱਛਾ। ਉੱਥੇ ਉਹਨਾਂ ਨੂੰ ਪਨਾਹ ਮਿਲ ਗਈ। ਹਾਂ ਉੱਥੇ ਉਹਦੇ ਵਿੱਚ ਕੋਈ ਨੁਕਸਾਨ ਨਹੀਂ ਸੀ ਹੋਇਆ ਉਹ ਉੱਥੇ। ਆਪਣੇ ਨਾਨਕਿਆਂ ਦੇ ਚਲੇ ਗਏ ਫਿਰ ਇਹ। ਹਾਂ ਨਾਨਕਿਆਂ ਕੋਲ ਹੀ ਰਹੇ। ਫਿਰ ਬਾਅਦ ਦੇ ਵਿੱਚ ਚੂੰਕਿ ਆਉਣ ਜਾਣ ਹੋਇਆ, ਪਰਮਿਟ 'ਤੇ ਆਉਂਦੇ ਜਾਂਦੇ ਤਾਂ ਰਹੇ, ਲੇਕਿਨ ਮੁਸ਼ਕਿਲ ਨਹੀਂ ਆ ਸਕੇ ਉਹ। ਮੁਸ਼ਕਿਲ ਨਹੀਂ ਆ ਸਕੇ, ਉਹ ਉੱਧਰ ਹੀ ਰਹੇ। ਇੱਧਰ ਆ ਕੇ ਫਿਰ ਸਕੂਲ 'ਚ ਦਾਖਲ ਹੋਇਆ। ਹਾਲਾਤ ਬੜੇ ਨਾਜ਼ੁਕ ਸੀ ਕਿ ਜ਼ਮੀਨਾਂ ਦੇ ਕਬਜ਼ੇ ਨਹੀਂ ਸੀ ਮਿਲੇ, ਤੇ ਅੱਗੇ ਤਾਲੀਮ ਜ਼ਿਆਦਾ ਨਾ ਚੱਲ ਸਕੀ। 12 ਚੱਕ ਦੇ ਪ੍ਰਾਇਮਰੀ ਸਕੂਲ 'ਚੋਂ ਪ੍ਰਾਇਮਰੀ ਕੀਤਾ, ਫਿਰ ਖਾਨੇਵਾਲ ਪੈਦਲ ਤਕਰੀਬਨ ਆ ਕੇ 7-8 ਮੀਲ 'ਤੇ ਪੜ੍ਹੇ। 1958 'ਚ ਮੈਨੇ ਮੈਟ੍ਰਿਕ ਕੀਤਾ। ਮੇਰੇ ਭਾਈ ਨੇ, ਉਹਨਾਂ ਦਾ ਨਾਂ ਗੁਲਜ਼ਾਰ ਮੁਹੰਮਦ ਹੈ, ਉਹਨਾਂ ਨੇ 57 'ਚ ਮੈਟ੍ਰਿਕ ਕੀਤਾ ਸੀ। ਉਸ ਤੋਂ ਬਾਅਦ ਸਰਵਿਸ ਦਾ ਚੱਕਰ ਸੀ, ਰੋਜ਼ੀ ਦਾ ਮਸਲਾ ਸੀ। ਫਿਰ ਨਹੀਂ, ਮੈਂ ਜ਼ਿਮੀਂਦਾਰੇ 'ਚ ਵੀ ਆਪਣੇ ਵਾਲਿਦ ਸਾਹਿਬ ਦੀ ਮਦਦ ਕਰਦਾ, ਹਲ ਵੀ ਮੈਂ ਚਲਾਏ, ਫੜੇ, ਗਾਹ ਵੀ ਗਾਏ, ਹਰ ਤਰ੍ਹਾਂ ਦਾ ਮਵੇਸ਼ੀਆਂ ਦਾ ਕੰਮ ਵੀ ਸੰਭਾਲਿਆ। ਤੇ ਫਿਰ ਸਰਵਿਸ ਮੇਰੀ ਟੀਚਿੰਗ ਮਿਲੀ। ਸਰਵਿਸ ਦੇ ਦੌਰਾਨ ਵੀ ਮੈਂ ਇਹ ਸਾਰੇ ਕੰਮ
ਕਰਦਾ ਰਿਹਾ ਔਰ ਨਾਲ ਆਪਣੀ ਤਾਲੀਮ ਜਾਰੀ ਰੱਖੀ। ਅਲਹਮਦੁਲਿਲਾ ਮੈਂ ਪ੍ਰਾਈਵੇਟ FA ਦਿੱਤਾ ਤਾਂ ਮੇਰਾ ਸਕਾਲਰਸ਼ਿਪ ਬਣਿਆ, ਲੇਕਿਨ ਚूँकि मैं रेगुलर दाखिल नहीं सी तो वो तो कोई फ़ायदा नहीं सी उठा सकिया। इस तरह फिर BA कर लिया, B.Ed कर लिया। अल्लाह का शुक्र है मैनू SST का ग्रेड मिलिया और फिर बिल आखिर मेरी प्रमोशन हुई। MA ਕਦੋਂ ਕੀਤਾ ਇਹ ਫਿਰ ਇਹ ਪ੍ਰੋਮੋਸ਼ਨ ਤੋਂ ਬਾਅਦ ਕੀਤਾ ਕਿ ਪਹਿਲਾਂ? नहीं, प्रमोशन तो पहले ही मैंने सन 70 ਦੇ ਵਿੱਚ ਯਾਨੀ ਉਦੋਂ ਹਲੇ ਇਹ ਬਹਾਉਦੀਨ ਜ਼ਿਕਰੀਆ ਯੂਨੀਵਰਸਿਟੀ ਵੀ नहीं कुछ नहीं, सब कुछ लाहौर है। ਯੂਨੀਵਰਸਿਟੀ ਚੋਂ ਪੜਿਆ ਹੈ। यानी FA भी लाहौर बोर्ड चों, ਅੱਛਾ BA ਵੀ BA भी ਤੇ MA भी पंजाब यूनिवर्सिटी चों ਕੀਤਾ ਸੀ 1970 ਦੇ ਵਿੱਚ। ਉਸ ਤੋਂ ਬਾਅਦ ਫਿਰ सन 75 ਚ SST, ਉਸ ਤੋਂ ਬਾਅਦ ਇਹ ਫਿਰ सन 98 97 ਦੇ ਆਖਰ ਚ ਹੈਡਮਾਸਟਰੀ ਦਾ ਨੋਟੀਫਿਕੇਸ਼ਨ ਹੋ ਗਿਆ 17 ਦਾ। ਉਸ ਤੋਂ ਬਾਅਦ 18 ਵੀ ਮਿਲਿਆ, ਅੱਲਾ ਦਾ ਸ਼ੁਕਰ ਹੈ ਮੈਂ ਹੁਣ 18 ਚੋਂ ਰਿਟਾਇਰ ਹੋਇਆ। ਅੱਲਾਹ ਤਾਲਾ ਨੇ ਬੜੀ ਇੱਜ਼ਤ ਦਿੱਤੀ, ਬੜੀ ਮਿਹਨਤ ਔਰ ਬੜੀ ਕਾਬਸ਼ਾਂ ਦੇ ਨਾਲ ਜ਼ਿੰਦਗੀ ਗੁਜ਼ਾਰੀ ਮਾਸ਼ਾਅੱਲਾ। ਅੱਛਾ, ਉਹ ਤੁਸੀਂ ਬਾਬੂ ਜੀ ਇੱਕ ਅਕਸਰ ਗੱਲ ਕਰਦੇ ਹੁੰਦੇ ਹੋ, ਤੁਹਾਡੀ ਤਾਂ ਚਾਚੀ ਹੋਈ ਸਾਡੀ ਦਾਦੀ ਬਾਬਾ ਗੁਲਾਮ ਅਹਿਮਦ ਮਾਸ਼ਾਅੱਲਾ, ਬੜੀ ਇੱਕ ਸ਼ਖਸੀਅਤ ਉਹਨਾਂ ਦੀ ਵੀ, ਕੁਝ ਥੋੜਾ ਜਿਹਾ ਉਹਨਾਂ ਤੇ ਵੀ ਰੋਸ਼ਨੀ ਪਾਓ ਬਾਬਾ ਗੁਲਾਮ ਅਹਿਮਦ ਤੇ ਉਹਨਾਂ ਦੀ ਉਹ ਬਹੁਤ ਸਾਬਰ ਲੋਕ, ਉਹਨਾਂ ਨੂੰ ਬਹੁਤ ਸਾਬਰ ਪਾਇਆ। ਉਹਨਾਂ ਦੇ ਨਰੀਨਾ ਔਲਾਦ ਇੱਕ ਤਾਂ ਮੇਰੇ ਹਾਣ ਦਾ ਬੇਟਾ ਹੋਇਆ ਸੀ, ਉਹ ਤਾਂ ਇੰਡੀਆ 'ਚ ਹੀ ਫੌਤ ਹੋ ਗਿਆ ਸੀ। ਅੱਛਾ ਅੱਛਾ, ਉਹ ਉਧਰ ਸੀ, ਉਹ ਉੱਧਰ ਹੀ ਫੌਤ ਹੋ ਗਿਆ ਸੀ। ਫਿਰ ਬੇਟੀਆਂ 4 ਹੋਈਆਂ। ਉਸ ਤੋਂ ਬਾਅਦ ਅੱਲਾ ਨੇ ਇੱਕ ਬੇਟਾ ਦਿੱਤਾ, ਲੇਕਿਨ ਉਹ ਮਜਜ਼ੂਬ ਕਿਸਮ ਦਾ ਸੀ। ਹਾਂ ਸਾਨੂੰ ਯਾਦ ਹੈ ਉਹ ਤਾਂ। ਹਾਂ, ਉਸ ਨੂੰ ਕੋਈ ਐਸੀ ਦੁਨੀਆਦਾਰੀ ਦੀ ਜਾਂ ਕੋਈ ਉਹ ਨਹੀਂ ਸੀ, ਲੇਕਿਨ ਉਹ ਵੀ ਫਿਰ 15-16 ਸਾਲ ਦੀ ਉਮਰ 'ਚ ਫੌਤ ਹੋ ਗਿਆ ਸੀ। ਬੇਟੀਆਂ ਰਹੀਆਂ ਔਰ ਉਹ ਮੇਰੇ ਚਾਚਾ ਜੀ ਗੁਲਾਮ ਮੁਹੰਮਦ ਉਹਨਾਂ ਦਾ ਨਾਮ, ਉਹ ਬਹੁਤ ਸਾਬਰ ਸ਼ਾਕਰ ਰਹੇ। ਕਦੀ ਉਹਨਾਂ ਨੇ ਉਹ ਨਹੀਂ ਸੀ ਸ਼ਿਕਵਾ ਕੀਤਾ ਕਿ ਮੇਰੀ ਨਰੀਨਾ ਔਲਾਦ ਨਹੀਂ ਹੈ, ਕੁਛ ਨਹੀਂ ਹੈ। ਤੇ ਉਹ ਚਾਚੀ ਮੇਰੀ ਅਲਹਮਦੁਲਿਲਾ ਉਹ ਉਸ ਤੋਂ ਜ਼ਿਆਦਾ ਸਾਬਰ। ਠੀਕ ਹੈ, ਔਲਾਦ ਦਾ ਨਰੀਨਾ ਔਲਾਦ ਦਾ ਨਾ ਹੋਣਾ ਸਦਮਾ ਤਾਂ ਹੁੰਦਾ, ਲੇਕਿਨ ਉਹਨਾਂ ਨੇ ਕਦੀ ਇਹ ਨਹੀਂ ਸੀ ਕੀਤਾ। ਹਰ ਵੇਲੇ ਸ਼ੁਕਰ ਅਲਹਮਦੁਲਿਲਾ। ਜਿੰਨਾ ਬਾਬੂ ਜੀ ਮੈਂ ਆਪਣੀ ਜ਼ਿੰਦਗੀ 'ਚ ਉਹਨਾਂ ਨੂੰ ਅੱਲਾ ਦਾ ਸ਼ੁਕਰ ਅਦਾ ਕਰਦਿਆਂ ਦੇਖਿਆ ਨਾ ਪ੍ਰੈਕਟੀਕਲੀ, ਬਹੁਤ ਘੱਟ ਲੋਕ ਹੁੰਦੇ ਨੇ। ਮੈਂ ਇਹ ਦੇਖਦੀ ਹਾਂ ਬਾਬੂ ਜੀ ਅੱਜ ਕੱਲ੍ਹ ਇੰਝ ਦੇ ਲੋਕ ਨਹੀਂ ਹੈਗੇ। ਹਾਂ, ਅੱਜ ਕੱਲ੍ਹ ਸ਼ਿਕਵਾ ਹੀ ਸ਼ਿਕਵਾ ਹੈ। ਅੱਜ ਕੱਲ੍ਹ ਕਿਤੇ ਨਜ਼ਰ ਹੀ ਨਹੀਂ ਆਉਂਦੇ ਹੈਗੇ ਉਹ ਬਜ਼ੁਰਗ। ਸਾਡੀ ਦਾਦੀ ਜਿਵੇਂ ਦੀ ਸੀ ਮਾਸ਼ਾਅੱਲਾ, ਦਾਦਾ ਜੀ ਦਾ ਤਾਂ ਮੈਨੂੰ ਇੰਨਾ ਹੋਸ਼ ਨਹੀਂ ਹੈਗਾ, ਦਾਦੀ ਦਾ ਤਾਂ ਮੈਨੂੰ ਪਤਾ ਹੈ। ਤੇ ਉਹ ਉਹਨਾਂ ਦੀਆਂ ਨਾ ਇੰਨੀਆਂ ਲਾ ਮਹਿਦੂਦ ਖਾਹਿਸ਼ਾਂ ਸੀ, ਨਾ ਉਹਨਾਂ ਦੇ ਇੰਨੇ ਖਰਚੇ ਸੀ, ਨਾ ਉਹਨਾਂ ਦੇ ਇੰਨੇ ਰੋਲੇ ਸੀ। ਐਡੀ ਸੋਹਣੀ ਸਾਫ਼ ਸੁਥਰੀ ਜ਼ਿੰਦਗੀ, ਥੋੜੀ ਜਾਂ ਥੋੜੀ 'ਚ ਗੁਜ਼ਾਰਾ ਕਰ ਲਿਆ ਸੋਹਣਾ, ਤੇ ਹਰ ਵੇਲੇ ਅੱਲਾ ਦੀ ਰਜ਼ਾ 'ਚ ਰਾਜ਼ੀ ਰਹਿਣ ਵਾਲੇ ਲੋਕ ਸੀ। ਮੈਂ ਦੇਖਦੀ ਹਾਂ ਕਿ ਅੱਜ ਕੱਲ੍ਹ ਉਸ ਤਰ੍ਹਾਂ ਦੇ ਲੋਕ ਨਾ ਲੱਭਿਆ ਵੀ ਨਹੀਂ ਲੱਭਦੇ। ਕੋਈ ਫੁਕਦਾਨ ਹੀ ਹੋ ਗਿਆ, ਪਤਾ ਨਹੀਂ, ਜਾਂ ਤਾਂ ਕਿਤੇ ਹੋਣਗੇ ਸਾਨੂੰ ਨਜ਼ਰ ਨਹੀਂ ਆਉਂਦੇ। ਇੱਧਰ ਆ ਕੇ ਫਿਰ ਜਦੋਂ 11 ਚੱਕ 'ਚ ਜ਼ਮੀਨ ਮਿਲੀ, ਫਿਰ ਇੱਕ ਬਸਤੀ ਬਣਾਈ ਅਸੀਂ, ਨਹਿਰ ਅਬਦੁਲ ਹਕੀਮ ਹੈ ਰਾਜਵਾਹਾ, ਉਹਦੇ ਕਿਨਾਰੇ 'ਤੇ। ਔਰ ਉੱਥੇ ਸਾਰੇ ਆਪਦੇ ਹੀ ਘਰ, ਕੋਈ ਬਾਹਰੋਂ ਗੈਰ ਨਹੀਂ ਸੀ, ਸਾਰੇ ਕੰਬੋ ਬੈਠੇ ਆ। ਔਰ ਐਸਾ ਉਸ ਵੇਲੇ ਮਾਹੌਲ ਬਣਿਆ ਕਿ ਕਿਸੇ ਨੇ 4 ਦੀਵਾਰੀ ਨਹੀਂ ਸੀ ਕੀਤੀ ਹੋਈ, ਲੰਬੀ ਲਾਈਨ ਬਣਾਈ ਹੋਈ ਸੀ ਘਰਾਂ ਦੀ, ਇੱਕ ਫੈਮਿਲੀ ਦੀ ਤਰ੍ਹਾਂ ਆਉਣ ਜਾਣ ਬੈਠਣ ਉੱਠਣ, ਮੁਹੱਬਤ ਪਿਆਰ ਬਹੁਤ ਸੀਗਾ। ਹੁਣ ਬਈ ਹੁਣ ਤੱਕ ਵੀ ਦੇਖਦੇ ਰਹੇ ਆ ਸਾਡੀਆਂ ਯਾਨੀ ਜ਼ਿੰਦਗੀਆਂ 'ਚ ਵੀ। ਮੈਂ ਉਸ ਗੱਲ ਤੇ ਪਿੱਛੇ ਜਾਣੀ ਹੈ ਕਿ ਤੁਸੀਂ ਦੱਸਿਆ ਕਿ ਜਿਹੜਾ ਤੁਹਾਡਾ ਪਿੱਛੇ ਪਿੰਡ ਸੀਗਾ, ਜਿਹੜੀ ਥੋੜੀ ਪਿੱਛੇ ਆਬਾਦੀ ਸੀ ਜਾਂ ਥੋੜੀ ਰਿਹਾਇਸ਼ ਸੀ, ਉੱਥੇ ਵੀ ਸਾਰੀ ਕੰਬੋ ਬਰਾਦਰੀ ਸੀਗੀ। ਤੇ ਇੱਥੇ ਵੀ ਆ ਕੇ ਹੁਣ ਤੱਕ ਵੀ ਆਪਣੀ ਉਸ ਬਸਤੀ ਦੇ ਵਿੱਚ ਕੋਈ ਦੂਜੀ ਜ਼ਾਤ ਦਾ ਬੰਦਾ ਨਹੀਂ ਹੈਗਾ, ਸਾਰੇ ਉੱਥੇ ਕੰਬੋ ਬਰਾਦਰੀ ਹੈ ਸਾਰੀ, ਆਪਦੇ ਆਪਸ ਵਿੱਚ ਬੈਠੇ ਨੇ ਸਾਰੇ ਮਾਸ਼ਾਅੱਲਾ। ਬੜੀਆਂ ਉਹਨਾਂ ਨੇ ਤਰੱਕੀਆਂ ਕੀਤੀਆਂ, ਬੜੇ ਪੜ੍ਹੇ ਲਿਖੇ ਲੋਕ ਨੇ ਉੱਥੇ, ਬੜਾ ਅੱਛਾ ਸਿਸਟਮ ਹੈ। ਤੇ ਉਹ ਅੰਮਾ ਜਿਹੜੀ ਸਾਡੀ ਸੀ, ਤੁਹਾਡਾ ਚਾਚਾ ਹੋਇਆ ਤੇ ਸਾਡਾ ਦਾਦਾ ਬਾਬਾ ਗੁਲਾਮ ਮੁਹੰਮਦ, ਉਹਨਾਂ ਦੀ ਬੀਵੀ ਦੀ ਇੱਕ ਭੈਣ ਤੁਸੀਂ ਦੱਸਦੇ ਹੁੰਦੇ ਸੀ ਕਿ ਉਹ ਕਿਤੇ ਹੱਲਿਆਂ ਦੇ ਵਿੱਚ ਮਿਸਪਲੇਸ ਹੋ ਗਏ। ਇਹ ਜਿਹੜੀ ਸੀ ਚਾਚੀ ਮੇਰੀ, ਸ਼ਰੀਫਾ ਨਾਂ ਸੀ। ਇਹ ਪਟਿਆਲਾ ਰਿਆਸਤ ਦਾ ਇੱਕ ਮੌਜ਼ਾ ਸੀ ਕਾਕੜਾ, ਬਹੁਤ ਬੜਾ ਪਿੰਡ ਸੀਗਾ ਇਹ, ਮੁਸਲਮਾਨਾਂ ਦਾ ਜ਼ੋਰ ਸੀ ਉੱਥੇ। ਤੇ ਉੱਥੇ ਬੜਾ
ਯਾਨੀ ਮੁਸਲਮਾਨ ਦਿਫਾ ਦੇ ਤੌਰ 'ਤੇ ਇਰਦ ਗਿਰਦ ਦੇ ਪਿੰਡਾਂ ਦੇ ਵੀ ਜਮ੍ਹਾਂ ਹੋ ਗਏ ਸੀ ਕਿ ਇੱਥੇ ਬਚਤ ਹੋਏਗੀ। ਲੇਕਿਨ ਚੂੰਕਿ ਮੁਕਾਬਲੇ 'ਚ ਸਿੱਖ ਫੌਜ ਸੀ, ਨਹੀਂ ਸੀ ਹੋ ਸਕਿਆ। ਉਹਨਾਂ ਕੋਲੇ ਇੱਕ ਪੁਰਾਣੇ ਜ਼ਮਾਨੇ ਦੀ ਤੋਪ ਵੀ ਹੈ ਸੀ ਕਾਕੜੇ 'ਚ, ਇੱਕ ਫੌਜੀ ਉਸ ਦਾ ਮਾਹਿਰ ਵੀ ਸੀ। ਲੇਕਿਨ ਬਦਕਿਸਮਤੀ ਕਿ ਗੋਲੇ ਹੀ 2 ਸੀਗੇ ਸਿਰਫ। ਪਹਿਲਾ ਗੋਲਾ ਫਾਇਰ ਕੀਤਾ ਉਸਨੇ ਜਦੋਂ ਹਮਲਾ ਹੋਇਆ ਤਾਂ ਉਹ ਨਿਸ਼ਾਨਾ ਨਾ ਲੱਗਿਆ। ਦੂਸਰਾ ਗੋਲਾ ਫਾਇਰ ਕੀਤਾ, ਉਹਦੇ ਨਾਲ ਬਹੁਤ ਸਿੱਖ ਯਾਨੀ ਜਿੱਥੇ ਤੱਕ ਕਹਿ ਲਓ ਵੀ ਨਜ਼ਰ ਆਏ ਉਹਨੇ ਉਡਾ ਦਿੱਤੇ। ਲੇਕਿਨ ਚੂੰਕਿ ਹੋਰ ਫਿਰ ਗੋਲਾ ਹੀ ਹੈ ਨਹੀਂ ਸੀ, ਫਿਰ ਉਹਨਾਂ ਨੇ ਸਿੱਖਾਂ ਨੇ ਹਮਲਾ ਕੀਤਾ ਔਰ ਬਹੁਤ ਕਤਲ ਗਾਰਤ ਕੀਤੀ। ਉਹ ਮੇਰੀ ਚਾਚੀ ਦੀ ਇੱਕ ਭੈਣ, ਉਹਨੇ ਤਾਂ ਖੂਹ 'ਚ ਛਾਲ ਮਾਰ ਦਿੱਤੀ, ਅਤੇ ਇੱਕ ਜਿਹੜੀ ਹੈ ਉਹਦਾ ਪਤਾ ਨਹੀਂ, ਅੱਜ ਤੱਕ ਨਹੀਂ ਪਤਾ ਲੱਗਿਆ ਉਹਨਾਂ ਦਾ। ਹੈ ਅੱਛਾ ਬਾਬੂ ਜੀ, ਉਹ ਜਿਨ੍ਹਾਂ ਨੇ ਖੂਹ 'ਚ ਛਲਾਂਗ ਮਾਰੀ ਸੀ ਉਹ ਫਿਰ ਬਚ ਗਈਆਂ ਸੀ? ਬਚ ਗਿਆ। ਖੂਹਾਂ ਨੂੰ ਉਹ ਹੁੰਦੀ ਸੀ ਟਿੰਡਾ ਮਾਲ ਹੁੰਦੀ ਸੀ, ਹਾਂ ਹਾਂ। ਉਹ ਮਾਲ ਨਾਲ ਚੜ੍ਹ ਕੇ ਆ ਗਈਆਂ। ਫਿਰ ਜਦੋਂ ਜ਼ਰਾ ਕੁ ਅਮਨ ਹੋ ਗਿਆ ਫਿਰ ਉਹ ਇਹ ਸਿੱਖਾਂ ਤੋਂ ਬਚਣ ਵਾਸਤੇ ਉਹਨਾਂ ਨੇ ਖੂਹ 'ਚ ਛਲਾਂਗ ਹਾਂ ਮਾਰੀ? ਹਾਂ ਤੇ ਉਹਨਾਂ ਸਿੱਖਾਂ, ਨੂੰ ਦੇਖਦਾ ਵੀ ਹੋਗਾ ਵੀ ਸਾਡੀ ਜਾਨ ਵੀ ਜਾ ਸਕਦੀ ਹੈ। ਲੇਕਿਨ ਦੀਨ ਦੀਨ ਦੀ ਖਾਤਰ ਨਾ, ਆਪਣੀ ਇੱਜ਼ਤ ਔਰ ਆਬਰੂ ਬਚਾਉਣ ਦੀ ਖਾਤਰ। ਮੈਂ ਇੱਥੇ ਆਪਣੀਆਂ ਸਾਰੀਆਂ ਧੀਆਂ ਭੈਣਾਂ ਨੂੰ ਜੋ ਵੀ ਦੇਖਦੀਆਂ ਨੇ, ਪਾਕਿਸਤਾਨ 'ਚ ਨੇ ਚਾਹੇ ਦੁਨੀਆ ਦੇ ਕਿਸੇ ਵੀ ਖਿੱਤੇ 'ਤੇ ਨੇ, ਇੱਜ਼ਤ ਦੀ ਅਹਿਮੀਅਤ ਨੂੰ ਸਮਝਣ ਕਿ ਜ਼ਿੰਦਗੀ ਜਿਹੜੀ ਹੈ ਨਾ ਇਹ ਕਿਸੇ ਕੰਮ ਦੀ ਨਹੀਂ ਅਗਰ ਇੱਜ਼ਤ ਨਹੀਂ ਹੈਗੀ। ਤੇ ਪੜ੍ਹੇ ਲਿਖੇ ਲੋਕ ਵੀ ਤੇ ਅਨਪੜ੍ਹ ਲੋਕ ਵੀ ਅਗਰ ਆਪਣੀ ਇੱਜ਼ਤ ਦੀ ਹਿਫਾਜ਼ਤ ਨਹੀਂ ਕਰਦੇ ਤੇ ਦੇਖੋ ਕਿੱਡੇ ਮੁਸ਼ਕਿਲ ਵਕਤ ਗੁਜ਼ਾਰੇ ਨੇ ਇੱਜ਼ਤ ਦੀ ਖਾਤਰ ਉਹਨਾਂ ਨੇ, ਕਿ ਖੂਹਾਂ ਵਿੱਚ ਛਲੰਗਾਂ ਲਾ ਦਿੱਤੀਆਂ। ਤੇ ਉਹਨਾਂ ਕੋਲ ਤੇ ਕੋਈ ਵੱਡੀਆਂ ਵੱਡੀਆਂ ਡਿਗਰੀਆਂ ਵੀ ਨਹੀਂ ਸਨ ਕਿ ਉਹਨਾਂ ਨੇ ਕੋਈ ਮਾਸਟਰ ਕੀਤੇ ਸੀ ਜਾਂ ਐਮਫਿਲ ਕੀਤੇ ਸੀ ਜਾਂ PhDਆਂ ਕੀਤੀਆਂ ਸੀ, ਲੇਕਿਨ ਉਹਨਾਂ ਦੀਆਂ ਰਗਾਂ ਦੇ ਵਿੱਚ ਹਯਾ ਵਾਲਾ ਖੂਨ ਸੀ, ਜਜ਼ਬਾ ਸੀ, ਬਸ ਹਯਾ ਵਾਲਾ ਖੂਨ ਸੀ ਉਹਨਾਂ ਦੇ ਵਿੱਚ। ਉਹ ਖੂਨ ਹਲਾਲੀ ਸਨ ਜਿਹੜੇ, ਜਿਨ੍ਹਾਂ ਨੇ ਉਹਨਾਂ ਨੂੰ ਇਸ ਹੱਦ ਤੱਕ ਹਿੰਮਤ ਦਿੱਤੀ ਕਿ ਉਹਨਾਂ ਨੇ ਆਪਣੀ ਇੱਜ਼ਤ ਬਚਾਉਣ ਵਾਸਤੇ ਖੂਹਾਂ 'ਚ ਛਲੰਗ ਲਾ ਦਿੱਤੀ। ਅੱਛਾ, ਉਹ ਜਿਹੜੀ ਬਸ਼ੀਰਾ ਕਹਿੰਦੇ ਹੋ ਅੰਮਾ ਦੀ ਭੈਣ, ਉਹਦਾ ਇੱਕ ਵਾਰੀ ਮੈਨੂੰ ਥੋੜਾ ਹੋਸ਼ ਪੈਂਦਾ ਹੈ ਵੀ ਬਾਬੇ ਗੁਲਾਮ ਨੇ ਸਾਨੂੰ ਆ ਕੇ ਆਪਣੇ ਘਰ, ਤੁਹਾਡੇ ਤੋਂ ਹੀ ਚਿੱਠੀ ਲਿਖਵਾਈ ਸੀ ਸਿੰਧ 'ਚ ਕਿ ਬਸ਼ੀਰਾ ਦਾ ਕਿਤੇ ਕੁਛ ਸੋਭੋ ਮਿਲੀ ਹੈ, ਕਿਤੇ ਥੋੜਾ ਪਤਾ ਲੱਗਿਆ ਹੈ। ਹਾਂ ਕੁਛ ਹਾਂ ਹੋਈ ਸੀ ਇਹ ਗੱਲ। ਫਿਰ ਇਹਨਾਂ ਦਾ ਭਾਈ ਉੱਧਰੋਂ ਇੰਡੀਆ 'ਚੋਂ ਆਇਆ ਸੀ, ਉੱਧਰ ਚਾਚੇ ਦੇ ਨਾਲ ਰਲ ਕੇ ਉਹਨੇ ਚੱਕਰ ਵੀ ਲਾਏ, ਲੇਕਿਨ ਨਹੀਂ ਸੁਰਾਗ ਨਹੀਂ ਸੀ ਮਿਲਿਆ। ਨਹੀਂ ਪਤਾ ਚੱਲਿਆ ਹਾਂ ਅੱਜ ਤੱਕ ਉਹਨਾਂ ਦਾ ਕੋਈ ਪਤਾ ਕੋਈ ਨਹੀਂ ਚੱਲਿਆ। ਪਤਾ ਹੀ ਪਤਾ ਨਹੀਂ ਨਹੀਂ ਹੁੰਦਾ, ਹੁਣ ਕੋਈ ਪਤਾ ਨਹੀਂ ਹਯਾਤ ਨੇ ਜਾਂ ਕਿਸ ਹਾਲ 'ਚ ਨੇ, ਕਿਵੇਂ ਨੇ, ਜਿੱਥੇ ਵੀ ਹੈ ਨੇ। ਇਹ ਵੀ ਪਤਾ ਨਹੀਂ ਵੀ ਉੱਧਰ ਹੀ ਸਿੱਖਾਂ ਦੇ ਕਬਜ਼ੇ 'ਚ ਆ ਹਾਂ, ਇਹ ਗਈ ਵੀ ਜਾਂ ਨਹੀਂ ਪਤਾ ਇੱਧਰ ਆ ਚੱਲਿਆ ਗਈ ਕਿ ਜਾਂ ਕਿਵੇਂ ਹੈ। ਪਾਕਿਸਤਾਨ 'ਚ ਪਹੁੰਚੀ ਵੀ ਹੈ ਬਸ ਕਿ ਉੱਧਰ ਹੀ ਸਿੱਖਾਂ ਨੇ। ਜ਼ਿਆਦਾ ਇਮਕਾਨ ਇਹੀ ਹੈ ਵੀ ਇੱਧਰ ਆ ਗਏ ਸੀ, ਲੇਕਿਨ ਰੁਲ ਗਏ। ਫਿਰ ਪਤਾ ਨਹੀਂ ਲੱਗਿਆ ਇੱਕ ਦੂਜੇ ਦਾ ਕਿ ਕਿੱਥੇ ਕੋਈ ਜਾ ਬੈਠਿਆ, ਕਿੱਥੇ ਹੋਇਆ। ਇਸ ਤਰ੍ਹਾਂ ਨਾਲ ਹਾਲਾਤ ਬਹੁਤ ਕਠਿਨ ਗੁਜ਼ਰੇ ਨੇ। ਅੱਲਾਹ ਤਾਲਾ ਸਾਬਤ ਕਦਮੀ ਦੇਵੇ, ਇਸਤਕਲਾਲ ਦੇਵੇ ਸਾਨੂੰ। ਹੁਣ ਵੀ ਅਗਰ ਇਹ ਜਜ਼ਬਾ ਮਿਲ ਜਾਏ ਤਾਂ ਜ਼ਿੰਦਗੀ ਬੜੀ ਤਕਦੀਰ ਬਦਲ ਸਕਦੀ। ਜਿਸ ਜਜ਼ਬੇ ਦੇ ਨਾਲ ਪਾਕਿਸਤਾਨ ਬਣਿਆ ਔਰ ਜਿਸ ਤਰ੍ਹਾਂ ਮਾਈਗ੍ਰੇਸ਼ਨ ਕੀਤੀ ਹੈ, ਥੋੜਾ ਜਿਹਾ ਬਾਬੂ ਜੀ ਮੈਂ ਇਹ ਵੀ ਤੁਹਾਡੇ ਤੋਂ ਪੁੱਛਣਾ ਚਾਹੂੰਗੀ ਕਿ ਜਦੋਂ ਉੱਥੋਂ ਮਹਾਜਰ ਲੋਕ ਹਿਜਰਤ ਕਰਕੇ ਆਏ ਨੇ, ਇੱਥੋਂ ਦੇ ਜਿਹੜੇ ਲੋਕਲ ਲੋਕ ਸੀ ਇਹਨਾਂ ਦਾ ਕੀ ਕਿਰਦਾਰ ਸੀ? ਕੋਈ ਇਹਨਾਂ ਦੇ ਅੰਦਰ ਵੀ ਰਮਕ ਹੈ ਸੀ ਪਾਕਿਸਤਾਨ ਵਾਸਤੇ, ਕੋਈ ਮੁਹੱਬਤ ਦੀ, ਖੁਸ਼ੀ ਦੀ, ਜਾਂ ਬਸ ਇਹਨਾਂ ਨੂੰ ਜਾਇਦਾਦਾਂ ਦੀ ਪਈ ਹੋਈ ਸੀ? ਬਹੁਤ ਕਮ ਸੀ। ਮੈਂ ਅੱਜ ਵੀ ਅਕਸਰ ਕਹਿੰਦੀ ਹੁੰਦੀ ਹਾਂ, ਮੈਂ ਇੱਥੇ ਆਪਣੇ ਵਿਊਅਰਸ ਨੂੰ ਦੱਸਣਾ ਚਾਹੂੰਗੀ ਕਿ ਮੇਰੀ ਸ਼ਾਦੀ ਹੈ ਜਿਹੜੀ ਉਹ ਇੱਕ ਲੋਕਲ ਕੰਬੋ ਫੈਮਿਲੀ 'ਚ ਹੋਈ ਹੈ। ਤੇ ਮੈਂ ਅਕਸਰ ਆਪਣੇ ਹਸਬੈਂਡ ਨੂੰ ਮੁਖਾਤਬ ਕਰਕੇ ਕਹਿੰਦੀ ਹੁੰਦੀ ਹਾਂ ਕਿ ਤੁਸੀਂ ਕੀ ਜਾਣੋ ਪਾਕਿਸਤਾਨ ਦੀ ਕਦਰ। ਪਾਕਿਸਤਾਨ ਦੀ ਕਦਰ ਤਾਂ ਸਾਡੇ ਪੁਰਖੇ ਜਾਣਦੇ ਨੇ ਜਿਨ੍ਹਾਂ ਨੇ ਕੁਰਬਾਨੀਆਂ ਦੇ ਕੇ ਪਾਕਿਸਤਾਨ ਬਣਾਇਆ। ਤੁਹਾਨੂੰ ਤੇ ਬਣਿਆ ਬਣਾਇਆ ਲੱਭ ਗਿਆ, ਔਰ ਉਹਦੀ ਵੀ ਉਹ ਤੁਸੀਂ ਇੱਕ ਚੀਜ਼ ਜਿਹਦੇ ਵਾਸਤੇ ਤੁਸੀਂ ਮਿਹਨਤ ਹੀ ਨਹੀਂ ਕੀਤੀ ਹੁੰਦੀ, ਕੋਈ ਕੁਰਬਾਨੀ ਨਹੀਂ ਦਿੱਤੀ ਹੁੰਦੀ, ਤੁਸੀਂ ਉਹਦੀ ਕਦਰ ਨੂੰ ਸਹੀ ਜਿਹੜਾ ਉਹਦਾ ਲੁਤਫ ਹੈ ਨਾ ਕਦਰ ਦਾ, ਉਹ ਮਹਿਸੂਸ, ਉਹ ਫੀਲਿੰਗਸ ਬਾਬੂ ਜੀ ਆ ਹੀ ਨਹੀਂ ਸਕਦੀਆਂ ਆ ਨਹੀਂ ਸਰ, ਬਿਲਕੁਲ ਉਹਨਾਂ ਨੂੰ ਆ ਹੀ ਨਹੀਂ ਸਕਦੀ। ਉਹ ਮੈਂ ਹੁਣ ਇੱਥੇ ਬਹੁਤ ਸਾਰੇ ਲੋਕ ਦੇਖਦੇ ਹੋਣਗੇ ਜਿਹੜੇ ਲੋਕਲ ਨੇ, ਹੋ ਸਕਦਾ ਬਹੁਤ ਜ਼ਿਆਦਾ ਉਹ ਵੀ ਮੁਹੱਬੇ ਵਤਨ ਹੋਣ। ਮੈਂ ਹੀ ਨਹੀਂ ਕਿਸੇ ਦੀ ਵੀ ਹੁਬਲ ਵਤਨੀ ਤੇ ਸ਼ੱਕ ਨਹੀਂ ਕਰਦੀ, ਨਾ ਮੈਂ ਕੋਈ ਉਹਨਾਂ ਤੇ ਕੋਈ ਅਲਫਾਜ਼ ਚੁੱਕਣੀ ਆ, ਲੇਕਿਨ ਮੈਂ ਸਿਰਫ ਉਸ ਦਰਦ ਨੂੰ ਕਹਿੰਦੀ ਆ ਕਿ ਜਿਹੜਾ ਦਰਦ ਮੁਹਾਜਰਾਂ ਨੇ ਬਰਦਾਸ਼ਤ ਕੀਤਾ, ਉੱਥੋਂ ਆਪਦਾ ਭਰੇ ਹੋਏ ਘਰ ਛੱਡ ਕੇ ਆਉਣੇ। ਤੇ ਮਾਲ ਡੰਗਰ, ਅਕਸਰ ਦਾਦੀ ਗੱਲਾਂ ਕਰਦੀ ਹੁੰਦੀ ਸੀ ਕਿ ਅਸੀਂ ਆਪਣੇ ਪਸ਼ੂਆਂ ਦੇ ਰੱਸੇ ਖੋਲ ਆਏ ਸੀ, ਆਪਣੇ ਡੰਗਰ, ਆਪਣੀਆਂ ਮੱਝਾਂ, ਆਪਣੇ ਜੋ ਕੁਛ ਵੀ ਹੈ ਸੀ ਉਹਨਾਂ ਦੇ ਰੱਸੇ ਖੋਲ ਆਏ ਸੀ ਅੱਲਾ ਦੀ ਆਸਤੇ। ਉਹ ਜਿੱਥੇ ਵੀ ਜਾਣਗੀਆਂ। ਤੇ ਅੱਜ ਦੇਖੋ ਕਿਸੇ ਨੂੰ ਇੱਕ ਬੱਕਰੀ ਵੀ ਦੇਣੀ ਪੈ ਜਾਵੇ ਤੇ ਕੋਈ ਨਹੀਂ ਦਿੰਦਾ। ਇਹ ਤਾਂ ਕੁਰਬਾਨੀਆਂ ਜਿਹੜੀਆਂ ਸਾਰੀਆਂ ਨੇ ਕਿਸੇ ਇਨਸਾਨ ਵਾਸਤੇ ਨਹੀਂ, ਇਹ ਅੱਲਾ ਦੀ ਜ਼ਾਤ ਵਾਸਤੇ ਨੇ, ਅੱਲਾ ਦੇ ਨਾਮ ਵਾਸਤੇ ਨੇ, ਅੱਲਾ ਦੇ ਦੀਨ ਵਾਸਤੇ ਨੇ।
ਤੇ ਇਹਨਾਂ ਦਾ ਦਰਦ ਅਗਰ ਅਸੀਂ ਅੱਜ ਮਹਿਸੂਸ ਨਹੀਂ ਕਰ ਸਕਦੇ ਤੇ ਅਸੀਂ ਕੱਲ ਪਾਕਿਸਤਾਨ ਦੀ ਕਦਰ ਵੀ ਨਹੀਂ ਕਰ ਸਕਦੇ। ਪਾਕਿਸਤਾਨ ਦੀ ਕਦਰ ਉਹ ਲੋਕ ਕਰ ਸਕਦੇ ਨੇ ਜਿਹੜੇ ਸਹੀ ਮਾਨਿਆਂ 'ਚ ਪਾਕਿਸਤਾਨ ਦੇ ਬਣਨ ਦੇ ਮਕਸਦ ਨੂੰ ਮੱਦੇਨਜ਼ਰ ਰੱਖਣ। ਲੇਕਿਨ ਅਫਸੋਸ ਇਹ ਹੈ ਕਿ ਹੁਣ ਉਹ ਨਸਲ ਜਿਹੜੀ ਹੈ ਉਹ ਤਕਰੀਬਨ ਖ਼ਤਮ ਹੋ ਰਹੀ ਹੈ। ਮੇਰੀ ਉਮਰ ਦੇ ਜਾਂ ਮੇਰੇ ਤੋਂ ਬੜੇ ਤਕਰੀਬਨ ਕੋਈ ਨਹੀਂ ਹੁਣ ਹਨ, ਤੇ ਲੇਕਿਨ ਨਈ ਨਸਲ 'ਚ ਉਹ ਜਜ਼ਬਾ ਹੁਣ ਖ਼ਤਮ ਹੁੰਦਾ ਜਾਂਦਾ ਹੈ। ਉਹੋ ਹੀ ਬੇਈਮਾਨੀਆਂ, ਉਹੋ ਹੀ ਖਰਾਬੀਆਂ, ਉਹੀ ਫਸਾਦ, ਸਾਰਾ ਕੁਛ ਉਹੀ ਸ਼ੁਰੂ ਹੁੰਦਾ ਯਾਨੀ ਜਾਂਦਾ। ਇਸਲਾਮ ਦਾ ਅਲਮ ਜਿਹੜਾ ਲੈ ਕੇ ਪਾਕਿਸਤਾਨ ਬਣਾਇਆ ਗਿਆ ਸੀ, ਹਾਂ, ਉਹ ਲਾ ਇੰਪਲੀਮੈਂਟੇਸ਼ਨ ਇੱਥੇ ਨਜ਼ਰ ਨਹੀਂ ਆ ਰਹੀ। ਲਾ ਇਲਾਹਾ ਇਲੱਲਾਹ ਨੂੰ ਭੁੱਲ ਗਏ ਜਿਹੜਾ ਉਦੋਂ ਨਾਅਰਾ ਸੀ। ਹਾਲਾਂਕਿ ਲਾ ਇਲਾਹਾ ਇਲੱਲਾਹ ਦੇ ਨਾਰੇ ਵਾਸਤੇ ਇੰਨੀਆਂ ਕੁਰਬਾਨੀਆਂ ਦਿੱਤੀਆਂ ਗਈਆਂ। ਹਾਲਾਂਕਿ ਜਾਹਿਲ ਸੀਗੇ, ਲੇਕਿਨ ਨਾਅਰਾ ਇਹੀ ਹੁੰਦਾ ਸੀ, ਮੁਸਲਿਮ ਲੀਗ ਜ਼ਿੰਦਾਬਾਦ, ਮੁਸਲਿਮ ਲੀਗ ਜ਼ਿੰਦਾਬਾਦ। ਅੱਜ ਵੀ ਅਗਰ ਸਾਡੇ 'ਚ ਉਹ ਜਜ਼ਬਾ ਆ ਜਾਏ ਤਾਂ ਤਕਦੀਰ ਹੀ ਬਦਲ ਸਕਦੀ ਹੈ। ਦੁਨੀਆ ਦੇ ਨਕਸ਼ੇ ਤੇ ਪਾਕਿਸਤਾਨ ਦੀ ਤਕਦੀਰ ਬਦਲ ਸਕਦੀ ਹੈ ਜੇ ਉਹ ਜਜ਼ਬਾ ਆਵੇ ਜਿਸ ਜਜ਼ਬੇ ਨਾਲ ਪਾਕਿਸਤਾਨ ਬਣਾਇਆ ਗਿਆ ਪਾਕਿਸਤਾਨ ਸੀ। ਬਣਾਇਆ ਗਿਆ। अल्लाह ताला करे कोई कैद आज़म जैसा रहनुमा मिल जाए, कोई सुधर जाए हालत। ਕਾਇਦੇ ਆਜ਼ਮ ਦੇ ਬਾਰੇ 'ਚ ਵੀ ਲੋਕਾਂ ਦੇ ਬੜੇ ਤਹਫਜ਼ਾਤ ਨੇ। ਤੁਸੀਂ ਕਾਇਦੇ ਆਜ਼ਮ ਨੂੰ ਦੇ ਬਾਰੇ 'ਚ ਕੋਈ ਆਪਣੇ ਖਿਆਲਾਤ ਦਾ ਇਜ਼ਹਾਰ ਕਰੋ ਕਿ ਉਹਨਾਂ ਦੀ ਸ਼ਖਸੀਅਤ ਕੈਸੀ ਸੀ? ਇਹ ਦੇਖੋ, ਦੀਨ ਦੇ ਮਾਮਲੇ 'ਚ ਤਾਂ ਹੁਣ ਉਹਨਾਂ ਨੂੰ ਕਹਿ ਸਕਦੇ ਹਾਂ ਕਿ ਨਹੀਂ ਸੀ ਇਤਨਾ ਅੱਗੇ। ਪਾਰਸੀ ਔਰਤ ਦੀ ਸ਼ਾਦੀ ਸੀ ਤੇ ਇੰਨੇ ਮਜ਼ਹਬੀ ਨਹੀਂ ਸੀਗੇ, ਲੇਕਿਨ ਉਹਨਾਂ ਦਾ ਜਿਹੜਾ ਮੁਸਲਮਾਨਾਂ ਵਾਸਤੇ ਖੈਰ ਖਾਹੀ ਸੀ ਉਹ ਬਹੁਤ ਜ਼ਿਆਦਾ, ਉਹ ਲਾਜਵਾਬ ਸੀ। ਹਰ ਉਹਨਾਂ ਦੇ ਬਿਆਨਾਂ ਤੋਂ ਸਾਨੂੰ ਪਤਾ ਤਾਂ ਲੱਗਦਾ ਹੈ ਕਿ ਉਹ ਦੀਨ ਨੂੰ ਜਾਣਦੇ ਤਾਂ ਹੈ, ਜਾਣਦੇ ਤਾਂ ਹੈ ਸੀ ਕਿ ਜਿਹੜੀ ਉਹਨਾਂ ਨੇ ਪਿਛਲੇ ਦਿਨਾਂ 'ਚ ਵੀ ਮੈਂ ਇੱਕ ਇੰਟਰਵਿਊ ਦੇਖ ਰਹੀ ਸੀ, ਸਲਾਹੁਦੀਨ ਨੇ ਅਲਾਮਾ ਇਕਬਾਲ ਦੇ ਪੋਤੇ ਨੇ ਸ਼ਾਇਦ ਉਹਨਾਂ ਦੇ ਨਾਲ ਕੋਈ ਉਹਨਾਂ ਦੀ ਮੁਲਾਕਾਤ ਹੋਈ ਸੀ, ਉਹਨਾਂ ਦੀ ਬੇਟੀ ਦੀ। ਮੇਰੀ ਆਵਾਜ਼ ਵੀ ਨਹੀਂ ਜਾਣੀ, ਯਾਨੀ ਕਿ ਉਹ ਸਲਾਹੁਦੀਨ ਨੇ ਇੱਕ ਲਾਹੌਰ 'ਚ ਨੇ, ਮੈਨੂੰ ਹੁਣ ਉਹਨਾਂ ਦਾ ਸਰਨੇਮ ਨਹੀਂ ਆਉਂਦਾ ਮਾਜ਼ਰਤ ਨਾਲ, ਬਹੁਤ ਵੱਡੀ ਸ਼ਖਸੀਅਤ ਨੇ ਉਹ, ਸ਼ਾਇਦ ਮੈਂ ਉਹਨਾਂ ਦੇ ਸ਼ਾਇਆਂ ਨਿਸ਼ਾਨ ਉਹਨਾਂ ਦਾ ਨਾਮ ਨਹੀਂ ਲੈ ਪਾ ਰਹੀ। ਉਹਨਾਂ ਦੀ ਕੋਠੀ ਬੜੀ ਮਸ਼ਹੂਰ ਹੈ ਲਾਹੌਰ ਵਿੱਚ ਨਾ, ਅਕਸਰ ਸਕਾਫਤ ਦਾ ਮਰਕਜ਼ ਹੁੰਦੀ ਹੈ ਉਹ ਕੋਠੀ। ਉਹ ਜ਼ਿਕਰ ਕਰਦੇ ਸੀ ਕਿ ਉਹਨਾਂ ਦੇ ਨਾਲ ਕਾਇਦੇ ਆਜ਼ਮ ਦੀ ਬੇਟੀ ਦੀ ਮੁਲਾਕਾਤ ਹੋਈ ਤੇ ਉਹਨਾਂ ਨੇ ਕਿਹਾ ਕਿ ਮੈਂ ਜਦੋਂ ਕਾਇਦੇ ਆਜ਼ਮ ਦੀ ਬੇਟੀ ਨਾਲ ਨੂੰ ਸਵਾਲ ਕੀਤਾ ਕਿ ਲੋਕ ਕਹਿੰਦੇ ਨੇ ਕਿ ਕਾਇਦੇ ਆਜ਼ਮ ਨੇ ਜਿਹੜੇ ਉਹ ਨਾ ਨਾਉਜ਼ ਬਿਲਾ ਪੇਗੀ ਯਾਨੀ ਸੂਅਰ ਦਾ ਗੋਸ਼ਤ ਖਾਂਦੇ ਸੀ, ਕਹਿੰਦੇ ਉਹ ਯਕਦਮ ਤੈਸ਼ ਵਿੱਚ ਆ ਗਈ ਤੇ ਉਹਨੇ ਏਡੇ ਗੁੱਸੇ ਨਾਲ ਕਿਹਾ ਕਿ ਤੁਸੀਂ ਨਹੀਂ ਜਾਣਦੇ ਕਿ ਇਸਲਾਮ ਵਿੱਚ ਸੂਅਰ ਹਰਾਮ ਹੈ। ਯਾਨੀ ਇੱਥੋਂ ਹੀ ਪਤਾ ਚੱਲਦਾ ਹੈ ਕਿ ਕਾਇਦੇ ਆਜ਼ਮ ਨਹੀਂ ਖਾਂਦੇ ਸੀ ਔਰ ਵਾਕਈ ਉਹ ਸਹੀ ਵਾਲੇ ਮੁਸਲਮ ਸਨ। ਉਹ ਉਹਨਾਂ ਦੇ ਮੁਸਲਮਾਨ ਹੋਣ 'ਚ ਕੋਈ ਸ਼ੱਕ ਨਹੀਂ ਸੀ ਹੈ ਤੇ ਬਾਕੀ ਅੱਲਾਹ ਤਾਲਾ ਬਿਹਤਰ ਜਾਣਦਾ ਹੈ ਦਿਲਾਂ ਦੇ ਭੇਦ। ਫਿਰ ਉਹਨੇ ਪ੍ਰਾਪਰਟੀ ਕੋਈ ਨਹੀਂ ਬਣਾਈ। ਹਾਂ ਦੇਖੋ ਕਾਇਦੇ ਆਜ਼ਮ ਦੀ, ਹਾਂ ਅੱਜ ਕੱਲ ਤਾਂ ਹਾਂ ਕੋਈ ਪ੍ਰਾਪਰਟੀ, ਸਿਰਫ ਮੁਲਕ ਵਾਸਤੇ ਉਹਨਾਂ ਨੇ ਸਾਰੀਆਂ ਕੁਰਬਾਨੀਆਂ ਆਪਣੀ ਜਾਨ ਤੱਕ ਦੌ ਤੇ ਲਾ ਦਿੱਤੀ। ਔਰ ਮਿਹਨਤ ਇਤਨੀ ਕੀਤੀ ਕਿ ਜ਼ਿਆਰਤ 'ਚੋਂ ਜਦੋਂ ਬਿਲਕੁਲ ਹੀ ਮਾਯੂਸ ਹੋ ਕੇ ਜ਼ਿੰਦਗੀ ਤੋਂ ਜਾ ਰਹੇ ਸੀ ਕਰਾਚੀ ਨੂੰ, ਉਦੋਂ ਵੀ ਫਾਈਲਾਂ ਖੋਲ੍ਹੀ ਬੈਠੇ ਸੀ। ਇਤਨੀ ਉਹਨਾਂ ਨੇ ਜਜ਼ਬਾ ਉਹਨਾਂ ਦਾ, ਉਹਨਾਂ ਦੀ ਲਗਨ, ਉਹਨਾਂ ਦੀ ਮੁਹੱਬਤ, ਹਾਂ ਮੁਲਕ ਵਾਸਤੇ। ਜਿਹਨੂੰ ਕੋਈ ਇਨਸਾਨ ਕਿਵੇਂ ਫਰਾਮੋਸ਼ ਕਰ ਸਕਦਾ ਹੈ ਨਾ। ਹੋਰ ਕੋਈ ਤੁਹਾਨੂੰ ਇੱਥੋਂ ਕੋਈ ਵਾਕਿਆ ਯਾਦ ਹੋਵੇ? ਵਾਕਿਆਤ ਬਹੁਤ ਨੇ, ਵਾਕਿਆਤ ਕੀ ਬਿਆਨ ਕੀਤੇ ਜਾ ਸਕਦੇ ਨੇ। ਵਾਕਈ ਮੈਂ ਤੁਹਾਡੀ ਤਕਲੀਫ ਨੂੰ ਮਹਿਸੂਸ ਕਰ ਰਹੀ ਹਾਂ, ਜਿਸ ਤਕਲੀਫ ਨਾਲ ਤੁਸੀਂ ਦੱਸ ਰਹੇ ਹੋ ਉਹਨਾਂ ਗੱਲਾਂ ਨੂੰ। ਜ਼ਿੰਦਗੀ ਮੁਸ਼ਕਿਲਾਤ ਨਾਲ ਗੁਜ਼ਰੀ। ਮੈਂ ਹੁਣ ਥੋੜ੍ਹਾ ਜਿਹਾ ਜ਼ਾਤੀ ਕਿਸਮ ਦੇ ਸਵਾਲ ਤੇ ਫਲਸਫਿਆਨਾ ਜਿਹਾ ਪੁੱਛਣਾ ਚਾਹੂੰਗੀ ਤੁਹਾਡੇ ਤੋਂ ਬਾਬੂ ਜੀ, ਤੁਸੀਂ ਥੋੜ੍ਹੀ ਜਿਹੀ ਰੋਸ਼ਨੀ ਪਾਓ। ਤੁਹਾਡੀ ਨਜ਼ਰ ਵਿੱਚ ਜ਼ਿੰਦਗੀ ਕੀ ਹੈ? ਇੱਕ ਲਾਸ਼ ਦਾ ਤੁਰਦਿਆਂ ਫਿਰਦਿਆਂ ਹੋਣਾ ਹੀ ਜ਼ਿੰਦਗੀ ਹੈ ਜਾਂ ਜ਼ਿੰਦਗੀ ਕਿਸੇ ਮਕਸਦ ਦਾ ਨਾਮ ਹੁੰਦਾ ਹੈ? ਜ਼ਿੰਦਗੀ ਕੀ ਹੈ? ਅੱਲਾਹ ਤਾਲਾ ਨੇ ਸਾਡੀਆਂ 4 ਮੰਜ਼ਿਲਾਂ ਬੜੀਆਂ ਕਠਿਨ ਰੱਖੀਆਂ ਨੇ। ਮੌਤ ਦੀ ਤਕਲੀਫ ਬਰਹੱਕ ਹੈ, ਹਰ ਕਿਸੇ ਨੂੰ ਆਉਣੀ ਹੈ, ਜਿਸ ਨੂੰ ਸਕਰਾਤ ਕਿਹਾ ਜਾਂਦਾ ਹੈ।
ਅੱਲਾਹ ਤਾਲਾ ਤੋਂ ਹਰ ਦਮ ਪਨਾਹ ਮੰਗਣੀ ਚਾਹੀਦੀ ਹੈ ਉਸ ਤੋਂ। ਔਰ ਉਹ ਦੂਸਰੀ ਮੰਜ਼ਿਲ ਸਾਡੀ ਕਬਰ ਹੈ। ਕਬਰ ਦਾ ਜਿਹੜਾ ਹਿਸਾਬ ਕਿਤਾਬ ਹੈ ਉਹ ਬਹੁਤ ਕਠਿਨ ਹੈ। ਅਗਰ ਸਾਡੇ ਜ਼ਿਹਨ 'ਚ ਹਰ ਵੇਲੇ ਇਹ ਰਹੇ ਕਿ ਅਸੀਂ ਮਰਨਾ ਵੀ ਹੈ, ਮੌਤ ਵੀ ਆਉਣੀ ਹੈ, ਫਿਰ ਕਬਰ 'ਚ ਵੀ ਜਾਣਾ ਹੈ, ਅਤੇ ਸਾਡੀ ਜ਼ਿੰਦਗੀ ਜਿਹੜੀ ਹੈ ਉਹ ਸਹੀ ਗੁਜ਼ਰ ਸਕਦੀ ਹੈ। ਤੀਸਰੀ ਚੀਜ਼ ਫਿਰ 50,000 ਸਾਲ ਦਾ, 50,000 ਦਿਨਾਂ ਦਾ ਸਾਲ, 50,000 ਸਾਲ ਦਾ ਇੱਕ ਦਿਨ ਹਸ਼ਰ ਵਾਲਾ ਹੋਏਗਾ। ਉੱਥੇ ਕੀ ਹਿਸਾਬ ਹੋਏਗਾ? ਸਵਾ ਨੇਜ਼ੇ 'ਤੇ ਸੂਰਜ ਹੋਏਗਾ, ਜ਼ਮੀਨ ਤਾਂਬੇ ਦੀ ਹੋਏਗੀ, ਕੋਈ ਸਾਇਆ ਨਹੀਂ ਹੋਏਗਾ। ਉਹ ਵੀ ਸਾਡੇ ਜ਼ਿਹਨ 'ਚ ਹੋਵੇ ਤਾਂ ਸਾਨੂੰ ਯਾਦ ਰਹੇ ਕਿ ਅਸੀਂ ਕੋਈ ਨੇਕ ਕੰਮ ਕਰੀਏ, ਬੁਰਾਈ ਤੋਂ ਬਚੀਏ। ਅਗਲਾ ਹਿਸਾਬ ਫਿਰ ਜਹੰਨਮ ਹੈ। ਅੱਲਾ ਬਚਾਵੇ, ਹਰ ਕਿਸੇ ਨੂੰ ਬਚਾਵੇ, ਦੋਜ਼ਖ ਦੀ ਅੱਗ ਤੋਂ ਬਚਾਵੇ। ਇਹ ਚੀਜ਼ਾਂ ਸਾਡੇ ਅਗਰ ਜ਼ਿਹਨ 'ਚ ਰਹਿੰਦੀਆਂ ਨੇ ਤਾਂ ਫਿਰ ਅਸੀਂ ਕੋਈ ਗਲਤ ਕੰਮ ਨਹੀਂ ਕਰ ਸਕਦੇ, ਜ਼ਿੰਦਗੀ ਸਹੀ ਗੁਜ਼ਾਰ ਸਕਦੇ। ਖਵਾਹਿਸ਼ਾਤ ਇਨਸਾਨੀ ਹੁੰਦੀਆਂ ਨੇ, ਲੇਕਿਨ ਖਵਾਹਿਸ਼ਾਤ ਐਸੀਆਂ ਹੋਣ ਜਿਹੜੀਆਂ ਕਿ ਸਾਨੂੰ ਆਪਣੇ ਮਕਸਦ ਤੋਂ ਦੂਰ ਨਾ ਲੈ ਜਾਣ। ਜ਼ਿੰਦਗੀ ਦਾ ਜਿਹੜਾ ਮਕਸਦ ਅੱਲਾਹ ਤਾਲਾ ਨੇ ਮੁਤੱਯਨ ਕਰ ਦਿੱਤਾ ਸਾਡੇ ਵਾਸਤੇ, ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੀ ਪੈਰਵੀ ਹੈ, ਉਹਦੇ ਵਿੱਚ ਰਹਿ ਕੇ ਅਸੀਂ ਜ਼ਿੰਦਗੀ ਗੁਜ਼ਾਰੀਏ ਤਾਂ ਹੀ ਕਾਮਯਾਬੀ ਹੈ। ਔਰ ਦੁਨੀਆ ਦੀਆਂ ਦੌਲਤਾਂ, ਕੋਠੀਆਂ, ਕਾਰਾਂ, ਬੰਗਲੇ ਕਿਸੇ ਕੰਮ ਨਹੀਂ ਆਉਣੇ। ਹਰ ਕੋਈ ਖਾਲੀ ਹੱਥ ਜਾਂਦਾ। ਅੱਜ ਕੱਲ੍ਹ ਇੱਕ ਹੋਰ ਗੱਲ ਸੁਣਨ 'ਚ ਬਹੁਤ ਆਉਂਦੀ ਹੈ, ਬਹੁਤੀ ਮਾਡਰਨਿਜ਼ਮ ਆ ਗਈ ਹੈ। ਲੋਕ ਕਹਿੰਦੇ ਨੇ ਦੀਨ ਆਪਣੀ ਜਗ੍ਹਾ 'ਤੇ ਅਤੇ ਦੁਨੀਆ ਆਪਣੀ ਜਗ੍ਹਾ 'ਤੇ। ਅਤੇ ਮੈਨੂੰ ਤਾਂ ਜਿੱਥੇ ਤੱਕ ਮੈਂ ਸਮਝ ਸਕੀ ਹਾਂ, ਅਸਲ 'ਚ ਤਾਂ ਜ਼ਿੰਦਗੀ ਨੂੰ ਗੁਜ਼ਾਰਨ ਦਾ ਜਿਹੜਾ ਤਰੀਕਾ ਹੈ ਉਹੀ ਦੀਨ ਹੈ। ਉਹੀ ਦੀਨ ਹੈ। ਜ਼ਿੰਦਗੀ ਕਿਵੇਂ ਗੁਜ਼ਾਰਨੀ ਹੈ, ਉਹ ਜਿਹੜਾ ਤਰੀਕਾ ਅਪਣਾਵਾਂਗੇ ਉਹੀ ਦੀਨ ਹੈ। ਅਤੇ ਫਿਰ ਦੀਨ ਅਤੇ ਦੁਨੀਆ ਦੋ ਅਲੱਗ-ਅਲੱਗ ਚੀਜ਼ਾਂ ਕਿਵੇਂ ਹੋ ਸਕਦੀਆਂ? ਨਹੀਂ, ਇਹ ਬਿਲਕੁਲ ਗਲਤ ਨਜ਼ਰੀਆ। ਇਹ ਬਿਲਕੁਲ ਗਲਤ ਨਜ਼ਰੀਆ। ਇਹਦੇ 'ਚੋਂ ਨਿਕਲਣਾ ਚਾਹੀਦਾ ਸਭ ਨੂੰ। ਹਾਂ, ਬਹਰਹਾਲ ਦੀਨ ਦੀਨ ਹੈ। ਦੀਨ ਤੋਂ ਬਗੈਰ ਦੁਨੀਆ ਕਿਸੇ ਕੰਮ ਦੀ ਨਹੀਂ ਹੈ। ਮੈਂ ਪਿਛਲੇ ਦਿਨਾਂ 'ਚ ਹਦੀਸ ਪਾਕ ਪੜ੍ਹੀ, ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਜਦੋਂ ਕਿਸੇ ਕਾਫਰ ਦਾ ਜਨਾਜ਼ਾ ਦੇਖਦੇ ਸੀ ਤੇ ਆਪ ਰੋਣਾ ਸ਼ੁਰੂ ਕਰ ਦਿੰਦੇ ਸੀ। ਆਪ ਇਸ ਗਮ ਨਾਲ ਰੋਂਦੇ ਸੀ ਕਿ ਇਹ ਮੇਰਾ ਉਮਤੀ ਬਗੈਰ ਕਲਮਾ ਪੜ੍ਹੇ ਚਲਾ ਗਿਆ, ਮੁਸਲਮਾਨ ਹੋ ਕੇ ਕਿਉਂ ਨਹੀਂ ਮਰਿਆ। ਮੈਨੂੰ ਵੀ ਇਸ ਗੱਲ ਦਾ ਬੜਾ, ਕਈ ਵਾਰੀ ਬਾਬੂ ਜੀ ਮੈਨੂੰ ਐਸੇ ਮੌਕੇ ਵੀ ਮਿਲੇ ਨੇ ਕਿ ਕਿਸੇ ਨੌਨ ਮੁਸਲਿਮ ਦੇ ਨਾਲ ਮੇਰੀ ਕੋਈ ਰਿਲੇਸ਼ਨਸ਼ਿਪ ਸੀ, ਕੋਈ ਜੌਬ 'ਚ, ਕੋਈ ਸਟੱਡੀਜ਼ ਜਾਂ ਕਿਵੇਂ, ਅਤੇ ਮੈਂ ਕੋਸ਼ਿਸ਼ ਕੀਤੀ, ਹਾਲਾਂਕਿ ਮੈਂ ਤਾਂ ਕੋਈ ਵੀ ਸਕਾਲਰ ਨਹੀਂ ਹੈਗੀ, ਨਾ ਮੇਰੇ ਕੋਲ ਇਸ ਲੈਵਲ ਦਾ ਇਲਮ ਸੀ, ਨਾ ਇੰਨਾ ਮੇਰਾ ਕੋਈ ਅੰਦਾਜ਼ ਐਸਾ ਸੀ ਕਿ ਉਹਨਾਂ ਨੂੰ ਮੁਤਾਸਰ ਕਰਦਾ, ਲੇਕਿਨ ਇੱਕ ਲਗਨ ਅੰਦਰ ਮੇਰੇ ਨਾ ਕਿ ਜਿੰਨਾ ਤੱਕ ਅਸੀਂ ਕਿਸੇ ਨੂੰ ਬਚਾ ਸਕੀਏ, ਜਿੰਨਾ ਤੱਕ ਕਿਸੇ ਵਾਸਤੇ ਅਸੀਂ, ਕਿਉਂਕਿ ਹੁਣ ਤਾਂ ਨਹੀਂ ਲੋਕਾਂ ਨੂੰ ਸਮਝ ਆਉਂਦੀ ਕਿ ਦੀਨ ਕੀ ਹੈ ਜਾਂ ਕਲਮਾ ਪੜ੍ਹ ਲੈਣਾ ਕੀ ਹੈ। ਉਹ ਜਦੋਂ ਪਤਾ ਲੱਗੂਗਾ ਉਦੋਂ ਤੇ ਵਕਤ ਹੀ ਨਹੀਂ ਹੋਣਾ। ਫਿਰ ਨਹੀਂ ਵਕਤ। ਮੈਂ ਇੱਕ ਦੋ ਲੋਕਾਂ ਨੂੰ ਦਾਵਤ ਵੀ ਦਿੱਤੀ, ਜਿੰਨੇ ਵੀ ਮੈਨੂੰ ਮੌਕੇ ਮਿਲੇ ਜ਼ਿੰਦਗੀ 'ਚ ਕਿਸੇ ਵੀ ਨੌਨ ਮੁਸਲਿਮ ਦੇ ਨਾਲ। ਤੇ ਮੈਂ ਹੁਣ ਇਹ ਦੇਖਦੀ ਹਾਂ, ਦੇਖੋ ਬਾਬੂ ਜੀ, ਅਸੀਂ ਜ਼ਿੰਦਗੀ 'ਚ ਕਿਸੇ ਕਾਫਰ ਨੂੰ ਅਗਰ ਅੱਗ ਵਿੱਚ ਸੁੱਟ ਦੇਈਏ ਤੇ ਕਿੱਡਾ ਵੱਡਾ ਜੁਰਮ ਹੁੰਦਾ ਹੈ। ਤੇ ਮੇਰਾ ਮੰਨਣਾ ਇਹ ਹੈ ਕਿ ਅਗਰ ਅਸੀਂ ਕਿਸੇ ਕਾਫਰ ਨੂੰ ਦੀਨ ਦੀ ਦਾਵਤ ਨਹੀਂ ਦਿੱਤੀ ਜਾਂ ਉਹਨੂੰ ਨਹੀਂ ਸਮਝਾ ਸਕਿਆ ਜਾਂ ਆਪਦੇ ਅਮਲ ਨਾਲ ਅਸੀਂ ਨਹੀਂ ਦੱਸ ਸਕੇ ਕਿ ਦੀਨ ਇਸਲਾਮ ਦੀ ਕੀ ਅਹਿਮੀਅਤ ਹੈ, ਤੇ ਉਹ ਵੀ ਅਸੀਂ ਉਹਨੂੰ ਅੱਗ 'ਚ ਹੀ ਸੁੱਟ ਰਹੇ ਹਾਂ। ਫਿਰ ਇਹ ਤਾਂ ਅੱਗ ਫਿਰ ਵੀ ਕਿਸੇ ਦਿਨ ਮੁੱਕ ਜਾਣੀ ਹੈ। ਉਹ ਜਹੰਨਮ ਦੀ ਅੱਗ ਤਾਂ ਨਹੀਂ ਠੰਡੀ ਹੋਣੀ, ਉਹ ਨਹੀਂ ਠੰਡੀ ਹੋਣੀ, ਉਹ ਨਹੀਂ ਖਤਮ ਹੋਣ ਵਾਲੀ। ਇਸ ਲਈ ਮੁਸਲਮਾਨਾਂ ਨਾਲ ਮੁਹੱਬਤ ਤੇ ਨੌਨ ਮੁਸਲਿਮ ਦੇ ਨਾਲ ਹਮਦਰਦੀ ਦਾ ਜਜ਼ਬਾ ਜਿਹੜਾ ਹਰ ਮੁਸਲਮਾਨ ਦੇ ਅੰਦਰ ਹੋਣਾ ਚਾਹੀਦਾ ਹੈ, ਤਾਂ ਕਿ ਦੁਨੀਆ ਦੇ ਵਿੱਚ ਜਿਹੜਾ ਅਮਨੋ ਅਮਾਨ ਰਵੇ। ਅਮਨੋ ਅਮਾਨ ਹੋਏਗਾ ਤੇ ਦੁਨੀਆ ਪੁਰਸਕੂਨ ਹੋਏਗੀ, ਔਰ ਪੁਰਸਕੂਨ ਹੋਏਗੀ ਤੇ ਹਰ ਕੋਈ ਆਪੋ ਆਪਦੇ ਫਰਾਈਜ਼ ਨੇ ਜਿਹੜੇ ਉਹ ਬੜੇ ਅੱਛੇ ਤਰੀਕੇ ਨਾਲ ਅਦਾ ਕਰ ਸਕੂਗਾ। ਹੁਣ ਮੈਂ ਥੋੜ੍ਹੀ ਜਿਹੀ ਤੁਹਾਡੇ ਤੋਂ ਪੁੱਛਣਾ ਚਾਹੁੰਦੀ ਹਾਂ, ਥੋੜ੍ਹੇ ਜਿਹੇ ਤੁਹਾਡੇ ਜ਼ਾਤੀ ਜ਼ਿੰਦਗੀ ਦੇ ਸਵਾਲਾਤ ਨੇ। ਵਾਲਦੈਨ ਦੇ ਨਾਲ ਤਾਂ ਜ਼ਾਹਿਰ ਹੈ ਤੁਹਾਡਾ ਵਕਤ ਬੜਾ ਹੀ ਮੁਸ਼ਕਿਲ ਗੁਜ਼ਰਿਆ, ਕਠਿਨ ਵਕਤ ਗੁਜ਼ਰਿਆ, ਕੋਈ ਤੁਸੀਂ ਉਹਨਾਂ ਨਾਲ ਨਹੀਂ ਐਸੀ ਹੈ ਸੀ ਕਿ ਮੈਂ ਜਿਤਨਾ ਸਾਬਰ ਸ਼ਾਕਿਰ ਆਪਦੇ ਵਾਲਦੈਨ ਨੂੰ ਪਾਇਆ, ਮੇਰਾ ਖਿਆਲ ਹੈ ਦੁਨੀਆ ਤੇ ਕੋਈ ਨਹੀਂ ਹੋ ਸਕਦਾ। ਬਾਬੂ ਜੀ, ਸਾਨੂੰ ਲੱਗਦਾ ਕਿ ਜਿੰਨਾ ਅਸੀਂ ਤੁਹਾਨੂੰ ਸਾਬਰ ਤੇ ਸ਼ਾਕਿਰ ਪਾਇਆ, ਦੁਨੀਆ 'ਚ ਹੋਰ ਕੋਈ ਨਹੀਂ ਹੋਣਾ। ਨਹੀਂ, ਅਸੀਂ ਤਾਂ ਕਦੇ ਕੋਈ ਗਿਲਾ ਸ਼ਿਕਵਾ ਤੁਹਾਡੇ ਮੂੰਹੋਂ ਵੀ ਨਹੀਂ ਸੁਣਿਆ। ਉਹ ਹੁਣ ਵਾਲਦਾ ਹਾਲਾਂਕਿ ਸੰਨ 58 'ਚ ਨਾਬੀਨਾ ਹੋ ਗਏ ਸੀ, ਸੰਨ 84 'ਚ ਫੌਤ ਹੋਈਆਂ ਨੇ। ਮੈਨੂੰ ਹੋਸ਼ ਹੈ, ਮੈਨੂੰ ਉਹਨਾਂ ਦਾ ਯਾਦ ਹੈ। 26 ਸਾਲ 26 ਸਾਲ ਤੇ ਕਦੇ ਉਹਨਾਂ ਦਾ ਕੋਈ ਮੁਤਾਲਬਾ, ਕੋਈ ਉਹਨਾਂ ਦਾ ਨਾਸ਼ੁਕਰੀ, ਕੋਈ ਉਹਨਾਂ ਦਾ ਝਗੜਾ ਕੋਈ ਨਹੀਂ ਸੀ। ਠੀਕ ਹੈ, ਜੋ ਉਹਨਾਂ ਨੂੰ ਦੇਤਾ ਖਾ ਲਿਆ, ਜੋ ਉਹਨਾਂ ਨੂੰ ਲਿਆ ਤਾਂ ਪਹਿਨ ਲਿਆ, ਜੋ ਕੁਛ ਉਹਨਾਂ ਨੂੰ ਮਿਲਿਆ ਠੀਕ ਹੈ।
ਵਾਲਿਦ ਸਾਹਿਬ ਉਸ ਤੋਂ ਜ਼ਿਆਦਾ, ਹਾਲਾਂਕਿ ਕੰਮ ਕਰਦੇ ਸੀਗੇ ਸਭ, ਮੈਂ ਮਦਦ ਕਰਦਾ ਸੀ, ਲੇਕਿਨ ਜਿਸ ਤਰ੍ਹਾਂ ਸਾਨੂੰ ਪਾਲਿਆ ਉਹਨਾਂ ਨੇ, ਅਸੀਂ ਨਹੀਂ ਆਪਣੀ ਔਲਾਦ ਨੂੰ ਪਾਲ ਸਕੇ ਜਿਤਨੀ ਮਿਹਨਤ ਨਾਲ, ਜਿਤਨੀ। ਨਹੀਂ ਬਾਬੂ ਜੀ, ਤੁਹਾਡੀ ਮਿਹਨਤ ਮੈਨੂੰ ਤਾਂ ਲੱਗਦਾ ਉਹਨਾਂ ਨਾਲ ਵੀ ਜ਼ਿਆਦਾ ਹੈ, ਕਿਉਂਕਿ ਤੁਹਾਡੇ ਤੇ ਤਾਂ ਦੋਹਰੀਆਂ ਤੇਰੀਆਂ ਚੌਰੀਆਂ ਜ਼ਿੰਮੇਵਾਰੀਆਂ ਸੀ। ਤੁਸੀਂ ਪੜ੍ਹ ਲਿਖ ਵੀ ਲਿਆ, ਫਿਰ ਪੜ੍ਹਦੇ ਵੀ ਰਹੇ, ਤੁਸੀਂ ਫਿਰ ਨੌਕਰੀ ਵੀ ਕੀਤੀ, ਤੁਸੀਂ ਫਿਰ ਆਪਦਾ ਜ਼ਿਮੀਂਦਾਰਾ ਵੀ ਸਾਂਭਿਆ, ਫਿਰ ਤੁਸੀਂ ਨਾਲ ਹੋਰ ਵੀ ਛੋਟੇ ਮੋਟੇ ਕਾਰੋਬਾਰ ਕੀਤੇ। ਮਾਸ਼ਾਅੱਲਾ ਅਸੀਂ 10 ਭੈਣ ਭਾਈ ਸੀ, ਸਾਨੂੰ 10 ਨੂੰ ਤੁਸੀਂ ਪੜ੍ਹਾਇਆ ਔਰ ਕਿਸੇ ਕਾਬਿਲ ਬਣਾਇਆ। ਇਹ ਕਿਸੇ ਆਮ ਬੰਦੇ ਔਰ ਐਸੀ ਜਗ੍ਹਾ ਤੇ, ਐਸੇ ਪਿੰਡ ਥਾਂ ਤੇ, ਐਸੀ ਜਗ੍ਹਾ ਤੇ ਰਹਿੰਦਿਆਂ ਹੋਇਆਂ ਜਿੱਥੇ ਆਮ ਪੜ੍ਹਾਈ ਦੀਆਂ ਸਹੂਲਤਾਂ ਵੀ ਨਹੀਂ। ਸਾਡੇ ਮੈਂ ਅੱਜ ਦੇਖਦੀ ਹਾਂ ਜਿੱਥੇ ਮੈਂ ਬੈਠੀ ਹਾਂ, ਮੇਰੇ ਨਾਲ ਦੀ ਕੋਈ ਵੀ ਮੇਰੀ ਕਲਾਸ ਫੈਲੋ ਇਸ ਲੈਵਲ ਤੇ ਨਹੀਂ ਹੈਗੀ। ਤੇ ਅਗਰ ਅੱਜ ਇੱਥੇ ਮੈਂ ਬੈਠੀ ਹਾਂ ਤੇ ਤੁਹਾਡੀਆਂ ਹੀ ਦੁਆਵਾਂ ਨੇ, ਤੁਹਾਡੀਆਂ ਹੀ ਮਿਹਨਤਾਂ ਨੇ, ਤੁਹਾਡੇ ਸਦਕੇ ਅੱਲਾਹ ਤਾਲਾ ਨੇ ਨਵਾਜ਼ਿਆ। ਤੇ ਵਰਨਾ ਅੱਜ ਮੈਂ ਐਮਫਿਲ ਕਰ ਲਿਆ ਤੇ ਮੈਂ ਤਾਂ ਕਦੇ ਉੱਥੇ ਸੋਚ ਵੀ ਨਹੀਂ ਸਕਦੀ ਸੀ ਕਿ ਉੱਥੇ ਰਹਿੰਦਿਆਂ ਵੀ ਕਦੇ ਕੋਈ ਐਮਫਿਲ ਕਰ ਲੂਗਾ। ਸਾਨੂੰ ਜਿਹੜੇ ਮੈਨੂੰ ਹਾਲਾਤ ਮਿਲੇ ਉਹ ਉਹਨਾਂ ਦੇ ਨਾਲੋਂ ਮੁਸ਼ਕਿਲ ਸੀ। ਸਾਡੇ ਨਹੀਂ, ਵਾਲਦੈਨ ਦੇ, ਉਹ ਪਾਰਟੀਸ਼ਨ 'ਚ ਆਏ, ਕਿਉਂਕਿ ਉਹ ਮਾਈਗ੍ਰੇਸ਼ਨ ਕਰਕੇ ਆਏ ਸੀਗੇ। ਬੜੀ ਯਾਨੀ ਕਠਿਨ ਜ਼ਿੰਦਗੀ, ਕਸਮ ਪੁਰਸੀ ਦੀ, ਗਰੀਬੀ ਦੀ। ਹਾਲਾਂਕਿ ਜ਼ਿਮੀਂਦਾਰ ਸੀਗੇ, ਲੇਕਿਨ ਮਾਈਗ੍ਰੇਸ਼ਨ ਕੀਤੀ ਤੇ ਜ਼ਮੀਨਾਂ ਅਲਾਟ ਹੁੰਦੀਆਂ, ਕਲੇਮ ਪੈਂਦੇ ਆ, ਸਭ ਕੁਝ ਖੁੱਸ ਗਿਆ ਇੱਕ ਵਾਰੀ। ਅੱਲਾਹ ਤਾਲਾ ਉਹਨਾਂ ਨੂੰ ਜੰਨਤੁਲ ਫਿਰਦੌਸ ਵਿੱਚ ਆਲਾ ਮਕਾਮ ਦੇਵੇ। ਅੱਲਾਹ ਤਾਲਾ ਨੇ ਯਕੀਨਨ ਉਹਨਾਂ ਵਾਸਤੇ ਜੰਨਤ ਦੇ ਬਾਗ ਬਣਾਏ ਹੋਏ ਹੋਣਗੇ ਕਿ ਉਹਨਾਂ ਨੇ ਇਸਲਾਮ ਦੇ ਨਾਮ ਤੇ ਆਪਦਾ ਸਾਰਾ ਕੁਝ ਕੁਰਬਾਨ ਕਰਕੇ, ਔਰ ਉਹਨਾਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਅਸੀਂ ਆਪਣੇ ਬਾਲ ਬੱਚੇ ਜਾਂ ਆਪਣੀਆਂ ਜ਼ਿੰਦਗੀਆਂ ਲੈ ਕੇ ਪਾਕਿਸਤਾਨ ਪਹੁੰਚਣਾ ਵੀ ਹੈ ਕਿ ਨਹੀਂ। ਉਸ ਵੇਲੇ ਤਾਂ ਕਲਮੇ ਦਾ ਹੀ ਸੀ ਨਾ ਵਿਰਦ ਜਾਰੀ, ਲਾ ਇਲਾਹਾ ਇਲੱਲਾਹ ਦੇ ਨਾਮ ਤੇ ਜਿਹੜਾ ਵਤਨ ਬਣਿਆ ਔਰ ਉਹਦੇ ਵਾਸਤੇ ਉਹ ਆਏ। ਅੱਲਾਹ ਤਾਲਾ ਨੇ ਯਕੀਨਨ ਉਹਨਾਂ ਦੀਆਂ ਕਬਰਾਂ ਤੇ ਆਪਣੀ ਰਹਿਮਤ ਦੇ ਸਾਏ ਕੀਤੇ ਹੋਏ ਨੇ, ਔਰ ਇਨਸ਼ਾਅੱਲਾਹ ਵਲ ਅਜ਼ੀਜ਼ ਉਹਨਾਂ ਦੀਆਂ ਜਿਹੜੀਆਂ ਜ਼ਿੰਦਗੀਆਂ ਨੇ ਨਾ, ਉਹ ਸ਼ਹੀਦਾਂ ਦੀਆਂ ਜ਼ਿੰਦਗੀਆਂ ਵਰਗੀਆਂ ਜ਼ਿੰਦਗੀਆਂ ਨੇ ਕਿ ਜਿਵੇਂ ਇੱਕ ਸ਼ਹੀਦ ਨੂੰ ਰੁਤਬੇ ਮਿਲਦੇ ਨੇ ਨਾ। ਇੱਧਰ ਆ ਕੇ ਜਦੋਂ ਰੋਜ਼ੀ ਦਾ ਸਿਲਸਿਲਾ ਕੋਈ ਨਹੀਂ ਸੀ, 8 ਆਨੇ ਦਿਹਾੜੀ ਕਰਦੇ ਹੁੰਦੇ, ਜਦੋਂ ਹਲੇ ਜ਼ਮੀਨਾਂ ਦੇ ਕਲੇਮ ਨਹੀਂ ਸੀ। ਉਹ 2 ਦਿਹਾੜੀਆਂ ਦਾ 1 ਰੁਪਈਆ ਮਿਲਿਆ ਵਾਲਿਦ ਸਾਹਿਬ ਨੂੰ, ਬੜੇ ਭਾਈ ਨੂੰ ਹੁਣ ਉਦੋਂ ਐਡੀ ਨਹੀਂ ਸੀ ਪਤਾ ਵੀ ਕਾਗਜ਼ ਦਾ ਕੀ ਹੈ, ਉਹ ਫਾੜ ਦਿੱਤਾ। ਲੇਕਿਨ ਉਹਨਾਂ ਨੇ ਇਹ ਨਹੀਂ ਸੀ ਵੀ ਮਾਰਿਆ ਹੋਵੇ ਜਾਂ ਡਾਂਟਿਆ। ਕਿੱਡੇ ਗ੍ਰੇਟ ਨੇ, ਦਾ ਗ੍ਰੇਟ ਪੇਰੈਂਟਸ। ਹੁਣ ਬਾਬੂ ਜੀ ਤਾਇਆ ਜੀ ਦਾ ਜ਼ਿਕਰ ਆ ਗਿਆ, ਮੈਂ ਪਤਾ ਨਹੀਂ ਮੈਨੂੰ ਇਹ ਸਵਾਲ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ। ਜਦੋਂ ਤਾਇਆ ਜੀ ਇੱਥੋਂ ਚਲੇ ਗਏ ਉਦੋਂ ਵੀ ਵਾਲਦੈਨ ਵਾਸਤੇ ਵੀ, ਤੁਹਾਡੇ ਵਾਸਤੇ ਵੀ ਬੜੀ ਤਕਲੀਫ ਹੋਈ ਹੋਣੀ ਹੈ। ਤਕਲੀਫ ਤਾਂ ਸੀਗੀ, ਲੇਕਿਨ ਮਸਲਾ ਸੀ ਰੋਜ਼ੀ ਦਾ। ਇੱਥੇ ਫਿਰ ਰੋਜ਼ੀ ਦਾ ਹੀਲਾ ਨਹੀਂ ਸੀ। ਤੁਹਾਨੂੰ ਵੀ ਤਾਂ ਰੱਬ ਨੇ ਰੋਜ਼ੀ ਦੇ ਹੀ ਦਿੱਤੀ ਇੱਥੇ। ਉਹ ਸਾਰਾ ਬਣ ਗਿਆ ਨਾ ਫਿਰ ਉਹਦੇ ਸਸੁਰਾਲ ਦਾ, ਉਹ ਚੂੰਕਿ ਖਾਂਦੇ ਪੀਂਦੇ ਸੀ ਚੰਗਾ। ਬਾਬਾ ਜੀ ਅੱਜ ਤੁਹਾਨੂੰ ਲੱਗਦਾ ਵੀ ਤਾਇਆ ਜੀ ਨੂੰ ਕਿਤੇ ਇਸ ਗੱਲ ਦਾ ਕੋਈ ਪਛਤਾਵਾ ਹੋਊਗਾ ਕਿ ਮੈਂ ਆਪਣੇ ਮਾਂ-ਬਾਪ ਨੂੰ ਛੱਡ ਕੇ ਗਿਆ ਸੀ? ਕਿਸੇ ਨੂੰ ਵੀ ਨਹੀਂ। ਅੱਜ ਹੁਣ ਸਲੀਮ ਨੂੰ ਪਛਤਾਵਾ ਹੈ? ਕੋਈ ਨਹੀਂ, ਨਾ ਉਹਨੂੰ ਪਛਤਾਵਾ ਸੀ। ਇਹ ਤਾਂ ਵਕਤ ਦੇ ਨਾਲ ਇਵੇਂ ਹੋ ਜਾਂਦਾ ਬੰਦਾ। ਮੈਨੂੰ ਇੰਝ ਲੱਗਦਾ ਹੈ ਕਿ ਬੰਦਾ ਜਦੋਂ ਕੋਈ ਵੀ ਗਲਤੀ ਤੇ ਹੁੰਦਾ ਹੈ ਨਾ, ਉਹ ਕਿਤੇ ਨਾ ਕਿਤੇ ਆਪਣੇ ਆਪ ਨੂੰ ਸੈਟੀਸਫਾਈ ਕਰ ਲੈਂਦਾ ਹੈ। ਹਾਲਾਂਕਿ ਰਿਸਕ ਤਾਂ ਰੱਬ ਨੇ ਮਾਂ-ਬਾਪ ਦੇ ਕਦਮਾਂ 'ਚ ਵੀ ਦੇ ਹੀ ਦੇਣਾ ਹੈ। ਹਾਂ, ਲੇਕਿਨ ਇਨਸਾਨਾਂ ਨੇ ਆਪਣੇ ਆਪ ਨੂੰ ਮੁਤਮਿਨ ਕਰਨ ਵਾਸਤੇ ਬੜੇ ਹੀਲੇ ਬਹਾਨੇ ਬਣਾ ਰੱਖੇ ਹੁੰਦੇ ਨੇ। ਯਾਨੀ ਹੁਣ ਸਲੀਮ ਦੇ ਹਾਲਾਤ ਜ਼ਿੰਦਗੀ ਦੇਖੀਏ ਤਾਂ ਬਜ਼ਾਹਿਰ ਉਹ ਚਾਹੇ ਕਾਰ ਦਾ ਮਾਲਕ ਹੈ, ਕੁਛ ਹੈਗਾ, ਲੇਕਿਨ ਬਹੁਤ ਕਠਿਨ ਨੇ, ਬਹੁਤ ਬੁਰੇ ਹਾਲਾਤ 'ਚ ਉਹ ਗੁਜ਼ਰੇ ਹੈ। ਅੱਲਾਹ ਤਾਲਾ ਆਸਾਨੀਆਂ ਕਰੇ ਉਹਨਾਂ ਵਾਸਤੇ। ਤੁਸੀਂ ਮੈਂ ਅੰਮੀ ਜੀ ਨੂੰ ਵੀ ਅਕਸਰ ਯਾਦ ਕਰਾਉਂਦੀ ਰਹਿੰਦੀ ਹਾਂ, ਤੁਹਾਨੂੰ ਵੀ, ਕਿ ਤੁਸੀਂ ਦਿਲੋਂ ਹੋ ਕੇ ਆਪਣੀ ਸਾਰੀ ਔਲਾਦ ਨੂੰ ਮਾਫ ਕਰ ਦਿਆ ਕਰੋ। ਅਸੀਂ ਗੁਨਹਗਾਰ ਹਾਂ, ਅਸੀਂ ਤੁਹਾਡੇ ਖਤਾਵਾਰ ਹਾਂ, ਕਸੂਰਵਾਰ ਹਾਂ। ਅਸੀਂ ਉਸ ਤਰ੍ਹਾਂ ਤੁਹਾਡੀ ਖਿਦਮਤ ਨਹੀਂ ਕਰ ਸਕੇ ਜਿਸ ਤਰ੍ਹਾਂ ਕਰਨ ਦਾ ਹੱਕ ਬਣਦਾ ਸੀ, ਜੋ ਜਿੰਨੀ ਤੁਸੀਂ ਡਿਜ਼ਰਵ ਕਰਦੇ ਸੀ। ਹਾਂ, ਬੜਾ ਹੀ ਜ਼ਿੰਦਗੀ ਹੁਣ ਜਿਸ ਉਮਰ ਤੇ ਤੁਸੀਂ ਪਹੁੰਚੇ ਹੋਏ ਹੋ, ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਤੁਹਾਨੂੰ ਕਿਸ ਵੇਲੇ ਮਹਿਸੂਸ ਹੋਈ ਕਿ ਜ਼ਿੰਦਗੀ 'ਚ ਹੁਣ ਮੈਂ ਖੁਸ਼ ਹਾਂ? ਇਸ ਚੀਜ਼ ਤੇ ਖੁਸ਼ੀ ਇਹੀ ਹੈ ਕਿ ਮੈਂ ਅੱਲਾ ਦੇ ਰਾਹ 'ਤੇ ਚੱਲ ਰਿਹਾ, ਆਪਦੇ ਨਮਾਜ਼ ਰੋਜ਼ਾ ਕਰ ਰਿਹਾ। ਅਲਹਮਦੁਲਿਲਾ। ਯਾਨੀ ਦੁਨੀਆ ਦੀਆਂ ਜਿਹੜੀ ਹੈ ਨਾ ਮਾਦੀਅਤ, ਇਹਦਾ ਕੋਈ ਵੈਲਿਊ ਨਹੀਂ ਹੈ। ਸ਼ੁਕਰ ਹੈ ਅੱਲਾ ਦਾ, ਪੈਨਸ਼ਨ ਮੇਰੀ ਐਸੀ ਹੈ ਕਿ ਮੇਰਾ ਗੁਜ਼ਾਰਾ ਅੱਛੀ ਤਰ੍ਹਾਂ ਹੋ ਰਿਹਾ ਹੈ। ਮੈਨੂੰ ਹੋਰ ਦੁਨਿਆਵੀ ਖਵਾਹਿਸ਼ ਕੋਈ ਇਹ ਨਹੀਂ ਹੈ। ਬੱਚੇ ਨੇ, ਉਹਨਾਂ ਨੇ ਆਪਣੀ ਕਿਸਮਤ ਖਾਣੀ ਹੈ, ਆਪਦਾ ਕਮਾਉਣਾ ਹੈ, ਖਾਣਾ ਹੈ। ਮੈਨੂੰ ਕਿਸੇ ਵਾਸਤੇ ਉਹਨਾਂ ਦਾ ਫਿਕਰ ਨਹੀਂ ਹੈ। ਠੀਕ ਹੈ, ਹੁੰਦਾ ਤਾਂ ਹੈ ਤੰਗੀ 'ਚ, ਲੇਕਿਨ ਮੈਂ ਇਹ ਪਰੇਸ਼ਾਨੀ ਨਹੀਂ ਲੈਂਦਾ ਕਿ ਜਿਹੜਾ ਉਹਨਾਂ ਦੀ ਕਿਸਮਤ 'ਚ ਲਿਖਿਆ ਉਹਨਾਂ ਨੂੰ ਦੇ ਰਿਹਾ, ਮਿਲੇਗਾ। ਅੱਲਾ ਦੇ। ਅੱਛਾ
खुश इस चीज़ से हो, मुतमिन हो कि अल्लाह ताला ने दीन दी दौलत नाल मालामाल किया होया माशाअल्लाह माशाअल्लाह। अल्लाह ताला दीन दुनिया और आखिरत विच बहुत बुलंद रुतबे अता ਮੈਨੂੰ ਇੱਕ फरमावे तुहानू माशाअल्लाह। ਅੱਛੇ ਖਾਨਦਾਨ ਦਾ ਪੈਰੋਕਾਰ ਖਾਨਦਾਨ ਦੇ ਚਿਸ਼ਤੀਆਂ ਨਾਲ ਮੇਰਾ ਤਾਲੁਕ ਹੈ ਔਰ ਫਖਰ ਹੈ ਮੈਨੂੰ ਕਿ ਮੈਨੂੰ ਮੇਰੇ ਮੁਰਸ਼ਿਦ ਕਾਮਿਲ ਮਿਲੇ। ਮੈਂ ਉਹਨਾਂ ਦਾ ਪੈਰਵੀ ਕਰਦਾ, ਮੈਂ ਜਿੱਥੇ ਤੱਕ ਹੋ ਸਕਦੀ ਹੈ ਠੀਕ ਕਰਦਾ। ਹੁਣ ਖੁਸ਼ੀ ਤਾਂ ਮੈਂ ਪੁੱਛ ਲਈ ਤੁਹਾਡੀ ਕੀ ਹੈ, ਮੈਨੂੰ ਆਪ ਨੂੰ ਹੀ ਬਹੁਤ ਝਾਕਾ ਆ ਰਿਹਾ ਹੈ ਇਸ ਵੇਲੇ ਪੁੱਛਦਿਆਂ ਕਿ ਅਗਰ ਮੈਂ ਪੁੱਛਾਂ ਕਿ ਜ਼ਿੰਦਗੀ ਦਾ ਸਭ ਤੋਂ ਵੱਡਾ ਗਮ ਕੀ ਸੀ। ਗਮ ਮੈਨੂੰ ਇਹੀ ਹੈ ਕਿ ਮੈਂ ਵਾਲਦੈਨ ਨੂੰ ਸਹੀ ਨਹੀਂ ਸੰਭਾਲ ਸਕਿਆ। ਹਾਲਾਂਕਿ ਬਾਬਾ ਜੀ ਲੋਕ ਤਾਂ ਮਿਸਾਲਾਂ ਦਿੰਦੇ ਨੇ ਕਿ ਦੇਖੋ ਗਫਾਰ ਨੇ ਕਿਵੇਂ ਆਪਣੇ ਮਾਂ-ਬਾਪ ਰੱਖੇ ਨੇ, ਲੇਕਿਨ ਇਹ ਸਿਰਫ ਉਹਨਾਂ ਦਾ ਸਬਰ ਸੀ ਜਿਹਦੀ ਵਜ੍ਹਾ ਨਾਲ ਇਹ ਮਿਸਾਲ ਬਣੀ ਹੈ। ਵਰਨਾ ਤੰਗੀਆਂ ਲੜਾਈਆਂ ਹੁੰਦੀਆਂ, ਗਿਲੇ ਸ਼ਿਕਵੇ ਹੁੰਦੇ, ਲੇਕਿਨ ਉਹਨਾਂ ਨੇ ਉਹਨਾਂ ਦੇ ਸਬਰ ਦੀ ਵਜ੍ਹਾ ਤੋਂ ਵਕਤ ਸੀ ਜਿਹੜਾ ਪਾਸ ਹੋ ਗਿਆ। ਬਾਤ ਹੋ ਅੱਲਾਹ ਗਿਆ ਤਾਲਾ ਔਰ ਉਹਨਾਂ ਦੇ ਲੋਕਾਂ ਨੂੰ ਕਬਰਾਂ ਉਸ ਜੰਨਤ ਦਾ ਬਾਗ ਲੋਕਾਂ ਨੂੰ ਬਣਾਵੇ। ਅੱਛਾ ਲੱਗਦਾ ਹੈ ਉਹ ਵਕਤ, ਮੈਨੂੰ ਨਹੀਂ ਅੱਛਾ ਲੱਗਦਾ। ਯਾਨੀ ਤੁਹਾਡੇ ਅੰਦਰ ਹਲੇ ਵੀ ਇਸ ਚੀਜ਼ ਤੱਕ ਇਸ ਚੀਜ਼ ਨੂੰ ਬਾਬਾ ਜੀ ਅਸੀਂ ਦੁਆਵਾਂ ਕਰ ਸਕਦੇ ਹਾਂ ਅੱਲਾ ਅੱਗੇ, ਸਦਕੇ ਦੇ ਸਕਦੇ ਹਾਂ ਉਹਨਾਂ ਦੇ ਨਾਮ ਦੇ। ਅੱਲਾਹ ਤਾਲਾ ਮਾਫ ਫਰਮਾ ਦੇਵੇ, ਅੱਲਾਹ ਤਾਲਾ ਮਾਫ ਫਰਮਾਉਣ ਵਾਲਾ ਹੈ। ਉਹਦੇ ਇੰਨਾ ਪਿਆਰ ਕਰਨ ਵਾਲੇ ਲੋਕ ਸਨ ਜਿੰਨਾ ਸਾਨੂੰ ਯਾਦ ਹੈ ਕਿ ਉਹ ਯਕੀਨਨ ਅੱਲਾ ਦੇ ਸਾਹਮਣੇ ਵੀ ਸਾਡਾ ਕੋਈ ਗਿਲਾ ਨਹੀਂ ਕਰਨਗੇ, ਲੇਕਿਨ ਸਾਨੂੰ ਆਪੇ ਹੀ ਸ਼ਰਮ ਹੁੰਦੀ ਹੈ ਕਿ ਅਸੀਂ ਕੀ ਕਰ ਰਹੇ ਹਾਂ। ਤੇ ਅੱਜ ਕੱਲ੍ਹ ਅਸੀਂ ਜੋ ਕੁਛ ਕਰ ਰਹੇ ਹਾਂ ਆਪਣੇ ਮਾਂ-ਬਾਪ ਦੇ ਨਾਲ, ਤੇ ਸਾਨੂੰ ਤੇ ਡੁੱਬਾ ਨਹੀਂ ਆਉਂਦਾ। ਇਹਦੇ ਵਾਸਤੇ ਤਾਂ ਕੋਈ ਹੈ ਹੀ ਨਹੀਂ ਲਫ਼ਜ਼ ਕਿ ਅਸੀਂ ਕੁਛ ਕਰ ਸਕੀਏ। ਇੱਕ ਹੋਰ ਬਹੁਤ ਹੀ ਫਲਸਫਿਆਨਾ ਜਿਹਾ ਸਵਾਲ ਮੈਂ ਤੁਹਾਡੇ ਤੋਂ ਕਰਨਾ ਚਾਹੂੰਗੀ। ਮਾਸ਼ਾਅੱਲਾ ਮਾਸ਼ਾਅੱਲਾ, ਮੈਂ ਕਦੇ ਵੀ ਜ਼ਿੰਦਗੀ 'ਚ ਤੁਹਾਨੂੰ ਕਿਸੇ ਦੇ ਬਾਰੇ ਬਦਗੁਮਾਨੀਆਂ ਕਰਦਿਆਂ ਨਹੀਂ ਦੇਖਿਆ ਕਿ ਤੁਸੀਂ ਕਿਸੇ ਤੋਂ ਬਦਗੁਮਾਨ ਹੋਏ ਹੋ, ਕਿਸੇ ਨੂੰ ਕਿਹਾ ਹੋਵੇ ਕਿ ਉਹ ਮੈਨੂੰ ਧੋਖਾ ਦੇ ਗਿਆ, ਉਹ ਮੈਨੂੰ ਲੁੱਟ ਗਿਆ, ਉਹ ਕਰ ਗਿਆ। ਇਹ ਚੰਗੇ ਤੇ ਮਾੜੇ ਲੋਕਾਂ ਦੀ ਪਰਖ ਦਾ ਕੀ ਪੈਮਾਨਾ ਹੋਣਾ ਚਾਹੀਦਾ? ਕਿਵੇਂ ਬੰਦੇ ਨੂੰ ਪਤਾ ਲੱਗੇ ਕਿ, ਕਿਉਂਕਿ ਜਦੋਂ ਕਿਤੇ ਤਾਲੁਕਦਾਰੀ ਬਣਦੀ ਹੈ ਉਦੋਂ ਤਾਂ ਸ਼ੁਰੂ ਤੇ ਸਾਰੇ ਹੀ ਬੜੇ ਚੰਗੇ ਹੁੰਦੇ ਨੇ। ਬਸ ਇਹ ਤਾਂ ਆਪਣੇ ਅੰਦਰ ਨੂੰ ਦੇਖਣਾ ਪੈਂਦਾ। ਅਗਰ ਅਸੀਂ ਕਿਸੇ ਦੇ ਬਾਰੇ 'ਚ ਕੋਈ ਬਦਗੁਮਾਨੀ ਜਾਂ ਕੋਈ ਬੁਰਾ ਨਹੀਂ ਸੋਚਦੇ ਤਾਂ ਇਹੋ ਹੀ ਖਿਆਲ ਹੈ ਕਿ ਕੋਈ ਵੀ ਸਾਡੇ ਬਾਰੇ 'ਚ ਨਹੀਂ ਸੋਚਦਾ ਹੈਗਾ। ਅਗਰ ਸੋਚਦਾ ਵੀ ਹੋਊਗਾ ਤੇ ਸਾਡਾ ਦਿਲ ਤੇ ਮੁਤਮਈਨ ਹੈ ਸਾਡਾ ਨਾ, ਅਸੀਂ ਤਾਂ ਦਿਲ ਆਪਣੀ ਕੀਤੀ ਤੇ ਸੋਚਣਾ ਵੀ ਅਸੀਂ। ਸਭ ਤੋਂ ਵੱਡੀ ਚੀਜ਼ ਅੱਜ ਮਾਸ਼ਰੇ ਦੀ ਖਰਾਬੀ ਗੀਬਤ ਹੈ, ਜਿਸ ਤੋਂ ਅੱਲਾਹ ਤਾਲਾ ਨੇ ਬਹੁਤ ਤੰਬੀਹ ਕੀਤੀ ਹੈ, ਲੇਕਿਨ ਇਹ ਐਸੀ ਆਮ ਹੋ ਚੁੱਕੀ ਹੈ ਕਿ ਇਸ ਨੂੰ ਹੁਣ ਬੁਰਾਈ ਸਮਝਿਆ ਹੀ ਨਹੀਂ ਜਾਂਦਾ। ਇਹ ਵੀ ਕੁਰਬੁਲ ਕਿਆਮਤ ਦੀ ਨਾ ਇੱਕ ਨਿਸ਼ਾਨੀ ਹੈ ਕਿ ਉਦੋਂ ਗੁਨਾਹਾਂ ਨੂੰ ਗੁਨਾਹ ਨਹੀਂ ਸਮਝਿਆ ਗੁਨਾਹ ਜਾਂਦਾ। ਨਹੀਂ ਸਮਝਿਆ ਜਾਂਦਾ। ਜਿਵੇਂ ਹਰਾਮ ਤੇ ਹਲਾਲ ਦੀ ਫਿਕਰ ਤੋਂ ਗਾਫਿਲ ਹੋ ਗਏ ਨੇ ਕਿ ਫਿਕਰ ਹੀ ਨਹੀਂ ਹੁੰਦੀ ਕਿ ਹਲਾਲ ਆ ਰਿਹਾ ਕਿ ਹਰਾਮ ਆ ਰਿਹਾ, ਬਸ ਆਉਣਾ ਚਾਹੀਦਾ ਹੈ। ਹਾਂ, ਇਹ ਵੀ ਬਹੁਤ ਵੱਡੇ ਅਜ਼ਾਬ ਨੂੰ ਦਾਵਤ ਦੇਣ ਵਾਲੀ ਗੱਲ ਹੈ, ਕਬਰ ਦੇ ਅਜ਼ਾਬ ਨੂੰ ਦਾਵਤ ਦੇਣ ਵਾਲੀ ਗੱਲ ਹੈ। ਥੋੜ੍ਹਾ ਜਿਹਾ ਇੱਕ ਹੋਰ ਮੈਂ ਤੁਹਾਡੇ ਤਜਰਬੇ ਤੋਂ ਜਾਣਨਾ ਚਾਹੂੰਗੀ ਕਿ ਕਿਹਾ ਇਹ ਜਾਂਦਾ ਕਿ ਜਿਹੜੇ ਲੋਕ ਬੜੇ ਚਲਾਕ ਤੇ ਹੁਸ਼ਿਆਰ ਹੁੰਦੇ ਨੇ ਉਹ ਤਰੱਕੀ ਕਰ ਜਾਂਦੇ ਨੇ ਤੇ ਸ਼ਰੀਫ ਲੋਕ ਪਿੱਛੇ ਰਹਿ ਜਾਂਦੇ ਨੇ, ਕਿਆ ਇਹ ਗੱਲ ਸਹੀ ਹੈ? ਇਹ ਦੇਖੋ ਇੱਕ ਕੌਲ ਹੈਗਾ ਸ਼ੇਖ ਸਾਦੀ ਰਹਿਮਤੁल्लाह अलैह ਦਾ, ਮੈਂ ਉਹਦਾ ਪੰਜਾਬੀ 'ਚ ਹੀ ਕਰਦਾ ਕਿ ਅਗਰ ਰੋਜ਼ੀ ਅਕਲ 'ਤੇ ਮੌਕੂਫ ਹੁੰਦੀ ਤਾਂ ਫਿਰ ਬੇਵਕੂਫ ਤਾਂ ਭੁੱਖੇ ਮਰ ਜਾਂਦੇ। ਚਲਾਕੀਆਂ ਨਾਲ ਜਾਂ ਇਹਨਾਂ ਚੀਜ਼ਾਂ ਨਾਲ ਠੀਕ ਹੈ, ਵਕਤੀ ਤੌਰ 'ਤੇ ਉਹਨਾਂ ਦੀ ਤਸੱਲੀ ਹੋ ਜਾਂਦੀ ਹੈ ਕਿ ਮੈਂ ਇਹ ਕਰ ਲਿਆ, ਲੇਕਿਨ ਨਹੀਂ, ਅਖੀਰ ਘਾਟੇ 'ਚ ਉਹ ਹੀ ਰਹਿੰਦੇ ਨੇ। ਕਿਉਂਕਿ ਤਕਦੀਰ ਜਿਹੜੀ ਲਿਖੀ ਹੈ ਨਾ ਉਹ ਤਾਂ ਬੰਦੇ ਨੂੰ ਲਿਖ ਕੇ ਰਹਿਣੀ ਹੈ, ਤੇ ਇਨਸਾਨ ਦੀ ਚਲਾਕੀ ਜਾਂ ਉਹਦੀ ਕੋਸ਼ਿਸ਼ਾਂ ਇਹ ਹੁੰਦੀਆਂ ਨੇ ਕਿ ਅਸੀਂ ਤਕਦੀਰ ਨਾਲ ਵੱਧ ਲੈ ਲਈਏ ਤੇ ਵਕਤ ਤੋਂ ਪਹਿਲਾਂ ਲੈ ਲਈਏ। ਔਰ ਇਹ ਚੀਜ਼ਾਂ ਨੇ ਨਾ ਜਿਹੜੀਆਂ ਇਨਸਾਨ ਨੂੰ ਦੂਸਰੇ ਇਨਸਾਨ ਦੀਆਂ ਨਜ਼ਰਾਂ 'ਚ ਗਿਰਾ ਹੀ ਸਕਦੀਆਂ ਨੇ। ਮੇਰਾ ਨਹੀਂ ਖਿਆਲ ਕਿ ਇਹਦੇ 'ਚੋਂ ਕੋਈ ਬੰਦਾ ਕੁਝ ਖੱਟ ਸਕਦਾ ਹੋਣਾ ਹੈ। ਇਸਲਾਮ ਦਾ ਬੁਨਿਆਦੀ ਨਜ਼ਰੀਆ ਇਨਸਾਨੀਅਤ ਦੀ ਫਲਾਹ ਹੈ। ਹੁਕਮ ਹੈ ਕਿ ਤੁਹਾਡਾ ਪੜੋਸੀ ਅਗਰ ਗੈਰ ਮੁਸਲਿਮ ਵੀ ਹੈ ਉਹਦੇ ਨਾਲ ਵੀ ਅੱਛਾ ਸਲੂਕ ਕਰੋ। ਅਤੇ ਚਾਹੇ ਜਾਏ ਕਿ ਅਸੀਂ ਆਪਸ 'ਚ ਮੁਸਲਮਾਨ ਹੀ ਇੱਕ ਦੂਸਰੇ ਨਾਲ ਧੋਖੇ ਅਤੇ ਠੱਗੀਆਂ ਕਰੀਏ, ਬਹੁਤ ਯਾਨੀ ਬਦਨਸੀਬੀ ਹੈ ਸਾਡੀ ਅੱਜ ਦੇ ਦੌਰ ਦੀ। ਪਤਾ ਨਹੀਂ ਕਿਉਂ ਮੈਨੂੰ ਕਿਤੇ ਲੱਗਦਾ, ਬਲਕਿ ਅਕਸਰ ਹੀ ਮੈਨੂੰ ਇਹੀ ਲੱਗਦਾ ਹੈ, ਕਿਤੇ ਵੀ ਮੈਂ ਦੁੱਖ ਤਕਲੀਫ ਭੁੱਖ ਜਾਂ ਤੰਗੀ ਦੇਖਦੀ ਹਾਂ, ਮੈਨੂੰ ਲੱਗਦਾ ਹੈ ਕਿ ਇਹ ਮਾਵਾਂ ਦੀ ਬੇਕਦਰੀ ਹੈ। ਕਿਤੇ ਜਿਹੜਾ ਬੰਦਾ ਮਾਂ ਬਾਪ ਦੇ ਕਦਮਾਂ 'ਚ ਬਹਿ ਜਾਵੇ, ਬਹਰਹਾਲ ਭੁੱਖ ਤਕਲੀਫ ਜਿਹੜੀ ਹੈ ਇਹ ਤਾਂ ਆਉਣੀ ਇੱਕ ਤਕਦੀਰੀ ਚੀਜ਼ ਹੈ, ਇਹ ਨਹੀਂ ਹੈ।
ਲੇਕਿਨ ਉਹਨੂੰ ਜ਼ਹਿਨੀ ਸਕੂਨ ਜ਼ਰੂਰ ਹਾਂ ਹੋਏਗਾ ਉਹ ਜਿਹੜਾ ਗੁਰਬਤ ਵਿੱਚ ਵੀ ਮੁਤਮਿਨ ਹੋਏਗਾ। ਹਾਂ, ਮੁਤਮਿਨ। ਜਿਹੜਾ ਇਨਸਾਨ ਥੋੜੇ ਪੈਸੇ ਨਾਲ ਵੀ ਮਾਂ-ਬਾਪ ਦੇ ਕਦਮਾਂ 'ਚ ਬੈਠਾ ਹੈ ਨਾ, ਉਹ ਮਹਿਲਾਂ 'ਚ ਬੈਠਾ ਤੇ ਮਾਂ-ਬਾਪ ਦੀ ਬੇਹਰਮਤੀ ਕਰਨ ਵਾਲਾ ਜਿਹੜਾ ਉਹਦੇ ਨਾਲੋਂ ਸਕੂਨ ਬਹੁਤ ਹੋਏਗਾ। ਬਹੁਤ ਲੇਕਿਨ ਬਿਹਤਰ ਮੈਂ ਹੈ। ਇਹ ਦੇਖਦੀ ਹਾਂ ਬਾਬੂ ਜੀ, ਲੋਕਾਂ ਨੂੰ ਸਮਝ ਕਿਉਂ ਨਹੀਂ ਆਉਂਦੀ ਇਸ ਚੀਜ਼ ਦੀ? ਇਹ ਕੋਈ ਐਡਾ ਵੱਡਾ ਫਲਸਫਿਆਨਾ ਨੁਕਤਾ ਤਾਂ ਹੈ ਨਹੀਂ ਜਿਹਦੀ ਸਮਝ ਨਾ ਲੱਗਣੀ ਏਡੀ ਮੁਸ਼ਕਿਲ ਹੋਵੇ। ਆਖਰ ਕੀ ਵਜ੍ਹਾ ਹੈ, ਕਿਉਂ ਨਹੀਂ ਸਮਝ ਆਉਂਦੀ? ਵਜ੍ਹਾ ਅੱਲਾਹ ਤਾਲਾ ਨੇ ਫਰਮਾ ਦਿੱਤਾ ਹੈ ਨਾ, ਇਨ ਸ਼ੈਤਾਨ ਅਦੁਵ്वुम ਮੁਬੀਨ, ਖੁੱਲਾ ਦੁਸ਼ਮਣ ਖੁੱਲਾ ਹੈ। ਦੁਸ਼ਮਣ ਉਹ ਪਿੱਛੇ ਲਾ ਦਿੱਤਾ ਇਨਸਾਨ ਦੇ। ਉਹ ਹੁਣ ਹਰ ਤਰ੍ਹਾਂ ਨਾਲ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦਾ ਹੈ, ਖੂਨ ਦੀ ਤਰ੍ਹਾਂ ਰਗਾਂ 'ਚ ਦਾएं ਬਾएं ਕਰਵਟ ਅੱਗੇ ਪਿੱਛੇ ਹਰ ਪਾਸਿਓਂ ਹਮਲੇ ਕਰਦਾ ਹੈ ਤੇ ਹਮਲਾ ਕਰਦਾ ਤੇ ਹੈ। ਉਹ ਇਨਸਾਨ ਨੂੰ ਗੁੰਮਰਾਹ ਕਰਦਾ ਹੈ। ਕੁਰਾਨ ਚੱਲਾ ਨੇ ਇਹ ਵੀ ਤਾਂ ਲਿਖਿਆ ਨਾ ਕਿ ਇਹ ਜਿਹੜੀ ਹੈ ਖੇਤੀਆਂ ਤੇ ਨਿਸ਼ਾਨਜ਼ਦਾ ਘੋੜੇ ਤੇ ਬੇਟਿਆਂ ਦੀ ਮੁਹੱਬਤ ਹੈ ਜਿਹੜੀ, ਇਹ ਵੀ ਇੱਕ ਆਜ਼ਮਾਇਸ਼ ਹੈ। ਹਾਂ, ਇਹ ਵੀ ਇੱਕ ਆਜ਼ਮਾਇਸ਼ ਹੈ। ਬਿਲਕੁਲ ਆਜ਼ਮਾਇਸ਼। ਤੁਹਾਨੂੰ ਬਾਬੂ ਜੀ ਜ਼ਿੰਦਗੀ 'ਚ ਲੱਗਦਾ ਸੀ ਵੀ ਬੇਟੇ ਜਾਂ ਬੇਟੀਆਂ 'ਚ ਕੋਈ ਬਹੁਤ ਫਰਕ ਹੈ ਜਾਂ ਔਲਾਦ ਬਰਾਬਰ? ਅੰਮੀ ਤਾਂ ਹਮੇਸ਼ਾ ਇਹ ਦੱਸਦੇ ਨੇ ਕਿ ਜੇ ਕਦੇ ਮੇਰੇ ਬੇਟੀ ਵੀ ਪੈਦਾ ਹੋਈ ਤੇ ਤੁਹਾਡੇ ਬਾਪ ਨੇ ਕਦੇ ਨਹੀਂ ਕਿਹਾ ਵੀ ਬੇਟੀ ਹੋਈ ਹੈ ਜਾਂ ਕਿਉਂ ਹੋਈ ਹੈ ਜਾਂ ਕਿਵੇਂ। ਸਾਨੂੰ ਤਾਂ ਇਹ ਦਰਸ ਮਿਲਿਆ। ਇਹ ਤਾਂ ਚੀਜ਼ ਨਹੀਂ ਨਾ ਸ਼ੁਕਰੀ ਕੀਤੀ ਕਿ ਬੇਟੀਆਂ ਕਿਉਂ ਹੋ ਗਈਆਂ। ਬਹਰਹਾਲ ਫਰਕ, ਜਿਵੇਂ ਇੱਕ ਜਟਾਕਾ ਮਿਸਾਲ ਹੈ ਵੀ ਦਾਂਦ ਦਾ ਤੇ ਪੇਟੇ ਦਾ ਖਵਾਇਆ ਆਲਾ ਨਹੀਂ ਜਾਂਦਾ, ਜ਼ਾਇਆ ਨਹੀਂ ਜਾਂਦਾ। ਇਹ ਸਮਝਿਆ ਜਾਂਦਾ ਕਿ ਬੇਟਾ ਸਹਾਰਾ ਬਣੂਗਾ, ਇਸ ਵਾਸਤੇ ਉਸ ਨੂੰ ਕੋਈ ਤਰਜੀਹ ਦਿੱਤੀ ਜਾਂਦੀ ਹੈ। ਸਾਡੇ ਮਾਸ਼ਰੇ 'ਚ ਹੀ ਹੈ, ਹਾਲਾਂਕਿ ਹੋਣਾ ਨਹੀਂ ਚਾਹੀਦਾ। ਤੁਹਾਨੂੰ ਕੀ ਲੱਗਦਾ ਵੀ ਇਸ ਚੀਜ਼ ਨੂੰ ਹੁਣ ਖਤਮ ਹੋ ਜਾਣਾ ਚਾਹੀਦਾ ਹੈ ਕਿ ਹਲੇ ਚੱਲਦੀ ਹਾਂ, ਰਹੇ? ਨਹੀਂ ਖਤਮ ਹੋਣਾ ਚਾਹੀਦਾ। ਖਤਮ ਹੋ ਵੀ ਨਹੀਂ ਸਕਦੀ ਨਾ, ਕਿਉਂਕਿ ਸਾਡਾ ਤਸੱਵਰ ਜਿਹੜਾ ਹੈ ਉਹ ਕੁਦਰਤੀ ਤਕਦੀਰ 'ਤੇ ਨਹੀਂ ਰਿਹਾ। ਅਸੀਂ ਇਹਨੂੰ ਇੱਕ ਜ਼ਿੰਦਗੀ ਦਾ ਸਮਝ ਲਿਆ ਨਾ ਕਿ ਸਾਡਾ ਜ਼ਰੀਆ ਬਣਨਗੇ। ਹਾਂ, ਹਾਲਾਂਕਿ ਉਹ ਜ਼ਰੀਆ ਅਕਸਰ ਨਹੀਂ ਬਣਦੇ, ਨਹੀਂ ਬਣਦਾ, ਨਹੀਂ ਅਕਸਰ ਨਹੀਂ ਬਣਦੇ ਹੈਗੇ। ਅੱਲਾ ਉਹਨਾਂ ਨੂੰ ਜ਼ਿੰਦਗੀ ਦੇਵੇ, ਸਭ ਦੇ ਭਾਈਆਂ ਨੂੰ ਅੱਲਾ ਸਲਾਮਤ ਰੱਖੇ। ਮੈਂ ਕਿਸੇ ਦੇ ਮੁਖਾਲਿਫ ਨਹੀਂ ਗੱਲ ਕਰਦੀ। ਇੱਕ ਹੋਰ ਗੱਲ ਮੈਂ ਇਹ ਵੀ ਦੇਖਦੀ ਹਾਂ ਕਿ ਜਿਹੜੀ ਔਰਤ, ਮੈਂ ਹੀ ਹਾਂ, ਮੈਂ ਹੁਣ ਚੌਧਰੀ ਸਾਹਿਬ ਦੇ ਘਰ ਆਈ ਹੋਈ ਹਾਂ, ਮੈਂ ਆਪਦੇ ਪੇਕੇ ਨੂੰ ਤਾਂ ਫਰਿਸ਼ਤਾ ਬਣਾ ਕੇ ਪੇਸ਼ ਕਰਾਂ ਤੇ ਇਹਨਾਂ ਦੇ ਨੂੰ ਸ਼ੈਤਾਨ ਬਣਾ ਦੇਵਾਂ। ਅਗਰ ਚੌਧਰੀ ਸਾਹਿਬ ਆਪਦੀ ਸਮਝ ਤੋਂ ਕੰਮ ਲੈਣ ਤੇ ਉਹ ਮੇਰੀਆਂ ਗੱਲਾਂ ਥੋੜਾ ਹੀ ਦੇਖਣਗੇ, ਉਹ ਤਾਂ ਆਪਦੀ ਸਮਝ ਨਾਲ ਚੱਲਦੇ ਨੇ ਨਾ। ਮਾਸ਼ਾਅੱਲਾ ਉਹਨਾਂ ਦਾ ਉੱਥੇ ਵੀ ਜੋ ਕਿਰਦਾਰ ਹੈ, ਜੋ ਮੇਰੀ ਫੈਮਿਲੀ ਨਾਲ ਜਾਂ ਮੇਰੇ ਨਾਲ ਵੀ ਜੋ ਹੈ, ਉਹ ਤਾਂ ਆਪਦੀ ਮਿਸਾਲ ਆਪ ਹੈ। ਲੇਕਿਨ ਮੈਂ ਇਹ ਕਹਿਣਾ ਚਾਹਨੀ ਹਾਂ ਕਿ ਇੰਨੀ ਜਲਦੀ ਮੁੰਡੇ ਜਿਹੜੇ ਹੁੰਦੇ ਨੇ ਉਹ ਕਿਉਂ ਬੀਵੀਆਂ ਦੀਆਂ ਗੱਲਾਂ 'ਚ ਆ ਕੇ ਤਸਵੀਰ ਦਾ ਇੱਕ ਰੁਖ ਦੇਖਦੇ ਨੇ, ਉਹ ਦੂਜਾ ਰੁਖ ਕਿਉਂ ਨਹੀਂ ਦੇਖਦੇ ਕਿ ਸਾਡੇ ਮਾਂ-ਬਾਪ ਨੇ ਸਾਨੂੰ ਜੰਮਿਆ ਪਾਲਿਆ ਐਡਾ ਵੱਡਾ ਕੀਤਾ, ਉਦੋਂ ਇਹ ਚੰਗੇ ਸੀ, ਜਦੋਂ ਇਹ ਖਾਤੂਨ ਸਾਡੀ ਜ਼ਿੰਦਗੀ 'ਚ ਆਈ ਹੈ ਇਹ ਮਾਂ-ਬਾਪ ਬੁਰੇ ਹੋ ਗਏ। ਇਹ ਤਾਂ ਸੋਚਣਾ ਬਣਦਾ ਹੈ ਨਾ। ਨਹੀਂ, ਸਭ ਤੋਂ ਵੱਡੀ ਗਲਤਫਹਿਮੀ ਤਾਂ ਇਹੀ ਹੈ ਨਾ ਕਿ ਸਾਡੀ ਹੁਣ ਜ਼ਿੰਦਗੀ ਸ਼ੁਰੂ ਹੋਈ। ਸੋਚਿਆ ਇਹ ਜਾਂਦਾ ਕਿ ਸਾਡੀ ਅਸਲ ਜ਼ਿੰਦਗੀ ਹੁਣ ਸ਼ੁਰੂ ਹੋਈ ਹੈ, ਸਾਡੀ ਫੈਮਿਲੀ ਹੋਏਗੀ, ਔਲਾਦ ਹੋਏਗੀ, ਅਸੀਂ ਕਮਾਵਾਂਗੇ, ਇਹ ਬਣਾਵਾਂਗੇ। ਫਿਰ ਮਾਂ-ਬਾਪ ਨੂੰ ਪਿੱਛੇ ਛੱਡ ਜਾਂਦੇ ਨੇ, ਭੁੱਲ ਜਾਂਦੇ ਨੇ। ਲੇਕਿਨ ਇਹ ਨਹੀਂ, ਗਲਤ ਤਰੀਕਾ ਹੈ। ਜਿੰਨਾ ਵੀ ਬਣਾਵਾਂਗੇ ਆਖਰ ਇੱਕ ਦਿਨ ਤਾਂ ਮਰ ਹੀ ਜਾਵਾਂਗੇ ਮਾਰੀ ਨਾ, ਜਾਣਾ। ਮਰ ਹੀ ਜਾਵਾਂਗੇ। ਤੇ ਜੇ ਕੋਈ ਅਮਰ ਹੋਣੀ ਹੈ ਗੱਲ, ਉਹ ਤਾਂ ਉਹੀ ਹੋਣੀ ਹੈ ਜਿਹੜੀ ਮਾਂ-ਬਾਪ ਦੀ ਕੋਈ ਖਿਦਮਤ ਕਰ ਲਈ ਜਾਵੇ। ਇੱਕ ਔਰਤ ਵਾਸਤੇ ਆਪਦੇ ਸਸੁਰਾਲ ਦੀ ਖਿਦਮਤ ਜਿਹੜੀ ਆ ਉਹ ਪਹਿਲੇ ਹੈ, ਆਪਦੇ ਮਾਂ-ਬਾਪ ਦੀ ਬਾਅਦ 'ਚ ਹੈ। ਤੁਸੀਂ ਬਾਬੂ ਜੀ ਸਾਨੂੰ ਹਮੇਸ਼ਾ ਇਹੀ ਦੱਸ ਦਿੱਤਾ। ਮੈਂ ਪਤਾ ਨਹੀਂ ਹੁਣ ਮੈਨੂੰ ਇਹ ਗੱਲ ਕਰਨੀ ਚਾਹੀਦੀ ਹੈ ਕਿ ਨਹੀਂ ਕਰਨੀ ਚਾਹੀਦੀ। ਕਿਆ ਖਿਆਲ ਹੈ ਕਿ ਅਗਰ ਹਰ ਵਾਲਿदैन ਹੀ ਆਪਣੀਆਂ ਬੇਟੀਆਂ ਨੂੰ ਇਹੀ ਦਰਸ ਦੇਵੇ ਤਾਂ ਜ਼ਿੰਦਗੀ 'ਚ ਕਿੰਨਾ ਸੁੱਖ ਤੇ ਅਮਨ ਅਮਾਨ ਨਾ ਹੋ ਜਾਵੇ। ਬਿਲਕੁਲ। ਹਰ ਘਰ ਦੇਖੋ, ਹਰ ਬੇਟੀ ਆਪਣੇ ਮਾਂ-ਬਾਪ ਦੀ ਖਿਦਮਤ ਕਰਨਾ ਚਾਹ ਰਹੀ ਹੈ, ਹਰ ਬੇਟੀ ਨੂੰ ਆਪਣੇ ਮਾਂ-ਬਾਪ ਪਿਆਰੇ ਨੇ। ਅਗਰ ਉਹੀ ਬੇਟੀ ਆਪਣੇ ਹਸਬੈਂਡ ਦੇ ਵਾਲਿदैन ਦੀ ਖਿਦਮਤ ਕਰ ਲਵੇ ਤੇ ਜਿਹੜਾ ਜਿੱਥੇ ਹੈ ਉੱਥੇ ਖੁਸ਼ ਹੋਵੇ ਤੇ ਉੱਥੇ ਹੀ ਉਹਦੀ ਜ਼ਿੰਦਗੀ ਆਸਾਨ ਹੋਵੇ। ਇਹ ਦੂਰੀਆਂ ਨਾ ਪੈਣ, ਇਹ ਫਾਸਲੇ ਨਾ ਪੈਣ ਤੇ ਜੋ ਰਿਜ਼ਕ ਨਸੀਬਾਂ ਦਾ ਹੈ ਉਹ ਤਾਂ ਸਭ ਨੂੰ ਮਿਲ ਹੀ ਜਾਣਾ ਹੁੰਦਾ ਹੈ। ਇਹ ਹੁਣ ਜਿਹੜਾ ਸਾਡੇ ਆ ਜਾਂਦਾ, ਲੈ ਜੀ ਜਾਂ ਘਰ ਦੇ ਵਿੱਚ ਮੈਂ ਰਹੂੰਗੀ ਜਾਂ ਤੇਰਾ ਬਾਪ ਰਹੇਗਾ ਜਾਂ ਤੇਰੀ ਮਾਂ ਰਹੇਗੀ, ਇਹਦੇ ਕਿੱਥੇ ਜਾ ਕੇ ਗੱਲ ਪਵਾ। ਔਰ ਫਿਰ ਬਾਬੂ ਜੀ ਬੇਟਿਆਂ ਤੇ ਵੀ ਸਦ ਹੀਫ, ਸਿਰਫ ਹੀਫ ਨਹੀਂ ਸਦ ਹੀਫ, ਕਿਉਂ ਸੁਣ ਲੈਂਦੇ ਨੇ ਇਸ ਤਰ੍ਹਾਂ ਦੀ ਗੱਲ। ਮੈਂ ਕਦੇ ਜ਼ਿਕਰ ਨਹੀਂ ਕੀਤਾ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਇਸ ਤਰ੍ਹਾਂ ਦੇ ਮਾਮਲਾਤ ਮਾਸ਼ਾਅੱਲਾ ਆਏ ਵੀ ਨਹੀਂ, ਤੁਹਾਡੇ ਸਾਹਮਣੇ ਹੀ ਹੈ ਮਾਸ਼ਾਅੱਲਾ। ਚੌਧਰੀ ਸਾਹਿਬ ਦਾ ਜਿਹੜਾ ਹੈ ਐਵੇਂ ਇੱਕ ਵਾਰੀ ਦੇਖਾ ਦੇਖੀ ਮੈਨੂੰ ਵੀ ਚੌ ਚੜ ਗਿਆ ਤੇ ਕੋਈ ਗੱਲ ਹੋਈ ਆਪਸ 'ਚ ਸਾਡੀ ਕਿਸੇ ਗੱਲ ਤੇ, ਬਹੁਤ ਅਵਾਇਲ 2 ਸਾਲ ਹੋਏ ਹੋਣਗੇ ਸ਼ਾਦੀ ਨੂੰ ਜਾਂ ਹਲੇ ਪਹਿਲਾਂ ਹੀ ਸਾਲ ਹੋਊਗਾ। ਤੇ ਮੈਂ ਕਿਹਾ ਅੱਛਾ ਚਲੋ ਠੀਕ ਹੈ, ਕੋਈ ਮੇਰੇ ਆਉਣ ਜਾਣ ਤੇ ਮਸਲਾ ਚੋਈ ਸਭ ਨੂੰ ਪਤਾ ਉਹਨੂੰ ਆਉਣਾ ਜਾਣਾ ਉਹਨਾਂ ਨੂੰ ਨਹੀਂ ਪਸੰਦ ਹੈਗਾ, ਉਹ ਜ਼ਿਆਦਾ ਨਹੀਂ ਕਿਤੇ ਜਾਂਦੇ। ਮੈਂ ਐਵੇਂ ਗੱਲ ਕਰ ਬੈਠੀ ਵੀ ਤੁਸੀਂ ਮੇਰੀ ਫਲਾਣੀ ਭੈਣ ਦੇ ਨਹੀਂ ਜਾਂਦੇ ਤੇ ਬਸ ਮੈਂ ਹੁਣ ਤੁਹਾਡੇ ਨਾਲ ਨਾਰਾਜ਼ ਹਾਂ ਤੇ ਨਾ ਮੈਂ ਆਪਣੀਆਂ ਭੈਣਾਂ ਨੂੰ ਮਿਲੂੰਗੀ ਤੇ ਨਾ ਤੁਸੀਂ ਆਪਣੇ ਭੈਣ ਭਾਈਆਂ ਨੂੰ ਮਿਲੋਗੇ।
ਉਹਨਾਂ ਨੇ ਕਿਹਾ ਜੇ ਮਰਦ ਹੋਊਗਾ ਤੇ ਤੈਨੂੰ ਮੈਂ ਆਪਣੇ ਭੈਣ ਭਾਈਆਂ ਨੂੰ ਮਿਲ ਕੇ ਤੇ ਵਰਤ ਕੇ ਦਿਖਾਊਂਗਾ। ਔਰ ਉਸ ਵੇਲੇ ਤਾਂ ਪਤਾ ਨਹੀਂ ਮੈਨੂੰ ਫੀਲ ਹੋਈ ਹੋਏਗੀ ਗੱਲ, ਲੇਕਿਨ ਅੱਜ ਮੈਂ ਇਸ ਗੱਲ ਤੇ ਫਖਰ ਕਰਦੀ ਹਾਂ ਬਿਲਕੁਲ ਕਿ ਇੱਕ ਗੈਰਤਮੰਦ ਇਨਸਾਨ ਹੈ ਕਿ ਉਹਨੇ ਮੈਨੂੰ ਇਹ ਨਹੀਂ ਕਿਹਾ ਕਿ ਮੇਰੇ ਪਿੱਛੇ ਲੱਗ ਕੇ ਕਵੇ ਮੈਂ ਆਪਣੇ ਭੈਣ ਭਾਈਆਂ ਨੂੰ ਛੱਡ ਦਵਾਂ। ਮਾਸ਼ਾਅੱਲਾ ਅੱਜ ਉਹਨਾਂ ਦੀ ਭੈਣ ਭਾਈਆਂ 'ਚ ਹੀ ਉਨੀ ਇੱਜ਼ਤ ਹੈ ਜਿੰਨੀ ਮੇਰੇ ਭੈਣ ਭਾਈਆਂ 'ਚ ਹੈ ਮਾਸ਼ਾਅੱਲਾ। ਔਰ ਤੁਸੀਂ ਵੀ ਜਾਣਦੇ ਹੋ ਕਿ ਮੈਂ ਇਹ ਚਾਹੁੰਦੀ ਹਾਂ ਕਿ ਹਰ ਬੰਦਾ ਇਸ ਤਰ੍ਹਾਂ ਆਪਣਾ ਕਿਰਦਾਰ ਅਦਾ ਕਰੇ, ਹਰ ਰਿਸ਼ਤੇ ਨੂੰ ਆਪਣੀ ਜਗ੍ਹਾ ਤੇ ਰੱਖੇ ਔਰ ਹਰ ਰਿਸ਼ਤੇ ਨੂੰ ਰਾਜ਼ੀ ਰੱਖਣ ਦੀ ਕੋਸ਼ਿਸ਼ ਕਰੇ। ਥੋੜੀ ਮਿਹਨਤ ਤਾਂ ਜ਼ਿਆਦਾ ਲੱਗਦੀ ਹੈ, ਲੇਕਿਨ ਮੇਰਾ ਖਿਆਲ ਹੈ ਮਿਹਨਤ ਨਾਲੋਂ ਅਗਰ ਨੀਅਤ ਸਾਫ਼ ਹੋਵੇ ਤਾਂ ਜ਼ਿਆਦਾ ਆਸਾਨੀ ਨਾਲ ਗੱਲ ਬਣ ਜਾਂਦੀ ਹੈ। ਅਸਲ ਜਿਹੜੇ ਘਰ ਹੈ ਫਿਰ ਬੇਟੀ ਦਾ ਔਰਤ ਦਾ ਅਗਲਾ ਘਰ ਹੁੰਦਾ ਹੈ। ਮਾਂ ਬਾਪ ਦੇ ਘਰ ਤਾਂ ਇੱਕ ਪਰਵਰਿਸ਼ ਪਾਉਣਾ ਹੁੰਦਾ ਹੈ, ਲੇਕਿਨ ਜ਼ਿੰਦਗੀ ਗੁਜ਼ਾਰਨੀ ਅੱਗੇ ਹੁੰਦੀ ਹੈ। ਉੱਥੇ ਇੱਕ ਮਿਸਾਲੀ ਜ਼ਿੰਦਗੀ ਗੁਜ਼ਾਰਨਾ ਉਹ ਕਾਮਯਾਬੀ ਹੈ। ਮਾਂ ਬਾਪ ਨੂੰ ਮਿਲਦੇ ਰਹਿਣਾ ਜਾਂ ਪੁੱਛਣਾ ਦੱਸਣਾ ਇਹ ਅਲੱਗ ਚੀਜ਼ ਹੈ, ਲੇਕਿਨ ਜਿਹੜਾ ਤਾਲੁਕ ਰੱਖਣਾ ਹੈ ਕਾਇਮ ਉਹ ਆਪਣੇ ਸਸੁਰਾਲ ਨਾਲ ਜ਼ਿਆਦਾ ਜ਼ਰੂਰੀ ਹੈ। ਅਲਹਮਦੁਲਿਲਾ ਬਾਬੂ ਜੀ ਰੱਖਿਆ ਹੋਇਆ ਮਾਸ਼ਾਅੱਲਾ। ਤੁਸੀਂ ਵੀ ਜਾਣਦੇ ਹੋ ਮੈਂ ਕੋਸ਼ਿਸ਼ ਕਰੂੰਗੀ ਕਦੇ ਮੈਂ ਆਪਣੀਆਂ ਨੰਦਾਂ ਦਾ ਵੀ ਕੋਈ ਇੰਟਰਵਿਊ ਦਿਖਾ ਸਕਾਂ ਕਿ ਉਹਨਾਂ ਨਾਲ ਮੇਰੇ ਕਿਸ ਤਰ੍ਹਾਂ ਦੇ ਤਾਲੁਕਾਤ ਨੇ। ਕਤਨ ਆਪਣੇ ਆਪ ਨੂੰ ਅੱਛਾ ਕਹਿਣਾ ਮਕਸੂਦ ਨਹੀਂ ਹੈ, ਸਿਰਫ ਲੋਕਾਂ ਨੂੰ ਮੈਂ ਇਹ ਪੈਗਾਮ ਦੇਣਾ ਚਾਹ ਰਹੀ ਹਾਂ ਆਪਣੇ ਦੇਖਣ ਵਾਲਿਆਂ ਨੂੰ ਕਿ ਅਗਰ ਬੰਦਾ ਖਾਲਸ ਨੀਅਤ ਕਰਕੇ ਕਿਸੇ ਵੀ ਰਿਸ਼ਤੇ ਨੂੰ ਨਿਭਾਉਣਾ ਚਾਹਵੇ ਨਾ ਤੇ ਕੋਈ ਵੀ ਰਿਸ਼ਤਾ ਪਿੱਛੇ ਨਹੀਂ ਰਹਿੰਦਾ ਅੱਛਾ ਨਹੀਂ ਬੰਦਾ, ਕਿਉਂਕਿ ਜ਼ਿੰਦਗੀ ਹੈ ਨਾ, ਅਗਰ ਅੱਲਾ ਨੇ ਸਾਰੇ ਰਿਸ਼ਤੇ ਬਣਾਏ ਨੇ ਤੇ ਨਿਭਾਉਣ ਵਾਸਤੇ ਹੀ ਬਣਾਏ ਨੇ ਨਾ, ਤੋੜਨ ਵਾਸਤੇ ਜਾਂ ਵਿਗਾੜਨ ਵਾਸਤੇ ਤਾਂ ਨਹੀਂ ਬਣਾਏ। ਹਾਂ ਜ਼ਿੰਦਗੀਆਂ ਆਸਾਨ ਕਿਵੇਂ ਹੋ ਸਕਦੀਆਂ ਨੇ ਇਨਸਾਨਾਂ ਦੀਆਂ? ਥੋੜਾ ਜਿਹਾ ਇਸ ਫਲਸਫੇ ਤੇ ਰੋਸ਼ਨੀ ਪਾਓ। ਅੱਜ ਦਾ ਇਨਸਾਨ ਹੈ ਨਾ ਜਿਹੜਾ ਮਿਹਨਤ ਬਹੁਤ ਕਰਦਾ ਹੈ ਪਰ ਉਨਾ ਹੀ ਦੁਖੀ ਹੈ। ਇਹਦਾ ਫਲਸਫਾ ਇਹੀ ਹੈ ਵੀ ਅਸੀਂ ਆਪਣੇ ਹਕੂਕ ਨੂੰ ਤਾਂ ਮੰਗਦੇ ਹਾਂ, ਸਮਝ ਫਰਾਇਜ਼ ਨੂੰ ਨਹੀਂ ਸਮਝ, ਆਪਦੇ ਫਰਾਇਜ਼ ਤੋਂ ਕਾਫਿਲ ਹਾਂ। ਹਰ ਰਿਸ਼ਤੇ ਦੇ ਬਾਰੇ 'ਚ ਆਪਣਾ ਫਰਜ਼ ਜਿਹੜਾ ਹੈ ਉਹ ਅਸੀਂ ਸਹੀ ਨਿਭਾਈਏ ਤਾਂ ਜ਼ਿੰਦਗੀ ਜੰਨਤ ਹੈ। ਇਹੀ ਯਾਨੀ ਹਕੂਕ ਲੈਣ ਨੂੰ ਭੱਜਦੇ ਹਾਂ ਤੇ ਫਰਾਈਜ਼ ਅਦਾ ਕਰਨ ਵਾਲੇ ਮੌਤ ਪੈਂਦੀ ਹੈ। ਹਾਲਾਂਕਿ ਫਰਾਈਜ਼ ਅਦਾ ਕਰਨਾ, ਫਰਾਈਜ਼ ਤੇ ਅਸੀਂ ਜਵਾਬ ਦੇਣਾ, ਅਗਰ ਕੋਈ ਸਾਡੇ ਹਕੂਕ ਨਹੀਂ ਵੀ ਦਊਗਾ ਉਹ ਉਹਦਾ ਮਸਲਾ ਹੈ ਨਾ। ਸਾਡੇ ਤੋਂ ਤਾਂ ਸਾਡੇ ਫਰਾਈਜ਼ ਦਾ ਪੁੱਛਿਆ ਜਾਊਗਾ ਕਿ ਅਸੀਂ ਆਪਣੇ ਫਰਾਈਜ਼ ਅਦਾ ਕੀਤੇ, ਕਿਵੇਂ ਕੀਤੇ, ਕਿੰਨੇ ਕੁ ਕੀਤੇ ਨੇ। ਜਿਹੜਾ ਅਗਰ ਕੋਈ ਦੂਸਰਾ ਬੰਦਾ ਸਾਡਾ ਹੱਕ ਨਹੀਂ ਦੇਗਾ ਉਹ ਤਾਂ ਉਹਦਾ ਜਵਾਬ ਦੇ ਹੋਏਗਾ, ਉਹ ਅਸੀਂ ਨਹੀਂ ਹੋਵਾਂਗੇ। ਤੇ ਜ਼ਿੰਦਗੀ ਆਸਾਨ ਹੋ ਸਕਦੀ ਹੈ ਮੇਰਾ ਖਿਆਲ ਹੈ ਸਬਰ ਨਾਲ, ਕਨਾਤ ਨਾਲ ਤੇ ਸ਼ੁਕਰ ਨਾਲ। ਔਰ ਮੈਂ ਤਾਂ ਇਹ ਸਮਝਦੀ ਹਾਂ ਕਿ ਸਭ ਨੂੰ ਮੈਂ ਇਹ ਕਹਿਣਾ ਚਾਹੂੰਗੀ ਕਿ ਵਾਲਿदैन ਦੇ ਕਦਮਾਂ 'ਚ ਬਹਿ ਜਾਓ। ਅਗਰ ਕਿਸੇ ਨੂੰ ਕੋਈ ਬਿਮਾਰੀ ਹੈ, ਕਿਸੇ ਦੀ ਕੋਈ ਤਕਲੀਫ ਹੈ, ਕੋਈ ਦਰਦ ਹੈ, ਕਿਸੇ ਦੀ ਰੋਜ਼ੀ ਤੰਗ ਹੈ, ਕਿਸੇ ਦੇ ਬੱਚਿਆਂ ਨੂੰ ਕੋਈ ਮਸਲਾ, ਵਾਲਿदैन ਦੇ ਕਦਮਾਂ 'ਚ ਬੈਠ ਜਾਓ। ਇਨਸ਼ਾਅੱਲਾ ਉਲ ਅਜ਼ੀਜ਼ ਅੱਲਾਹ ਤਾਲਾ ਨੇ ਵਾਲਿदैन ਦੇ ਕਦਮਾਂ ਦੇ ਸਦਕੇ ਸਾਰੇ ਮਸਲੇ, ਸਾਰੀਆਂ ਮੁਸੀਬਤਾਂ ਨੂੰ ਦੂਰ ਕਰ ਦੇਣਾ ਜਾਂ ਦਿਲਾਂ ਨੂੰ ਮੁਤਮਿਨ ਕਰ ਦੇਣਾ। ਅੱਲਾਹ ਤਾਲਾ ਨੇ ਹਜ਼ਰਤ ਮੂਸਾ अलैहिस्सलाम ਨੂੰ ਵੀ ਇਹ ਫਰਮਾ ਦਿੱਤਾ ਸੀ ਕਿ ਹੁਣ ਤੇਰੀ ਵਾਲਦਾ ਫੌਤ ਹੋਈ ਹੈ। ਪੈਗੰਬਰ ਨੇ ਜਿਨ੍ਹਾਂ ਦੀ ਆਵਾਜ਼ ਆਸਮਾਨਾਂ ਤੱਕ ਪਹੁੰਚਦੀ। ਵਾਲਿदैन ਆ ਚੀਜ਼ ਨੇ ਤੇ ਜਿਹੜੇ ਵਾਲਿदैन ਨੂੰ ਨਹੀਂ ਸਮਝ ਸਕਦੇ। ਬਾਬੂ ਜੀ ਮੈਂ ਅੱਜ ਇਸ ਪਲੇਟਫਾਰਮ ਤੇ ਬੈਠ ਕੇ ਵੀ ਮੈਂ ਹੱਥ ਬੰਨ੍ਹ ਕੇ ਤੁਹਾਡੇ ਪੈਰੀਂ ਪੈ ਕੇ ਵੀ ਤੁਹਾਡੇ ਤੋਂ ਮਾਫੀ ਮੰਗਦੀ ਹਾਂ। ਜ਼ਿੰਦਗੀ 'ਚ ਜੋ ਵੀ ਗਲਤੀਆਂ, ਕੋਤਾਹੀਆਂ, ਕਮੀਆਂ ਤੁਹਾਡੇ ਅਦਬ 'ਚ ਜਾਂ ਤੁਹਾਡੀ ਫਰਮਾਬਰਦਾਰੀ 'ਚ ਹੋ ਗਈਆਂ ਨੇ ਉਹ ਮੈਨੂੰ ਮਾਫ ਕਰ ਦਿਓ। ਤੇ ਇਨਸ਼ਾਅੱਲਾ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਤੁਹਾਡੇ ਕਦਮਾਂ ਦੀ ਖਾਕ ਬਣ ਸਕੀਏ। ਤੇ ਬਾਕੀ ਹੋਰ ਕਾਮਯਾਬ ਹੋਣਾ ਨਾ ਹੋਣਾ, ਅੰਮੀ ਜੀ ਤੁਸੀਂ ਵੀ ਸਾਨੂੰ ਮਾਫ ਕਰਦੇ ਰਹੋ। ਅਸੀਂ ਤਾਂ ਗਲਤੀਆਂ ਦੇ ਪੁਤਲੇ ਹਾਂ, ਬਹੁਤ ਹੀ ਵੱਡੀਆਂ ਗਲਤੀਆਂ ਦੇ ਪੁਤਲੇ ਹਾਂ। ਅਸੀਂ ਆਪਣੇ ਮਾਂ-ਬਾਪ ਦਾ ਹੱਕ ਅਦਾ, ਮੈਂ ਕਹਿੰਦੀ ਹਾਂ ਅਸੀਂ ਆਪਣਾ ਗੋਸ਼ਤ ਵੀ ਲਾ ਕੇ ਦੇ ਦਈਏ ਤੇ ਅਸੀਂ ਤੁਹਾਡਾ ਹੱਕ ਅਦਾ ਨਹੀਂ ਕਰ ਸਕਦੇ। ਜਿੰਨੀ ਤੁਸੀਂ ਮਿਹਨਤ ਕੀਤੀ ਹੈ ਸਾਨੂੰ ਪਾਲਣ ਵਾਸਤੇ, ਸਾਨੂੰ ਪੜ੍ਹਾਉਣ ਵਾਸਤੇ, ਟਿਲ ਨੌ ਸਾਡੇ ਬੱਚਿਆਂ ਵਾਸਤੇ, ਜੋ ਤੁਹਾਡੀਆਂ ਦੁਆਵਾਂ ਨੇ, ਜੋ ਤੁਹਾਡੇ ਕੰਟਰੀਬਿਊਸ਼ਨਸ ਨੇ, ਉਹਨਾਂ ਦਾ ਅਸੀਂ ਕੋਈ ਹੱਕ ਅਦਾ ਨਹੀਂ ਕਰ ਸਕਦੇ। ਜ਼ਿੰਦਗੀ ਦੇ ਵਿੱਚ ਦੋ ਰੁਖ ਨੇ, ਤਕੱਬਰ ਔਰ ਤਹੰਮਲ ਜਾਂ ਨਰਮ ਮਿਜ਼ਾਜੀ ਕਹਿ ਲਓ। ਜਿਹਦੇ 'ਚ ਤਕੱਬਰ ਆ ਗਿਆ ਉਹ ਸਮਝ ਲਓ ਸ਼ੈਤਾਨ ਦੇ ਖਾਤੇ 'ਚ ਗਿਆ। ਜਿਸ ਦੇ ਵਿੱਚ ਨਰਮ ਮਿਜ਼ਾਜੀ ਆ ਗਈ ਉਹ ਝੁਕ ਗਿਆ, ਉਹ ਅਸਲ ਦੀਨ ਹੈ। ਅੱਲਾਹ ਤਾਲਾ ਨੇ ਜਾਂ ਹਦੀਸ ਨੇ ਸਾਨੂੰ ਇਹ ਸਿਖਾਇਆ ਹੈ ਬਈ ਜਿਹੜੇ 'ਚ ਨਰਮੀ ਆ ਗਈ, ਦਿਲ ਨਰਮ ਹੋ ਗਿਆ, ਉਹ ਸਮਝ ਲਓ ਵੀ ਸਹੀ ਮੁਸਲਮਾਨ ਹੈ।
ਅੱਜ ਕੱਲ੍ਹ ਬਾਬੂ ਜੀ ਭੈਣ ਭਾਈਆਂ ਦੇ ਵੀ ਬੜੇ ਮਸਾਇਲ ਨੇ। ਭੈਣ ਭਾਈ ਕਿਉਂ ਇੱਕ ਦੂਜੇ ਤੋਂ ਮੁਤਨਫਰ ਹੁੰਦੇ ਨੇ? ਮੈਂ ਪਤਾ ਨਹੀਂ, ਮੈਂ ਆਪਣਾ ਦਿਲ ਖੋਲ ਕੇ ਨਹੀਂ ਦੱਸ ਸਕਦੀ। ਮੈਨੂੰ ਲੱਗਦਾ ਹੈ ਕਿ ਮੈਨੂੰ ਤਾਂ ਆਪਣੇ ਭੈਣ ਭਾਈਆਂ ਤੋਂ ਕੋਈ ਵੀ ਚੀਜ਼ ਪਿਆਰੀ ਨਹੀਂ ਹੈਗੀ। ਛੋਟੀਆਂ ਛੋਟੀਆਂ ਚੀਜ਼ਾਂ ਵਾਸਤੇ ਭੈਣ ਭਾਈ ਇੱਕ ਦੂਜੇ ਨਾਲ ਨਾਰਾਜ਼ ਹੁੰਦੇ ਨੇ ਜਾਂ ਰਿਸ਼ਤੇ ਤੋੜਦੇ ਨੇ। ਇਹ ਜਿਹੜੀ ਸਿਲਾ ਰਹਿਮੀ ਹੈ, ਇਹ ਤਾਂ ਆਪਦੇ ਆਪ ਵਿੱਚ ਇੱਕ ਬਹੁਤ ਵੱਡੀ ਇਬਾਦਤ ਹੈ, ਬਹੁਤ ਵੱਡੀ ਇਬਾਦਤ ਹੈ। ਅਸੀਂ ਨਮਾਜ਼ ਕੁਰਾਨ ਪੜ੍ਹ ਕੇ ਸਮਝਦੇ ਹਾਂ ਕਿ ਅਸੀਂ ਨੇਕ ਹੋ ਗਏ ਹਾਂ, ਜਦੋਂ ਕਿ ਅਸੀਂ ਮਾਮਲਾਤ ਤੇ ਨਜ਼ਰ ਨਹੀਂ ਮਾਰਦੇ, ਅਸੀਂ ਸਿਲਾ ਰਹਿਮੀ ਨੂੰ ਨਹੀਂ ਦੇਖਦੇ, ਅਸੀਂ ਹਮਸਾਇਆਂ ਦੇ ਹਕੂਕ ਨੂੰ ਨਹੀਂ ਦੇਖਦੇ, ਅਸੀਂ ਕੋਈ ਖੈਰਾਤ ਸਦਕਾਤ ਨੂੰ ਨਹੀਂ ਦੇਖਦੇ। ਸਿਰਫ ਨਮਾਜ਼ ਪੜ੍ਹ ਲਈ ਤੇ ਅਸੀਂ ਸਮਝ ਲਿਆ ਕਿ ਅਸੀਂ ਬਹੁਤ ਪੱਕੇ ਤੇ ਸੱਚੇ ਮੂਮਿਨ ਹੋ ਗਏ ਹਾਂ। ਇਹ ਵੀ ਸ਼ੈਤਾਨ ਨੇ ਸ਼ਾਇਦ ਕਿਤੇ ਨਾ ਕਿਤੇ ਸਾਨੂੰ ਬਹਿਕਾ ਰੱਖਿਆ ਕਿ ਨੇਕੀ ਦਾ ਲੇਬਲ ਲਾ ਲਿਆ ਸੀ। ਮੈਨੂੰ ਜਿੱਥੇ ਵੀ ਪਤਾ ਲੱਗਦਾ ਕਿ ਦੋ ਭਾਈਆਂ 'ਚ ਗੜਬੜ ਹੈ, ਬਹੁਤ ਦੁੱਖ ਪਹੁੰਚਦਾ ਔਰ ਮੈਂ ਕੋਸ਼ਿਸ਼ ਕਰਦਾ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਮਿਲਾਇਆ ਜਾਵੇ। ਹੋਇਆ ਵਾਕਿਆ ਆਪਣੇ ਪੀਰਾਂ ਦੇ ਭਾਈ ਬਾਪ ਸਾਰੇ ਇੱਧਰ ਉੱਧਰ। ਹੁਣ ਜਦੋਂ ਵੀ ਉਹ ਜ਼ਾਫਰ ਇੱਕ ਇਹਨਾਂ 'ਚੋਂ ਸਮਝਦਾਰ ਹੈ, ਕਰਾਚੀ ਹੈ ਜਿਹੜਾ, ਉਹਨੂੰ ਇਹੀ ਕਹਿਣਾ ਹੁੰਦਾ ਵੀ ਇਹਨਾਂ ਦੇ ਵਾਸਤੇ ਕੁਛ ਕਰੋ, ਇਹਨਾਂ ਨੂੰ ਮਿਲਾਓ। ਲੇਕਿਨ ਬਸ ਅੱਲਾਹ ਤਾਲਾ ਅਸੀਂ ਵੀ ਬਾਬਾ ਜੀ ਜਦੋਂ ਦੀ ਕੋਸ਼ਿਸ਼ ਸੰਭਾਲੀ ਹੈ ਨਾ, ਅਸੀਂ ਅੰਮੀ ਨੂੰ ਨਾ ਅਸੀਂ ਤੁਹਾਨੂੰ, ਅਸੀਂ ਕਦੇ ਨਹੀਂ ਦੇਖਿਆ ਕਿ ਤੁਹਾਡੀ ਕਿਸੇ ਵੀ ਫੈਮਿਲੀ ਵਿੱਚ ਕਿਸੇ ਨਾਲ ਕੋਈ ਕਤੈ ਤਾਲੁਕੀ ਹੋਈ ਹੈ। ਅਸੀਂ ਨਹੀਂ ਦੇਖਿਆ ਕਦੇ ਵੀ। ਲੇਕਿਨ ਬਾਹਰ ਵੀ ਕੋਸ਼ਿਸ਼ ਹੈ ਕਿਸੇ ਨਾਲ ਨਾ ਹੋਵੇ। ਉਹ ਤਾਂ ਜ਼ਾਹਿਰ ਹੈ ਅਸੀਂ ਨਹੀਂ ਬਾਹਰ ਨਿਕਲਦੇ, ਇੰਨਾ ਨਹੀਂ ਜਾਣਦੇ। ਤੁਹਾਡੇ ਬਾਹਰ ਤਾਂ ਮਾਸ਼ਾਅੱਲਾ ਤੁਹਾਡੇ ਤਾਂ ਬਹੁਤ ਦੁਨੀਆ ਹੈ। ਅੰਮਾ ਸਿਫਤ ਦੀ ਇੱਕ ਗੱਲ ਮੈਨੂੰ ਅਕਸਰ ਯਾਦ ਆਉਂਦੀ ਹੁੰਦੀ ਹੈ। ਅਸੀਂ ਛੋਟੇ ਛੋਟੇ ਹੁੰਦੇ, ਅਸੀਂ ਪੜ੍ਹਦੇ ਹੁੰਦੇ ਤੇ ਅੰਮਾ ਨੇ ਆਣਾ ਤੇ ਘਰ ਆ ਕੇ ਕਹਿਣਾ, ਪੁੱਤ ਤੁਸੀਂ, ਕਿਉਂਕਿ ਉਹਨਾਂ ਦਾ ਬੇਟਾ ਨਹੀਂ ਸੀ ਕੋਈ, ਤੇ ਅਕਸਰ ਉਹਨਾਂ ਨੂੰ ਦਵਾਦਾਰ ਨੂੰ ਤੁਸੀਂ ਲੈ ਕੇ ਜਾਂਦੇ ਸੀ। ਉੱਥੇ ਟਾਂਗਿਆਂ ਦਾ ਜ਼ਿਆਦਾ ਰਿਵਾਜ ਹੁੰਦਾ ਸੀ, ਟਾਂਗਿਆਂ ਤੇ ਸਾਈਕਲਾਂ ਤੇ ਅੰਮਾ ਕਹਿੰਦੀ ਹੁੰਦੀ ਕਿ ਪੁੱਤ ਅਸੀਂ ਟਾਂਗੇ 'ਚ ਬੈਠ ਕੇ ਇੱਥੋਂ ਟੁਰਦੇ ਹਾਂ ਤੇ ਮੇਰੇ ਪੁੱਤ ਨੂੰ ਸਲਾਮਾਂ ਹੋਣ ਲੱਗਦੀਆਂ ਨੇ, ਤੇ ਅਸੀਂ ਮੁੜ ਕੇ ਘਰ ਆ ਜਾਂਦੇ ਹਾਂ ਤੇ ਮੇਰੇ ਪੁੱਤ ਨੂੰ ਸਲਾਮਾਂ ਹੀ ਹੁੰਦੀਆਂ। ਤੁਹਾਡਾ ਜ਼ਿਕਰ ਕਰਨਾ ਉਹਨਾਂ ਨੇ ਕਿ ਤੁਹਾਡੇ ਬਾਪ ਨੂੰ ਇੰਜ ਸਲਾਮਾਂ ਹੁੰਦੀਆਂ ਨੇ ਬਾਹਰ। ਤੇ ਬਾਬੂ ਜੀ ਇਹ ਤੇ ਬਹੁਤ ਵੱਡੇ ਨਸੀਬ ਦੀ ਗੱਲ ਹੈ, ਤੇ ਹਰ ਕਿਸੇ ਨੂੰ ਨਹੀਂ। ਲੋਕ ਤਾਂ ਦੇਖ ਕੇ ਕੰਨੀ ਕਤਰਾਉਂਦੇ ਨੇ, ਲੋਕ ਤਾਂ ਕਿਸੇ ਨੂੰ ਦੇਖ ਕੇ ਮੂੰਹ ਮੋੜ ਜਾਂਦੇ ਨੇ। ਇਹ ਅੱਲਾਹ ਤਾਲਾ ਦਾ ਬੜਾ ਫਜ਼ਲ ਕਰਮ ਹੈ। ਇਹ ਅੱਲਾਹ ਤਾਲਾ ਨੇ ਇੰਨੀ ਇੱਜ਼ਤ ਦਿੱਤੀ ਹੈ। ਅੱਲਾਹ ਤਾਲਾ ਨੇ ਉਹ ਦੇਖੋ ਬਜ਼ੁਰਗ, ਇਹ ਅੱਜ ਤੋਂ ਮੈਨੂੰ ਲੱਗਦਾ ਇਹ ਗੱਲ ਮੇਰੀ ਸ਼ਾਦੀ ਤੋਂ ਵੀ ਪਹਿਲਾਂ ਦੀ ਹੈ। ਅੰਮਾ ਸਿਫਤ ਦੀ ਮੈਨੂੰ ਯਾਦ ਹੈ ਨਾ ਕਿ ਮੇਰੇ ਪੁੱਤ ਨੂੰ ਸਲਾਮਾਂ ਹੁੰਦੀਆਂ ਨੇ ਇਸ ਤਰ੍ਹਾਂ। ਤੇ ਮਾਸ਼ਾਅੱਲਾ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਦੇਖ ਕੇ ਉਹਨਾਂ ਨੂੰ, ਮੈਨੂੰ ਆਪਣੀ ਅੰਮਾ ਦੀ, ਸਾਡੀ ਦਾਦੀ ਜਿਹੜੀ ਤੁਹਾਡੀ ਵਾਲਦਾ ਸਾਡੀ ਅੰਮਾ ਨਿਆਮਤ ਹੈ, ਉਹਨਾਂ ਦੀ ਗੱਲ ਵੀ ਮੈਨੂੰ ਯਾਦ ਆਉਂਦੀ ਹੁੰਦੀ। ਉਹਨਾਂ ਦੇ ਸਬਰ ਤੋਂ ਮੈਨੂੰ ਹੁਣ ਯਾਦ ਆਇਆ ਕਿ ਉਹ ਕਹਿੰਦੇ ਹੁੰਦੇ ਸੀ ਦਿਲ ਕਮਲੇ ਦਾ ਕੀ ਸਮਝਾਉਣਾ, ਇੱਧਰੋਂ ਪਟਣਾ ਤੇ ਇੱਧਰ ਲਾਉਣਾ। ਯਾਨੀ ਜੈਸੇ ਵੀ ਹਾਲਾਤ ਹੋਣ ਉਹਨਾਂ ਦੇ ਵਿੱਚ ਗੁਜ਼ਾਰਾ ਕਰਨਾ ਤੇ ਆਪਣੇ ਆਪ ਨੂੰ ਸਮਝਾ ਲੈਣਾ ਤੇ ਜ਼ਿੰਦਗੀ ਨੇ ਗੁਜ਼ਰ ਜਾਣਾ। ਤੇ ਇੱਕ ਹੋਰ ਉਹਨਾਂ ਦੀ ਦੁਆ ਮੈਨੂੰ ਬੜੀ ਯਾਦ ਆਉਂਦੀ ਹੁੰਦੀ ਹੈ, ਕੁੱਲ ਦੀ ਖੈਰ ਤੇ ਕੁੱਲ ਦਾ ਭਲਾ। ਜਦੋਂ ਵੀ ਨਮਾਜ਼ ਪੜ੍ਹਨੀ ਤੇ ਉਹਨਾਂ ਨੇ ਦੁਆ ਹੀ ਮੰਗਣੀ, ਕੁੱਲ ਦੀ ਖੈਰ ਕੁੱਲ ਦਾ ਭਲਾ। ਤੇ ਮੈਂ ਸੋਚਦੀ ਹਾਂ ਉਹ ਕਿੰਨੇ ਸੁੱਚੇ ਮੋਤੀਆਂ ਵਰਗੇ ਦਿਲ ਸਨ, ਜਿਨ੍ਹਾਂ ਦੇ ਵਿੱਚ ਕਿਸੇ ਵਾਸਤੇ ਕੋਈ ਹਸਦ ਕੋਈ ਕੀਨਾ ਹੈ ਹੀ ਨਹੀਂ ਸੀ, ਕਿਸੇ ਦਾ ਬੁਰਾ ਹੀ ਨਹੀਂ ਚਾਹੁੰਦੇ ਸੀ। ਕੁੱਲ ਦੀ ਖੈਰ ਕੁੱਲ ਦਾ ਭਲਾ। ਤੇ ਕੁੱਲ ਵਿੱਚ ਤਾਂ ਮੁਸਲਿਮ ਕੀ ਤੇ ਨਾ ਮੁਸਲਿਮ ਕੀ, ਕੁੱਲ ਕਾਇਨਾਤ ਹੀ ਆ ਜਾਂਦੀ ਹੈ। ਅੱਲਾਹ ਤਾਲਾ ਸਭ ਤੇ ਆਪਣੀ ਖੈਰੀਅਤ ਕਰੇ। ਅੱਲਾਹ ਤਾਲਾ ਦੀ ਦੇਣ ਹੈ ਹੁਣ ਇੱਜ਼ਤ ਦੀ। ਉਹ ਬਸਤੀ 'ਚ ਹੈ, ਬਸਤੀ 'ਚ ਹਰ ਬੜਾ ਛੋਟਾ ਇੱਜ਼ਤ ਕਰਦਾ। ਕੁਰਸੀ 'ਤੇ ਪੜ੍ਹਦਾ ਤਾਂ ਮੈਂ ਦਰਵਾਜ਼ੇ 'ਚ ਵੜਨਾ ਤੇ ਕੁਰਸੀ ਰੱਖ ਦਿੱਤੀ। ਤੇ ਇਸੇ ਤਰ੍ਹਾਂ ਇੱਥੇ ਹੁਣ ਜਾਂਦਾ, ਹਲੇ ਕੋਈ ਨਹੀਂ ਜਾਣਦਾ, ਲੇਕਿਨ ਕੋਈ ਨਾ ਕੋਈ ਉੱਠ ਕੇ ਕੁਰਸੀ ਸਿੱਧੀ ਕਰਕੇ ਮੇਰੇ ਵਾਸਤੇ। ਬਾਬੂ ਜੀ ਇਹ ਉੱਪਰ ਦਾ ਨਿਜ਼ਾਮ ਹੈ, ਇਹ ਦੁਨੀਆ ਦਾ ਨਹੀਂ ਹੈ। ਇਹ ਅੱਲਾਹ ਤਾਲਾ ਨਿਜ਼ਾਮ ਨੂੰ ਚਲਾਉਂਦਾ ਹੈ ਔਰ ਦਿਲਾਂ ਦੇ ਵਿੱਚ ਅੱਲਾਹ ਤਾਲਾ ਹੀ ਪਾਉਂਦਾ ਹੈ। ਇਹ ਵੀ ਬੜੀ ਗੱਲ ਹੈ ਕਿ ਅੱਲਾਹ ਤਾਲਾ ਕਿਸੇ ਦੇ ਦਿਲ ਵਿੱਚ ਜਦੋਂ ਕਿਸੇ ਦੀ ਇੱਜ਼ਤ ਜਾਂ ਕਦਰ ਨੂੰ ਘੱਟ ਉਦੋਂ ਕਰਦਾ ਹੈ ਜਦੋਂ ਉਹ ਅਮਰ ਬਿਲ ਮਾਰੂਫ ਵ ਨਹੀਂ ਅਨਿਲ ਮੁਨਕਰ ਨੂੰ ਛੱਡ ਦਿੰਦਾ ਹੈ। ਜਿਹੜਾ ਇਨਸਾਨ ਅਮਰ ਬਿਲ ਮਾਰੂਫ ਵ ਨਹੀਂ ਅਨਿਲ ਮੁਨਕਰ ਤੇ ਹੁੰਦਾ ਨਾ, ਤੇ ਉਹਦੀ ਦੁਨੀਆ 'ਚ ਅੱਲਾਹ ਤਾਲਾ ਇੱਜ਼ਤ ਜ਼ਰੂਰ ਬਣਾਉਂਦਾ ਹੈ। ਇਹ ਦੁਨੀਆ ਦੇ ਵਾਸਤਾ ਕੰਮ ਨਹੀਂ ਹੈ ਕਿ ਲੋਕ ਤੁਹਾਡੀ ਇੱਜ਼ਤ ਕਰਦੇ ਨੇ, ਇਹ ਅੱਲਾਹ ਤਾਲਾ ਦਾ ਨਿਜ਼ਾਮ ਹੈ। ਦੁਨੀਆ 'ਚ ਬੜੀ ਦੁਨੀਆ ਪਈ ਹੈ, ਇਹ ਨਹੀਂ ਹੈ ਵੀ ਹੁਣ ਸਾਰੀ ਦੁਨੀਆ ਹੀ ਉਹ ਖਰਾਬ ਹੋ। ਮੈਂ ਅੱਗੇ ਦੱਸਿਆ ਇੱਕ ਵਾਰੀ, ਕਈ ਵਾਰੀ ਦੱਸਿਆ ਹੋਊਗਾ, ਮੇਰੀ ਤਬੀਅਤ ਖਰਾਬ ਹੋਵੇ, ਡਾਕਟਰ ਵਕਾਰ ਦੇ ਗਿਆ ਦਵਾਈ ਨੂੰ। ਉੱਥੇ ਇੰਤਜ਼ਾਰ ਸੀ, ਨਾਲ ਮਸਜਿਦ ਹੈ ਉੱਥੇ ਨਾਲ, ਉੱਥੇ ਅਜ਼ਾਨ ਹੋ ਗਈ, ਨਮਾਜ਼ ਪੜ੍ਹਨ ਚਲੇ ਗਏ। ਇਤਨੇ ਐਲਾਨ ਹੋ ਗਿਆ ਜਨਾਜ਼ੇ ਦਾ, ਨਾਲ ਹੀ ਸੜਕ ਟੱਪ ਕੇ ਉੱਥੇ ਪਾਰਕ ਹੈ, ਉੱਥੇ ਜਨਾਜ਼ਾ ਸੀ, ਚਲਾ ਗਿਆ। ਮੇਰੀ ਬੰਦ ਜੁੱਤੀ ਹੋਵੇ ਅਤੇ ਉਹ ਮੇਰੇ ਤੋਂ ਪਵੇ ਲਾਏ ਖੜੇ ਤੋਂ। ਇੱਕ ਐਡਾ ਸੁਪਨਾ ਚੌਧਰੀ ਵਰਗਾ ਜਵਾਨ, ਦਾੜੀ ਰੱਖੀ ਹੋਈ ਕਾਲੀ, ਚੰਗੇ ਕੱਪੜੇ,
ਪਹਿਲਾਂ ਤਾਂ ਮੈਨੂੰ ਖੜੇ ਮੁਸਾਰਾ ਦੇਣ ਲੱਗਿਆ, ਜਦੋਂ ਦੇਖਿਆ ਵੀ ਨਹੀਂ ਬਹਿ ਗਿਆ, ਅੱਲਾ ਕਿਸੇ ਕਿਸੇ ਮਾਂ ਦਾ ਜਾਇਆ, ਅੱਲਾ ਉਹਨੂੰ ਅਜਰ ਦੇਵੇ, ਮੇਰੇ ਪੈਰਾਂ 'ਚੋਂ ਨੇ ਕੱਲੀ ਕੱਲੀ ਜੁੱਤੀ ਕਰਕੇ ਪਾਈ। ਜੁੱਤੀ ਪਾਈ, ਅੱਲਾ ਅਜਰ ਦੇਵੇ। ਇਹੀ ਜਿਹੀ ਦੁਨੀਆ ਹੈਗੀ ਆ। ਅੱਲਾਹ ਤਾਲਾ ਦਾ ਨਿਜ਼ਾਮ ਹੈ ਜਿਹੜਾ ਚੱਲ ਰਿਹਾ। ਦੇਖੋ ਅੱਜ ਵੀ ਉਹਨੇ ਉਸ ਸ਼ਖਸ ਨੇ ਇੱਕ ਪਲ ਵਿੱਚ ਆਪਣੀ ਸ਼ਖਸੀਅਤ ਨੂੰ ਅਮਰ ਕਰ ਲਿਆ ਤੁਹਾਡੇ ਦਿਲ ਵਿੱਚ, ਤੁਹਾਡੀਆਂ ਨਜ਼ਰਾਂ 'ਚ। ਅੱਲਾਹ ਤਾਲਾ ਉਹਨੂੰ ਪਤਾ ਨਹੀਂ ਕਿੰਨੇ ਕੁ ਹੋਰ ਰੁਤਬੇ ਕਿੱਡੇ ਖੁਸ਼ਕਿਸਮਤ ਹੋਣਗੇ ਉਹਦੇ ਮਾਂ-ਬਾਪ ਜਿਹਨਾਂ ਨੇ ਤਰਬੀਅਤ ਉਹਨਾਂ ਨੇ ਕੀਤੀ। ਇੰਨਾ ਅਹਿਸਾਸ ਕੀਤਾ ਕਿ ਤੁਹਾਡੇ ਪੈਰਾਂ 'ਚ ਜੁੱਤੀ ਪਾਈ ਔਰ ਸਹਾਰਾ ਦਿੱਤਾ। ਅੱਲਾਹ ਨੂੰ ਅਜਰ ਦੇਵੇ, ਅੱਲਾਹ ਤਾਲਾ ਉਹਦੇ ਵਾਸਤੇ ਆਸਾਨੀਆਂ ਕਰੇ। ਹਾਂ, ਵਰਨਾ ਧੱਕਾ ਦੇ ਕੇ ਲੰਘ ਜਾਂਦੇ ਨੇ ਉਹੋ ਜਿਹੇ ਜਵਾਨ। ਅੱਲਾ ਦੇ ਰੰਗ ਨੇ। ਇਨਸਾਨ ਅਗਰ ਅੱਲਾ ਦੀ ਤਕਦੀਰ ਤੇ ਕਾਨੇ ਹੈ, ਸਾਬਤ ਕਦਮ ਹੈ, ਤਾਂ ਜ਼ਿੰਦਗੀ ਬਿਹਤਰ ਗੁਜ਼ਰਦੀ ਹੈ। ਫਿਰ ਬਾਬਾ ਜੀ ਦੁਨੀਆ 'ਚ ਕੁਝ ਮਿਲਿਆ ਨਹੀਂ ਮਿਲਿਆ ਉਹ ਕੋਈ ਮਾਇਨੇ ਨਹੀਂ ਰੱਖਦਾ। ਜਿਹਦਾ ਕਿਬਲਾ ਸਿੱਧਾ ਹੈ ਨਾ, ਉਹਨੂੰ ਅੱਲਾ ਇਤਮੀਨਾਨ ਵੀ ਦਿੰਦਾ ਹੈ। ਜਿਹਦਾ ਕਿਬਲਾ ਸਿੱਧਾ ਹੋਊਗਾ ਨਾ, ਉਹ ਅੱਲਾਹ ਤਾਲਾ ਥੋੜੇ 'ਚ ਵੀ ਮੁਤਮਿਨ ਕਰ ਦੂਗਾ। ਜਿਹਦਾ ਕਿਬਲਾ ਸਿੱਧਾ ਨਹੀਂ ਹੈਗਾ ਤੇ ਉਹ ਬਹੁਤੇ ਵਿੱਚ ਵੀ ਉਹਨੂੰ ਨਫਸਾ ਨਫਸੀ ਤੇ ਹਿਰਸੋ ਹਫਜ਼ੀ ਲੱਗੀ ਰਹਿਣੀ ਹੈ। ਹੁਣ ਮੈਂ ਆਖਰ ਤੇ ਪੁੱਛਣਾ ਚਾਹੂੰਗੀ, ਕੋਈ ਤੁਸੀਂ ਮੈਂ ਚਾਹ ਰਹੀ ਹਾਂ ਖਾਸ ਤੌਰ ਤੇ ਸਾਨੂੰ ਸਭ ਭੈਣ ਭਾਈਆਂ ਵਾਸਤੇ ਨਸੀਹਤਾਂ ਕਰੋ, ਤੇ ਆਮ ਤੌਰ ਤੇ ਹਰ ਦੇਖਣ ਵਾਲਿਆਂ ਨੂੰ ਖਾਸ ਤੌਰ ਤੇ ਤੁਸੀਂ ਸਾਨੂੰ ਭੈਣ ਭਾਈਆਂ ਨੂੰ ਕੋਈ ਆਪਣੇ ਅਨਮੋਲ ਮੋਤੀਆਂ ਨਾਲ ਨਵਾਜ਼ੋ, ਜਿਹੜਾ ਸਾਡੇ ਵਾਸਤੇ ਮਸ਼ਲੇ ਰਾਹ। ਵੈਸੇ ਤਾਂ ਤੁਹਾਡੀ ਸਾਰੀ ਜ਼ਿੰਦਗੀ ਸਾਡੇ ਵਾਸਤੇ ਮਸ਼ਲੇ ਰਾਹ ਹੈ, ਤੇ ਜਿਹੜਾ ਪਹਿਲੀ ਤਾਂ ਚੀਜ਼ ਉਹੀ ਜਿਹੜੀ ਆਪ ਹੀ ਦੱਸਿਆ ਨੇ, ਸਿਲਾ ਰਹਿਮੀ ਹੈ। ਕਤਾ ਤਲਕ ਤੋਂ ਬਚੋ। ਸਹੀ ਹੋ ਗਿਆ। ਦੂਸਰੇ ਨੰਬਰ ਤੇ ਗੀਬਤ ਤੋਂ ਬਚੋ। ਕਿ ਮੇਰੇ ਸਭ ਭੈਣ ਭਾਈ ਸੁਣ ਲੈਣ ਖਾਸ ਤੌਰ ਤੇ ਇਸ ਗੱਲ ਨੂੰ। ਪਹਿਲੀ ਚੀਜ਼ ਸਿਲਾ ਰਹਿਮੀ ਹੈ, ਔਰ ਵਾਲਿदैन ਦੇ ਵਾਸਤੇ ਇਸ ਚੀਜ਼ ਨੂੰ ਜਿਹੜਾ ਹੈ ਨਾ ਸਿਲਾ ਰਹਿਮੀ ਕਰਨੀ ਹੈ ਅੱਲਾਹ ਤਾਲਾ ਦੀ ਰਜ਼ਾ ਵਾਸਤੇ, ਔਰ ਦੂਸਰਾ ਗੀਬਤ ਤੋਂ ਬਚੋ। ਗੀਬਤ ਤੋਂ ਬਚੋ। ਹਾਂਜੀ, ਬਾਕੀ ਛੋਟੇ ਮੋਟੇ ਗੁਨਾਹ ਅੱਲਾਹ ਤਾਲਾ ਮਾਫ ਕਰ ਦੇਗਾ। ਅੱਲਾਹ ਤਾਲਾ ਆਪ ਹੀ ਫਰਮਾਉਂਦਾ ਕਿ ਤੁਸੀਂ ਵੱਡੇ ਗੁਨਾਹਾਂ ਤੋਂ ਬਚੋ ਤੇ ਛੋਟੇ ਗੁਨਾਹ ਮੈਂ ਬਖਸ਼ ਦੂੰਗਾ। ਔਰ ਇਹ ਵੱਡੇ ਗੁਨਾਹ ਨੇ ਗੀਬਤ ਕਰਨਾ, ਵੱਡੇ ਗੁਨਾਹ ਔਰ ਸਿਲਾ ਰਹਿਮੀ ਨੂੰ ਤਾਕ ਰਾਤਾਂ ਵਿੱਚ ਵੀ ਇਵਨ ਉਹਨਾਂ ਨੂੰ ਮਾਫ ਨਹੀਂ ਕੀਤਾ ਜਾਂਦਾ ਜਿਨ੍ਹਾਂ ਦੇ ਵਿੱਚ ਕਤਾ ਤਾਲੁਕੀ ਹੁੰਦੀ ਹੈ। ਦੇਖੋ ਕਿੰਨੀਆਂ ਮੁਕੱਦਸ ਰਾਤਾਂ ਨੇ ਉਹ। ਸ਼ਰਾਬੀਆਂ ਨੂੰ, ਜ਼ਾਨੀਆਂ ਨੂੰ ਮਾਫ ਕਰ ਦਿੱਤਾ ਜਾਊਗਾ, ਲੇਕਿਨ ਸਿਲਾ ਰਹਿਮੀ ਯਾਨੀ ਕਤਾ ਤਾਲੁਕ ਨੂੰ ਕਤਾ ਕਰਨ ਵਾਲਿਆਂ ਨੂੰ ਮਾਫ ਨਹੀਂ ਕੀਤਾ ਜਾਂਦਾ। ਇਸ ਲਈ ਇਸ ਜ਼ਹਿਰ ਤੋਂ, ਇਸ ਸ਼ੈਤਾਨ ਤੋਂ ਸਭ ਨੂੰ ਬਚਣਾ ਚਾਹੀਦਾ ਹੈ। ਅੱਲਾਹ ਤਾਲਾ ਸਭ ਨੂੰ ਤੌਫੀਕ ਦੇਵੇ, ਔਰ ਅੱਲਾਹ ਤਾਲਾ ਤੁਹਾਨੂੰ ਸਲਾਮਤੀ ਵਾਲੀ ਜ਼ਿੰਦਗੀ ਦੇਵੇ, ਆਮੀਨ ਔਰ ਈਮਾਨ, ਦੀਨ, ਦੁਨੀਆ, ਆਖਰਤ ਦੀ ਕਾਮਯਾਬੀ ਦੇਵੇ। ਅੱਲਾਹ ਤਾਲਾ ਸਾਡੇ ਇਸ ਜਹਾਨ ਦੇ ਔਰ ਤੁਹਾਡੇ ਉਸ ਜਹਾਨ ਦੇ ਸਾਰੇ ਸਫ਼ਰ ਨੇ ਜਿਹੜੇ ਨਾ ਆਸਾਨ ਕਰੇ, ਔਰ ਤੁਹਾਨੂੰ ਸਾਡੇ ਸਿਰਾਂ ਤੇ ਹਮੇਸ਼ਾ ਸਲਾਮਤ ਰੱਖੇ। ਤੁਹਾਡੀਆਂ ਦੁਆਵਾਂ ਦੇ ਸਦਕੇ ਅਸੀਂ ਜਿਹੜਾ ਹੈ ਨਾ ਤੁਰੇ ਫਿਰਦੇ ਹਾਂ, ਵਰਨਾ ਸਾਡੀ ਕੀ ਔਕਾਤ ਹੈ ਤੇ ਅਸੀਂ ਕੀ ਹਾਂ। ਅੱਲਾਹ ਤਾਲਾ ਤੋਂ ਦੁਆ ਹੈ ਸਭ ਮੁਸਲਮਾਨਾਂ ਨੂੰ ਸਹੀ ਰਸਤਾ ਦਿਖਾਵੇ ਔਰ ਉਸ 'ਤੇ ਅਮਲ ਕਰਨ ਦੀ ਤੌਫੀਕ ਅਤਾ ਫਰਮਾਵੇ, ਤਾਂ ਕਿ ਆਖਰਤ ਜਿਹੜੀ ਹੈ ਉਹ ਸਹੀ ਹੋ ਸਕੇ, ਅੱਛੀ ਹੋਵੇ। ਅਸਲ ਮਸਲਾ ਜਿਹੜਾ ਆਖਰਤ ਹੈ ਬੰਦੇ ਦਾ, ਆਖਰਤ ਦਾ ਫਿਕਰ ਆਖਰਤ ਦਾ ਹੀ ਚਾਹੀਦਾ, ਦੁਨੀਆ ਦਾ ਨਹੀਂ। ਦੁਨੀਆ 'ਚ ਇੱਕ ਪਰਿੰਦਾ ਹੈ, ਇੱਕ ਜਾਨਵਰ ਹੈ, ਇੱਕ ਕੀੜਾ ਹੈ, ਹਰ ਕੋਈ ਪੇਟ ਭਰ ਕੇ ਪਸਾਉਂਦਾ ਹੈ, ਲੇਕਿਨ ਉਹਨਾਂ ਵਾਸਤੇ ਆਖਰਤ ਨਹੀਂ ਹੈ। ਬਾਬੂ ਜੀ ਮਾਸ਼ਾਅੱਲਾ ਤੁਸੀਂ ਹਾਈ ਸਕੂਲ ਦੇ ਹੈਡਮਾਸਟਰ ਬਣੇ, ਕੋਈ ਗੁਰੂਰ ਤਕੱਬਰ ਤੁਹਾਡੇ 'ਚ ਉਦੋਂ ਵੀ ਨਹੀਂ ਆਇਆ ਕਿ ਮੇਰੇ ਥੱਲੇ ਇੰਨਾ ਅਮਲਾ ਹੈ, ਇੰਨਾ ਸਟਾਫ ਹੈ, ਇੰਨੇ ਲੋਕ ਨਹੀਂ, ਮੈਂ ਜਦੋਂ ਮੁਲਾਜ਼ਮਾਂ ਨੂੰ ਕੋਈ ਕੰਮ ਕਹਿੰਦਾ ਉਹ ਨਾ ਕਰਦੇ, ਡਾਂਟਣਾ ਪੈ ਜਾਂਦਾ ਸੀ, ਲੇਕਿਨ ਫਿਰ ਮੇਰੇ ਜ਼ਿਹਨ 'ਚ ਆਉਂਦਾ ਸੀ ਵੀ ਮੇਰੇ 'ਚ ਕਿਹੜੀ ਖੂਬੀ ਹੈ, ਮੈਂ ਕੁਰਸੀ 'ਤੇ ਬੈਠਾ, ਇਹ ਮੁਲਾਜ਼ਮ ਨੇ। ਅੱਲਾਹ ਤਾਲਾ ਇਹ ਵੀ ਕਰ ਸਕਦਾ ਸੀ, ਨਹੀਂ ਮੈਂ ਮੁਲਾਜ਼ਮ ਹੁੰਦਾ, ਇਹ ਹੈੱਡ ਹੁੰਦਾ, ਬਸ ਇਹ ਸੋਚ ਕੇ ਫਿਰ ਤੁਹਾਡਾ ਬੜਾ ਖਤਮ ਕਰ ਦਿੱਤਾ। ਤੁਸੀਂ ਸੋਚਦੇ ਸੀ, ਲੇਕਿਨ ਇਦਾਰੇ ਨੂੰ ਚਲਾਉਣਾ ਅੱਜ ਕੱਲ੍ਹ ਤਾਂ ਮੈਂ ਦੇਖ ਰਹੀ ਹਾਂ ਕਿ ਬਹੁਤ ਜ਼ਿਆਦਾ ਗਰੂਰ ਔਰ ਤਕੱਬਰ ਨੇ ਨਾ ਜਿਹੜੇ ਬੰਦੇ ਦੇ ਦੋ ਦੋ ਸਿਰ ਬਣਾ ਰੱਖੇ ਨੇ। ਉਹਨੇ ਇੱਕ ਤਾਂ ਇੱਕ ਸਿਰ ਨੂੰ ਹੀ ਗਰੂਰ ਹੁੰਦਾ, ਇੰਝ ਲੱਗਦਾ ਜਿਵੇਂ ਤੈਅ ਦਰ ਤੈਅ ਕੋਈ 5-7 ਸਿਰ ਨੇ ਬੰਦੇ ਦੇ ਉੱਪਰ ਬਣੇ। ਬਹਰਹਾਲ ਅਸੀਂ ਕਿਸੇ ਨੂੰ ਇੱਥੇ ਡਿਸਕਸ ਨਹੀਂ ਕਰਨਾ ਚਾਹ ਰਹੇ। ਅਸਲ ਤਾਂ ਲੋਕਾਂ ਨੂੰ ਪੈਗਾਮ ਦੇਣਾ ਹੀ ਹੈ ਕਿ ਉਹਦੇ ਜਿਹੜੇ ਹੁੰਦੇ ਨੇ ਸਾਰੇ ਵਕਤੀ ਨੇ, ਆਖਰ ਮਿੱਟੀ ਹੋ ਜਾਣਾ ਹੈ, ਮਿੱਟੀ ਹੋ ਜਾਣਾ, ਤੇ ਜਦੋਂ ਮਿੱਟੀ ਨੇ ਮਿੱਟੀ ਹੋ ਜਾਣਾ ਹੈ ਫਿਰ ਗਰੂਰ ਕਾਹਦੇ ਨੇ। ਜਿਹੜੇ ਰੱਬ ਨੇ ਕਿਸੇ ਨੂੰ ਇਲਮ ਦਿੱਤਾ ਹੈ ਉਹ ਵੀ ਰੱਬ ਦੀ ਦੇਣ ਹੈ, ਜੇ ਉਹਦਾ ਦਿੱਤਾ ਹੈ ਉਹ ਵੀ ਰੱਬ ਦੀ ਦੇਣ ਹੈ। ਬੰਦੇ ਦਾ ਕੋਈ ਕਮਾਲ ਨਹੀਂ ਹੈ ਇਹਦੇ ਵਿੱਚ। ਬੰਦੇ ਦਾ ਕਮਾਲ ਸਿਰਫ ਇਹ ਹੈ ਕਿ ਅੱਲਾ ਨੇ ਜਿੱਥੇ ਉਹਨੂੰ ਰੱਖਿਆ ਹੈ ਉਹ ਉੱਥੇ ਤਹਮਲ, ਨਰਮਿਜ਼ਾਜੀ, ਆਜਜ਼ੀ, ਇਨਕਸਾਰੀ ਤੇ ਅੱਲਾ ਨਾਲ ਖੁਸ਼ੂ ਖਜ਼ੂ ਨਾਲ ਜ਼ਿੰਦਗੀ ਗੁਜ਼ਾਰੇ, ਫਿਰ ਉਹ ਕਾਮਯਾਬ ਹੈ। ਜੇ ਉਹ ਤਲਵਾਰ ਹੀ ਬਣ ਗਿਆ ਔਰ ਉਹਨੇ ਕੱਟਣਾ ਹੀ ਸ਼ੁਰੂ ਕਰਦਾ ਤੇ ਫਿਰ ਉਹ ਲੋਹਾ ਹੁੰਦਾ ਜਾਂ ਉਹ ਕਿਸੇ ਉਹਦੇ ਤੇ ਹੁੰਦਾ, ਉਹ ਤਾਂ ਦੋਨੇ ਚੀਜ਼ਾਂ ਬਰਾਬਰ ਨੇ, ਉਹਦਾ ਤਾਂ ਫਿਰ ਕੋਈ ਕਿਰਦਾਰ ਨਹੀਂ।
ਦਿਲ ਤਾਂ ਕਰਦਾ ਨਹੀਂ ਹੈ ਕਿ ਇਹਨਾਂ ਗੱਲਾਂ ਦਾ ਸਿਲਸਿਲਾ ਜਿਹੜਾ ਖਤਮ ਹੋਵੇ, ਤੇ ਮੈਂ ਚਾਹੂੰਗੀ ਵੀਡੀਓ ਨੂੰ ਤੁਸੀਂ ਖਤਮ ਕਰੋ ਆਪਣੇ ਕੀਮਤੀ ਅਲਫਾਜ਼ ਨਾਲ, ਇਖਤਤਾਮ ਕਰੋ ਇਸ ਵੀਡੀਓ ਦਾ। नमाज का टाइम भी हो गया। नमाज का टाइम हो गया, चलो अच्छा जी। अच्छा बाबू जी, अस्सलाम वालेकुम। अल्लाह ताला बहुत सारी सलामत करे, बहुत सारी सलामत अल्लाह करे। सब दी साडी खैर अम्मी करे। ते थानू भी अल्लाह ताला सलामत रखे, सेहत और नाल, मैं अमन ईमान नाल। करदा मुतालबा या कह लो या थानू दरखास्त भी, औलाद भी मैनू सारी माफ़ कर देवे ਜਿਹਦੇ ਕਿਸੇ ਦੇ ਤੁਸੀਂ ਤਾਂ ਸਾਡੇ ਨਾਲ ਕਦੇ ਕੋਈ ਐਸਾ ਕੀਤਾ ਹੀ ਨਹੀਂ ਕਿ ਜਿਹੜਾ ਅਸੀਂ ਤੁਹਾਨੂੰ ਮਾਫ ਕਰੀਏ। ਕੁਤਾਈਆਂ ਹੁੰਦੀਆਂ ਨੇ, ਇਨਸਾਨ ਅੱਲਾਹ ਤੁਹਾਨੂੰ ਜ਼ਿੰਦਗੀ ਕੁਤਾਈਆਂ ਹੁੰਦੀਆਂ ਨੇ, ਕੁਤਾਈਆਂ ਨੂੰ ਮਾफ़ ਕਰ ਦੇ। ਅੱਲਾਹ ਤੁਹਾਨੂੰ ਜ਼ਿੰਦਗੀ अल्लाह खैर खैर करे। सेहत वाली जिंदगी दे। अल्लाह हाफिज़। अस्सलाम वालेकुम वरहमतुल्लाहि वबरकातुहू। तमाम लोग देखने वाले मेरे वालिदैन वास्ते खास तौर पे बहुत ज़्यादा दुआ करियो, अल्लाह ताला इन्हां नूं सेहत देवे, सलामती देवे, अमन ईमान वाली जिंदगी देवे। ते आ चौधरी साहब आलू बुखारी इत्थे रख गए ने वालिदैन वास्ते। ते आ मेरी अम्मी जी ने माशाअल्लाह, मेरी वालदा साहबा ने बड़ी अम्मी भी बड़े तकवा वाले और बड़े माशाअल्लाह ने अल्हम्दुलिल्लाह ज़िंदगी बहुत सोहनी गुजरी है। अल्लाह ताला हुण सानू भी इन्हां दे रास्ते ते चलण दी तौफीक अता फरमावे। आमीन। अस्सलाम वालेकुम, अल्लाह हाफ़िज़।